ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਔਰ ਭੈਣਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 33 ਸਲੋਕਾਂ ਦੀ ਵਿਚਾਰ ਸਾਂਝੀ ਕੀਤੀ ਸੀ। ਅੱਜ ਅਸੀਂ 34 ਨੰਬਰ ਸਲੋਕ ਦੀ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ पावन अंग 1366 ਦੇ ਅੰਕਿਤ ਹੈ। कबीर ऊजल पहरें कापरे, पान सुपारी खाहें, एकस हर के नाम बिन बाधे जमपुर जाहें। ऊजल पहरें, इत्थे पहरे शब्द जो है क्रियावाची है ਤੇ ਕਿਰਿਆਵਾਚੀ ਹਾਹੇ ਦੇ ਨਾਲ ਜਦੋਂ ਵੀ ਸਿਹਾਰੀ ਹੋਵੇ ਆਮ ਕਰਕੇ ਇਹ ਸ਼ਬਦ ਬਹੁਵਚਨੀ ਹੁੰਦਾ ਹੈ ਤੇ ਇਸ ਦਾ ਉਚਾਰਨ ਨਾਸਕੀ ਹੋਏਗਾ। ਪਹਿਰੇ ਬਿੰਦੀ ਲਗਾ ਕੇ। ਪਾਨ ਸੁਪਾਰੀ ਖਾਹੇ, ਇਹਦਾ ਉਚਾਰਨ ਨਾਸਕੀ ਹੋਏਗਾ। ਬਾਂਧੇ ਜੰਪੁਰ ਜਾਹੇ, ਇਸ ਦਾ ਉਚਾਰਨ ਨਾਸਕੀ ਹੋਏਗਾ। ਇਸ ਤੇ ਵਿਸ਼ਰਾਮ ਕੁਛ ਇਸ ਤਰ੍ਹਾਂ ਹੋਣਗੇ। ਕਬੀਰ ਸ਼ਬਦ ਤੇ ਥੋੜਾ ਜਿਹਾ ਰੁਕਾਂਗੇ। ਕਬੀਰ ਊਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਹੇ। ਉਜਲ ਦਾ ਮਤਲਬ ਉਜਲੇ, ਸਾਫ ਸੁਥਰੇ, ਚਿੱਟੇ, ਵਧੀਆ। ਪਹਿਰੇ ਦਾ ਮਤਲਬ ਪਹਿਨਦੇ ਨੇ, ਕਾਪਰੇ ਦਾ ਮਤਲਬ ਕੱਪੜੇ, ਖਾਹੇ ਦਾ ਮਤਲਬ ਖਾਂਦੇ ਨੇ। ਪਾਨ ਸੁਪਾਰੀ ਖਾਹੇ ਦਾ ਮਤਲਬ ਸੋਹਣੇ ਲੱਗਣ ਵਾਸਤੇ ਪਾਨ ਔਰ ਸੁਪਾਰੀਆਂ ਖਾਂਦੇ ਨੇ। ਹੁਣ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਦੀਨ ਗਵਾਇਆ ਦੁਨੀ ਸਿਓ, ਯਾਨੀ ਦੀਨ ਨੂੰ ਛੱਡ ਕੇ ਕੇਵਲ ਦੁਨੀ ਦੇ ਰਾਹ ਦੇ ਉੱਤੇ ਤੁਰਦੇ ਹੋਏ ਸੱਚ ਨੂੰ ਤਿਆਗ ਕੇ ਤੇ ਜਿਹੜੇ ਲੋਕ ਬਹੁਤ ਚੰਗੇ ਕੱਪੜੇ ਪਾਉਂਦੇ ਨੇ, ਪਹਿਨਾਵਾ ਬੜਾ ਚੰਗਾ ਹੈ ਔਰ ਸੋਹਣੇ ਲੱਗਣ ਵਾਸਤੇ ਪਾਨ ਸੁਪਾਰੀਆਂ ਵੀ ਖਾਂਦੇ ਨੇ, ਲੇਕਿਨ ਦੀਨ ਦਾ ਰਾਸਤਾ ਛੱਡਿਆ ਹੋਇਆ ਹੈ, ਸੱਚ ਦੇ ਨਾਲੋਂ ਟੁੱਟੇ ਹੋਏ ਨੇ, ਤਾਂ ਐਸੇ ਲੋਕਾਂ ਦੇ ਜਿਹੜੇ ਪਾਏ ਹੋਏ ਸਫੇਦ ਚੰਗੇ ਕੱਪੜੇ ਨੇ ਜਾਂ ਉਹਨਾਂ ਦੀਆਂ ਸੁਹੱਪਣ ਵਾਸਤੇ ਪਾਨ ਸੁਪਾਰੀਆਂ ਖਾਧੀਆਂ ਨੇ, ਉਹ ਵਿਅਰਥ ਨੇ। ਰੀਜਨ ਕਿ ਇਹਨਾਂ ਕੇਵਲ ਕੱਪੜਿਆਂ ਔਰ ਪਹਿਨਾਵਿਆਂ ਦੇ ਨਾਲ ਇਨਸਾਨੀਅਤ ਬੰਦੇ ਦੇ ਅੰਦਰ ਪੈਦਾ ਨਹੀਂ ਹੁੰਦੀ, ਸ਼ੁਭ ਗੁਣ ਪੈਦਾ ਨਹੀਂ ਹੁੰਦੇ, ਚੜ੍ਹਦੀ ਕਲਾ ਪੈਦਾ ਨਹੀਂ ਹੁੰਦੀ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਏਕਸ ਹਰ ਕੇ ਨਾਮ ਬਿਨ ਬਾਂਧੇ ਜਮਪੁਰ ਜਾਹੇ। ਨਾਮ ਦਾ ਮਤਲਬ ਆਪ ਨੂੰ ਪਤਾ ਹੈ ਕਿ ਹੁਕਮ। ਹਰ ਦਾ ਮਤਲਬ ਰੱਬ ਜੋ ਸਰਬ ਵਿਆਪਕ ਹੈ। ਉਸ ਇੱਕ ਪ੍ਰਭੂ ਦੇ ਹੁਕਮ ਨੂੰ ਸਮਝਣ ਤੋਂ ਬਿਨਾਂ ਬਾਂਧੇ ਜਮਪੁਰ ਜਾਹੇ, ਉਹ ਜਮਾਂ ਦੀ ਪੁਰੀ ਦੇ ਵਿੱਚ ਬੱਝੇ ਹੋਏ ਜਾਂਦੇ ਨੇ, ਯਾਨੀ ਜਮਾਂ ਦੀ ਪੁਰੀ ਵਿੱਚ ਉਹ ਬੱਝੇ ਵੱਜ ਜਾਂਦੇ ਨੇ। ਹੁਣ ਜਮਾਂ ਦੀ ਪੁਰੀ ਕਿਹੜੀ ਹੈ, ਇਹ ਸਮਝਣ ਵਾਲੀ ਹੈ, ਮਰਨ ਤੋਂ ਬਾਅਦ ਨਹੀਂ ਹੈ। ਆਮ ਦੁਨੀਆ ਦੇ ਅੰਦਰ ਜਮਪੁਰੀ ਜਿਹੜੀ ਹੈ ਉਹ ਮਰਨ ਤੋਂ ਬਾਅਦ ਮੰਨੀ ਗਈ ਹੈ ਕਿ ਕੋਈ ਨਰਕ ਹੈ। ਜਮ ਜਿਹੜੇ ਨੇ ਬੰਦੇ ਦੀ ਆਤਮਾ ਨੂੰ ਫੜ ਕੇ ਲੈ ਜਾਂਦੇ ਨੇ ਤੇ ਫਿਰ ਉਸ ਨਰਕ ਦੇ ਅੰਦਰ ਤੇਲ ਦੇ ਕੜਾਹਿਆਂ ਵਿੱਚ ਤਲਦੇ ਨੇ, ਅੱਗ ਵਿੱਚ ਸਾੜਦੇ ਨੇ, ਮਾਰ ਕੁਟਾਈ ਕਰਦੇ ਨੇ ਔਰ ਉੱਥੇ ਬੱਧੇ ਹੋਏ ਲੋਕ ਜਿਹੜੇ ਆਤਮਾਵਾਂ ਨੇ ਉਹ ਮਾਰ ਖਾਂਦੇ ਨੇ। ਇਹ ਉਸ ਜਮਪੁਰੀ ਦੀ ਗੱਲ ਨਹੀਂ ਹੈ। ਐਸੇ ਜ਼ਿੰਦਗੀ ਦੇ ਅੰਦਰ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਨੇ, ਇਹ ਵਿਕਾਰ ਹੀ ਜਮ ਨੇ ਜੋ ਸਾਡੀ ਆਤਮਿਕ ਮੌਤ ਦਾ ਕਾਰਨ ਬਣਦੇ ਨੇ। ਜਮ ਦਾ ਮਤਲਬ ਹੈ ਜਿਹਦੇ ਕਰਕੇ ਸਾਡੇ ਸਰੀਰ ਦੀ ਮੌਤ ਹੋ ਜਾਏ। ਜਿਵੇਂ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ, ਜੇਕਰ ਕਿਸੇ ਬੰਦੇ ਦੀ ਕੈਂਸਰ ਨਾਲ ਮੌਤ ਹੁੰਦੀ ਹੈ ਤਾਂ ਮੌਤ ਦਾ ਕਾਰਨ ਬਣਿਆ ਕੈਂਸਰ, ਤਾਂ ਇਹਦਾ ਮਤਲਬ ਉਹਦੇ ਵਾਸਤੇ ਕੈਂਸਰ ਜਮ ਹੋ ਗਿਆ ਨਾ। ਬੁਖਾਰ ਨਾਲ ਮੌਤ ਹੋ ਗਈ, ਬੁਖਾਰ ਜਮ ਹੋ ਗਿਆ। ਕਰੋਨਾ ਨਾਲ ਮੌਤ ਹੋ ਗਈ, ਕਰੋਨਾ ਜਿਹੜਾ ਹੈ ਜਮ ਹੋ ਗਿਆ। ਜਮ ਦਾ ਮਤਲਬ ਸਰੀਰਕ ਮੌਤ ਦਾ ਕਾਰਨ, ਜਿਹਦੇ ਕਰਕੇ ਸਰੀਰ ਮਰ ਜਾਏ। ਤੇ ਜਿਹੜੇ ਕੰਮ ਕਰਨ ਦੇ ਨਾਲ ਜ਼ਮੀਰ ਮਰ ਜਾਏ, ਗੁਰੂ ਜੀ ਉਹਨੂੰ ਵੀ ਜਮ ਕਹਿ ਰਹੇ ਨੇ। ਤੇ ਅਸਲ ਮੌਤ ਹੈ ਜ਼ਮੀਰ ਦਾ ਮਰ ਜਾਣਾ, ਇਨਸਾਨੀਅਤ ਦਾ ਮਰ ਜਾਣਾ। ਸੱਚ ਦੇ ਨਾਲੋਂ ਜਦੋਂ ਬੰਦਾ ਟੁੱਟ ਜਾਂਦਾ ਹੈ ਉਦੋਂ ਬੰਦਾ ਮਰ ਜਾਂਦਾ ਹੈ, ਇਨਸਾਨ ਅੰਦਰੋਂ ਮਰ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਇੱਕ ਰੱਬੀ ਹੁਕਮ ਨੂੰ ਸਮਝਣ ਤੋਂ ਬਿਨਾਂ ਐਸੇ ਜਿਹੜੇ ਲੋਕ ਨੇ ਉਹ ਜਮਾਂ ਦੀ ਪੁਰੀ ਵਿੱਚ ਬੱਧੇ ਹੋਏ ਜਾਂਦੇ ਨੇ, ਭਾਵ ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ ਹੈ।
ਉਹਨਾਂ ਦੇ ਅੰਦਰ ਆਤਮਿਕ ਖੁਸ਼ੀ, ਆਤਮਿਕ ਖੇੜਾ ਪੈਦਾ ਨਹੀਂ ਹੁੰਦਾ, ਵਿਕਾਰਾਂ ਵਿੱਚ ਵੱਜੇ ਰਹਿੰਦੇ ਨੇ, ਜੇ ਰੱਬੀ ਹੁਕਮ ਨੂੰ ਨਹੀਂ ਪਛਾਣਦੇ। ਤਾਂ ਅਸੀਂ ਦੇਖਦੇ ਹਾਂ ਕਿਤਨੇ ਸਾਰੇ ਲੋਕ ਬੜੇ ਸੁੰਦਰ ਪਹਿਨਾਵੇ ਪਹਿਨ ਰਹੇ ਨੇ, ਚਾਹੇ ਉਹ ਧਾਰਮਿਕ ਨੇ ਜਾਂ ਬਿਨਾਂ ਧਰਮ ਤੋਂ ਨੇ। ਆਮ ਆਦਮੀ ਹੈ ਜਾਂ ਧਰਮ ਦੀ ਦੁਨੀਆ ਵਿੱਚ ਨੇ, ਬੰਦਾ ਚੰਗੇ ਤੋਂ ਚੰਗੇ ਕੱਪੜੇ ਪਾਉਂਦਾ ਹੈ, ਸਫੇਦ ਕੱਪੜੇ ਪਾਉਂਦਾ ਹੈ, ਰੰਗਦਾਰ ਪਾਉਂਦਾ ਹੈ, ਮਹਿੰਗੇ ਪਾਉਂਦਾ ਹੈ, ਚੰਗੇ ਚੰਗੇ ਡਿਜ਼ਾਈਨ ਨੇ, ਔਰ ਬੰਦਾ ਕਿੰਨੀਆਂ ਪਾਨ ਸੁਪਾਰੀਆਂ ਆਦਿਕ ਖਾਂਦਾ ਹੈ ਸੋਹਣੇ ਲੱਗਣ ਵਾਸਤੇ। ਹੁਣ ਕੱਪੜੇ ਵੀ ਬੜੇ ਸੋਹਣੇ ਪਾਏ ਹੋਣ, ਹਾਰ ਸ਼ਿੰਗਾਰ ਵੀ ਬਹੁਤ ਚੰਗਾ ਕੀਤਾ ਹੋਵੇ, ਲੇਕਿਨ ਬੰਦੇ 'ਚ ਇਨਸਾਨੀਅਤ ਨਾ ਹੋਵੇ, ਉਹ ਕਰੈਕਟਰਲੈਸ ਹੋਵੇ, ਧੋਖੇਬਾਜ਼ ਹੋਵੇ, ਲੋਕਾਂ ਦੇ ਹੱਕ ਖਾਂਦਾ ਹੋਵੇ, ਚੋਰੀਆਂ ਬੇਈਮਾਨੀਆਂ ਕਰਦਾ ਹੋਵੇ, ਕਾਤਲ ਹੋਵੇ, ਤਾਂ ਕੀ ਉਹਦੇ ਮੇਕਅਪ ਕਰਕੇ ਜਾਂ ਉਹਦੇ ਸੋਹਣੇ ਕੱਪੜਿਆਂ ਕਰਕੇ, ਉਹਦੇ ਹਾਰ ਸ਼ਿੰਗਾਰ ਕਰਕੇ ਉਹਨੂੰ ਆਦਰ ਦਿੱਤਾ ਜਾ ਸਕਦਾ ਹੈ? ਜਾਂ ਐਸਾ ਬੰਦਾ ਸਮਾਜ ਦੇ ਅੰਦਰ ਸੁੱਖਾਂ ਦਾ ਕਾਰਨ ਬਣ ਸਕਦਾ ਹੈ? ਬਿਲਕੁਲ ਵੀ ਨਹੀਂ। ਇਸ ਲਈ ਗੁਰਦੇਵ ਨੇ ਸਾਨੂੰ ਥਾਂ ਪਰ ਥਾਂ ਸਮਝਾਇਆ ਹੈ ਕਿ ਜੋਗ ਨਾ ਪਗਵੀ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੇ ਉਪਦੇਸ਼। ਤਾਂ ਜਿਹੜੇ ਲੋਕ ਕੇਵਲ ਚਸਕਿਆਂ ਦੇ ਅੰਦਰ ਪਏ ਨੇ, ਕੇਵਲ ਬਸਤਰ ਆਦਿਕ ਹੀ ਚੰਗੇ ਪਾ ਰਹੇ ਨੇ, ਪਰ ਜੇ ਉਹ ਰੱਬੀ ਗੁਣਾਂ ਨਾਲੋਂ ਟੁੱਟੇ ਨੇ, ਰੱਬੀ ਹੁਕਮ ਨਾਲੋਂ ਟੁੱਟੇ ਨੇ, ਤਾਂ ਉਹ ਆਤਮਿਕ ਮੌਤ ਤੇ ਮਰ ਜਾਂਦੇ ਨੇ, ਉਹ ਵਿਕਾਰਾਂ ਦੇ ਨਾਲ ਘਿਰੇ ਰਹਿੰਦੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਕਦੇ ਵੀ ਸੁੱਖ ਸ਼ਾਂਤੀ ਨਹੀਂ ਆਉਂਦੀ, ਜੋ ਦੀਨ ਨੂੰ ਦੁਨੀਆ ਵਾਸਤੇ ਗਵਾ ਦਿੰਦੇ ਨੇ। ਕਬੀਰ ਬੇੜਾ ਜ਼ਰਜ਼ਰਾ ਫੂਟੇ 6,000, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਹੁਣ ਇੱਥੇ ਇੱਕ ਬੇੜੇ ਦੀ ਮਿਸਾਲ ਲੈ ਰਹੇ ਨੇ, ਜਿਵੇਂ ਸਮੁੰਦਰ ਦੇ ਅੰਦਰ ਕੋਈ ਜਹਾਜ਼ ਹੋਵੇ, ਬੇੜਾ ਹੋਵੇ, ਤੇ ਹੋਵੇ ਪੁਰਾਣਾ ਜਰਜਰਾ, ਉਹਦਾ ਜਿਹੜਾ ਪੈਂਦਾ ਹੈ ਉਹ ਬਿਲਕੁਲ ਜੰਗਾਲਿਆ ਹੋਵੇ, ਲੱਕੜ ਉਹਦੀ ਖਸਤਾ ਹਾਲ ਹੋਵੇ, ਕਮਜ਼ੋਰ ਜਿਹਾ ਬੇੜਾ ਹੋਵੇ, ਤੇ ਉਹਦੇ ਵਿੱਚ ਵੀ ਛੇਕ ਹੋਏ ਹੋਣ, ਮੋਰੀਆਂ ਹੋਈਆਂ ਹੋਣ, ਤੇ ਉਸ ਬੇੜੇ ਦੇ ਉੱਤੇ ਕੋਈ ਚੱਲਣਾ ਚਾਹੇ, ਤੇ ਆਖਿਰ ਉਹ ਜਰਜਰਾ ਬੇੜਾ ਡੁੱਬੇਗਾ, ਪਾਣੀ ਉਹਨਾਂ ਛੇਕਾਂ ਦੇ ਵਿੱਚੋਂ ਅੰਦਰ ਆਏਗਾ ਔਰ ਬੇੜਾ ਡੁੱਬ ਜਾਏਗਾ। ਜਿਹੜਾ ਬੇੜਾ ਜ਼ਰਜ਼ਰਾ ਹੈ, ਕਮਜ਼ੋਰ ਹੈ, ਜਿਹਦੇ ਵਿੱਚ ਹਜ਼ਾਰਾਂ ਛੇਕ ਹੋਏ ਨੇ, ਉਹਨੂੰ ਸਮੁੰਦਰ ਦੇ ਅੰਦਰ ਪਾ ਕੇ ਉਹਦੇ ਵਿੱਚ ਸਵਾਰ ਹੋ ਕੇ ਕਦੇ ਵੀ ਕੋਈ ਬੰਦਾ ਪਰਲੇ ਕਿਨਾਰੇ ਤੇ ਨਹੀਂ ਪਹੁੰਚ ਪਾਏਗਾ। ਤੇ ਜੇ ਉਹ ਬੇੜਾ ਡੁੱਬ ਜਾਏ, ਡੁੱਬੇਗਾ ਹੀ ਡੁੱਬੇਗਾ, ਉਹ ਬੇੜਾ ਡੁੱਬੇਗਾ ਹੀ। ਤੇ ਉਸ ਬੇੜੇ ਚੋਂ ਹੁਣ ਜਿਹੜੇ ਮੁਸਾਫਿਰ ਨੇ, ਇੱਕ ਤੇ ਤਰਨਾ ਵੀ ਨਾ ਆਉਂਦਾ ਹੋਵੇ, ਤੇ ਦੂਜਾ ਨਾਲ ਭਾਰ ਵੀ ਚੁੱਕਿਆ ਹੋਵੇ ਕਿ ਮੈਂ ਆਪਣਾ ਟਰੰਕ ਵੀ, ਆਪਣੀ ਅਟੈਚੀ ਵੀ, ਜਾਂ ਮੇਰਾ ਲਗੇਜ ਜਿਹੜਾ ਹੈ ਇਹਨੂੰ ਵੀ ਮੈਂ ਨਾਲ ਲੈ ਕੇ ਉਤਰਾਂ, ਨਾਲ ਅਟੈਚੀ ਨੂੰ ਲੈ ਕੇ ਸਮੁੰਦਰ ਵਿੱਚ ਛਾਲ ਮਾਰ ਦੇਵੇ, ਗਲ ਵਿੱਚ ਪਾ ਲਵੇ ਸੰਦੂਕ ਤੇ ਸਮੁੰਦਰ ਵਿੱਚ ਛਾਲ ਮਾਰੇ, ਤੇ ਤਰਨਾ ਆਉਂਦਾ ਨਹੀਂ, ਉਹ ਬੰਦਾ ਤੇ ਵੈਸੇ ਹੀ ਡੁੱਬ ਜਾਣਾ, ਤੇ ਜੇ ਨਾਲ ਭਾਰ ਵੀ ਚੁੱਕਿਆ ਹੋਵੇ ਉਹ। ਤਾਂ ਕਬੀਰ ਜੀ ਕਹਿੰਦੇ ਨੇ, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਜਦੋਂ ਐਸਾ ਬੇੜਾ ਡੁੱਬਦਾ ਹੈ ਨਾ, ਤਾਂ ਉਹਦੇ ਵਿੱਚ ਜਿਹੜੇ ਹੌਲੇ ਹੁੰਦੇ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਕੋਈ ਭਾਰ ਨਹੀਂ ਹੁੰਦਾ, ਉਹ ਤਰ ਜਾਂਦੇ ਨੇ, ਤੇ ਜਿਨ੍ਹਾਂ ਨੇ ਭਾਰ ਚੁੱਕਿਆ ਹੁੰਦਾ ਹੈ ਉਹ ਡੁੱਬ ਜਾਂਦੇ ਨੇ। ਇਸੇ ਤਰ੍ਹਾਂ ਇਹ ਸੰਸਾਰ ਹੈ, ਇਹ ਸਰੀਰ ਇੱਕ ਜ਼ਰਜ਼ਰੇ ਬੇੜੇ ਦੀ ਤਰ੍ਹਾਂ ਹੈ, ਕਮਜ਼ੋਰ ਸਰੀਰ ਹੈ, ਇਹਦੀ ਮੌਤ ਹੋਣ ਲੱਗਿਆ ਇੱਕ ਪਲ ਵੀ ਨਹੀਂ ਲੱਗਦਾ। ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ। ਹੁਣ ਮੈਂ ਇੱਥੇ ਆਪ ਦੇ ਨਾਲ ਵਿਚਾਰ ਸਾਂਝੀ ਕਰ ਰਿਹਾ, ਬਿਲਕੁਲ ਇਸ ਵਕਤ ਮੈਂ ਬਿਲਕੁਲ ਤੰਦਰੁਸਤ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ, ਪਰ ਹੁਣੇ ਹੀ ਮੈਨੂੰ ਹਰ ਪ੍ਰੋਬਲਮ ਹੋ ਜਾਏ ਤਾਂ ਮੈਂ ਤੁਹਾਡੇ ਸਾਹਮਣੇ ਬੈਠੇ ਬੈਠੇ ਡਿੱਗ ਜਾਣਾ, ਇੱਕ ਪਲ ਹੀ ਲੱਗਣਾ ਨਾ, ਅਗਲਾ ਲਫ਼ਜ਼ ਵੀ ਨਹੀਂ ਨਿਕਲਣਾ, ਇੰਨੇ ਕੀ ਪਾਇਆ ਸਰੀਰ ਤੇ। ਤਾਂ ਸਰੀਰ ਜਿਹੜਾ ਹੈ ਛੀਣ ਹੈ, ਕਮਜ਼ੋਰ ਹੈ, ਕਦੇ ਵੀ ਇਹ ਖਤਮ ਹੋ ਸਕਦਾ ਹੈ। ਗੱਲ ਇੱਥੇ ਸਰੀਰ ਦੀ ਨਹੀਂ ਹੈ, ਸਰੀਰ ਨੇ ਤਾਂ ਇੱਕ ਦਿਨ ਮਰਨਾ ਹੀ ਮਰਨਾ ਹੈ। ਗੱਲ ਹੈਗੀ ਕਿ ਇਸ ਸੰਸਾਰ ਦੇ ਅੰਦਰੋਂ ਤਰਨ ਦੀ, ਇਸ ਸੰਸਾਰ ਦੇ ਵਿੱਚੋਂ ਪਰਲੇ ਕਿਨਾਰੇ ਜਾਣ ਦੀ, ਨਿਰਲੇਪ ਹੋਣ ਦੀ। ਪਾਰ ਕੌਣ ਉਤਰੇਗਾ? ਇੱਕ ਲੋਕ ਉਹ ਨੇ ਜਿਨ੍ਹਾਂ ਨੇ ਸਿਰ ਦੇ ਉੱਤੇ ਪਾਪਾਂ ਦੇ ਭਾਰ ਚੁੱਕੇ ਨੇ, ਬੇਗਾਨੇ ਹੱਕ ਖਾ ਰਹੇ ਨੇ, ਝੂਠ ਬੋਲ ਰਹੇ ਨੇ, ਕਤਲ ਕਰ ਰਹੇ ਨੇ, ਜਾਂ ਹੋਰ ਐਸੇ ਵਿਕਾਰ ਕਮਾ ਰਹੇ ਨੇ,
ਤਾਂ ਉਹ ਲੋਕ ਜਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਕਾਰਾਂ ਦੇ ਅੰਦਰ ਡੁੱਬ ਜਾਂਦੇ ਨੇ। ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਦੇ ਅੰਦਰੋਂ ਇਨਸਾਨੀਅਤ ਔਰ ਜ਼ਮੀਰ ਮਰ ਜਾਂਦੀ ਹੈ। ਜਿਵੇਂ ਆਪਾਂ ਕੱਲ ਕਹਿ ਰਹੇ ਸੀ ਨਾ, ਨਰੂ ਮਰੇ ਨਰ ਕਾਮ ਨਾ ਆਵੇ, ਉਹਨਾਂ ਚੋਂ ਨਰੂ ਮਰ ਜਾਂਦਾ ਹੈ, ਉਹ ਡੁੱਬ ਜਾਂਦੇ ਨੇ। ਤੇ ਜਿਹੜੇ ਹੌਲੇ ਨੇ, ਜਿਨ੍ਹਾਂ ਨੇ ਸਿਰ ਦੇ ਉੱਤੇ ਪਾਪਾਂ ਦਾ ਭਾਰ ਨਹੀਂ ਚੁੱਕਿਆ ਹੋਇਆ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਈਰਖਾ, ਦਵੈਸ਼, ਵੈਰ, ਵਿਰੋਧ ਆਦਿਕ ਨਹੀਂ, ਉਹ ਇਸ ਸੰਸਾਰ ਦੇ ਅੰਦਰ ਤਰਦੇ ਨੇ। ਜਿਵੇਂ ਮੁਰਗਾਬੀ ਪਾਣੀ ਵਿੱਚ ਹੈ, ਡੁੱਬਦੀ ਨਹੀਂ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਹੈ, ਡੁੱਬਦਾ ਨਹੀਂ। ਰਹਿੰਦੇ ਉਹ ਵੀ ਪਾਣੀ ਵਿੱਚ ਹੀ ਨੇ, ਸੰਸਾਰ ਵਿੱਚ ਹੀ ਰਹਿੰਦੇ ਨੇ। ਲੇਕਿਨ ਉਹ ਲੋਕ ਬਿਲਕੁਲ ਨਿਰਲੇਪ ਰਹਿੰਦੇ ਨੇ। ਉਹ ਵਿਕਾਰਾਂ ਦੇ ਸਾਗਰ ਵਿੱਚ ਨਹੀਂ ਡੁੱਬਦੇ, ਜਿਨ੍ਹਾਂ ਨੇ ਆਪਣੇ ਸਿਰ ਤੇ ਪਾਪਾਂ ਦੀਆਂ ਪੰਡਾਂ, ਹੰਕਾਰ ਦੀਆਂ ਪੰਡਾਂ ਨਹੀਂ ਚੁੱਕੀਆਂ ਹੋਈਆਂ। ਤੇ ਜਿਨ੍ਹਾਂ ਨੇ ਹੰਕਾਰ ਦੀ ਪੰਡ ਚੁੱਕੀ ਹੋਈ ਹੈ, ਪਾਪਾਂ ਦੀ ਪੰਡ ਚੁੱਕੀ ਹੋਈ ਹੈ, ਉਹ ਇਸ ਵਿਕਾਰਾਂ ਦੇ ਸਾਗਰ ਵਿੱਚ ਡੁੱਬ ਜਾਂਦੇ ਨੇ, ਚਿੰਤਾਵਾਂ ਦੇ ਸਾਗਰ ਵਿੱਚ ਡੁੱਬ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਹੁੰਦੇ ਨੇ, ਔਰ ਉਹ ਇਕੱਲੇ ਆਪ ਹੀ ਨਹੀਂ ਡੁੱਬਦੇ, ਹੋਰ ਨਾਲ ਕਈਆਂ ਨੂੰ ਲੈ ਡੁੱਬਦੇ ਨੇ, ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ। ਤਾਂ ਸਾਨੂੰ ਇੱਥੇ ਜੋ ਜੀਣ ਵਾਸਤੇ ਸਿਧਾਂਤ ਦੇ ਰਹੇ ਨੇ, ਉਹ ਇਹ ਦੇ ਰਹੇ ਨੇ ਕਿ ਭਾਈ ਇਹ ਸੰਸਾਰ ਸਾਗਰ ਦੇ ਅੰਦਰ ਇਹ ਜਿਹੜਾ ਸਰੀਰ ਹੈ ਬੜਾ ਕਮਜ਼ੋਰ ਜਿਹਾ ਹੈ, ਭਾਵ ਕਿ ਇਹ ਸਰੀਰ ਤੋਂ ਕੰਮ ਲਓ। ਇਹ ਸਰੀਰ ਦੇ ਅੰਦਰ ਕਾਮ, ਕ੍ਰੋਧ ਦੇ ਮੰਗੋਰੇ ਨਾ ਬਣਾਓ, ਸਗੋਂ ਹਲਕੇ ਫੁੱਲ ਰਹਿ ਕੇ ਜੀਓ। ਸਤ, ਸੰਤੋਖ, ਦਇਆ, ਧਰਮ ਦੇ ਧਾਰਨੀ ਹੋਵੋ, ਔਰ ਆਪਣੀਆਂ ਲੋੜਾਂ ਨੂੰ ਸੀਮਤ ਕਰੋ। ਆਸਾ, ਤ੍ਰਿਸ਼ਨਾ ਜਾਂ ਹੰਕਾਰ ਜਾਂ ਪਾਪਾਂ ਦੀਆਂ ਪੰਡਾਂ ਸਿਰ ਤੇ ਨਾ ਚੁੱਕੋ। ਇਸ ਸੰਸਾਰ ਦੇ ਅੰਦਰ ਫਿਰ ਤੁਸੀਂ ਸੁਖੀ ਔਰ ਸ਼ਾਂਤ ਰਹਿ ਸਕੋਗੇ। ਕਬੀਰ ਹਾਡ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਕਾਸ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਇਹਨੂੰ ਇਹੋ ਜਗ ਨਹੀਂ ਪੜਨਾ, ਇਹ ਜਗ ਪੜਨਾ ਹੈ। ਹਾਡ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ। ਜਦੋਂ ਇਹ ਸਰੀਰ ਮਰਦਾ ਹੈ ਨਾ, ਤਾਂ ਜਿਹੜੇ ਸਰੀਰ ਨੂੰ ਬੜਾ ਸਵਾਰ ਕੇ ਰੱਖਿਆ ਹੁੰਦਾ ਹੈ, ਇਹਦੀਆਂ ਹੱਡੀਆਂ ਇੰਜ ਸੜਦੀਆਂ ਨੇ ਜਿਵੇਂ ਲੱਕੜਾਂ ਸੜ ਜਾਂਦੀਆਂ ਨੇ, ਤੇ ਕੇਸ ਜਿਹੜੇ ਨੇ ਇੰਜ ਸੜ ਜਾਂਦੇ ਨੇ, ਵਾਲ ਜਿਵੇਂ ਘਾਹ ਸੜਦਾ ਹੈ। ਕਬੀਰ ਜੀ ਕਹਿੰਦੇ ਨੇ ਇਹ ਸੜਦੇ ਸੰਸਾਰ ਨੂੰ ਵੇਖ ਕੇ ਕਬੀਰ ਉਦਾਸ ਹੋ ਗਿਆ ਹੈ। ਉਦਾਸ ਦਾ ਮਤਲਬ ਇੱਥੇ ਉਦਾਸੀ ਨੈਗੇਟਿਵਿਟੀ ਨਹੀਂ ਹੈ, ਇੱਥੇ ਨਿਰਾਸ਼ਾਵਾਦੀ ਨਹੀਂ ਹੈ। ਇੱਥੇ ਨਿਰਾਸ਼ ਦਾ ਮਤਲਬ ਹੈ ਨਿਰਲੇਪ ਹੋਣਾ, ਸੁਚੇਤ ਹੋਣਾ। ਹੁਣ ਗੱਲ ਮੌਤ ਦੀ ਨਹੀਂ ਹੈ, ਕਿਉਂਕਿ ਮੌਤ ਤਾਂ ਸਾਰਿਆਂ ਦੀ ਹੋਣੀ ਹੀ ਹੋਣੀ ਹੈ, ਚਾਹੇ ਕੋਈ ਚੰਗਾ ਹੈ ਜਾਂ ਬੁਰਾ ਹੈ, ਧਰਮੀ ਹੈ, ਅਧਰਮੀ ਹੈ। ਧਰਮੀ ਦੇ ਵੀ ਵਾਲ ਕੇਸ ਜਲ ਜਾਣੇ ਨੇ, ਔਰ ਅਧਰਮੀ ਦੇ ਵੀ ਜਲ ਜਾਣੇ ਨੇ। ਇਹ ਹਾਲਾਤ ਸਰੀਰ ਦੀ ਸਾਰਿਆਂ ਦੀ ਇਸੇ ਤਰ੍ਹਾਂ ਹੀ ਹੋਣੀ। ਲੇਕਿਨ ਜਦੋਂ ਤੱਕ ਅਸੀਂ ਜ਼ਿੰਦਗੀ ਜੀ ਰਹੇ ਹਾਂ, ਉਦੋਂ ਤੱਕ ਸੜਨ ਤੋਂ ਬਚਿਆ ਜਾ ਸਕਦਾ ਹੈ। ਜਨਮ ਤੋਂ ਲੈ ਕੇ ਮਰਨ ਤੱਕ ਜੋ ਸਮਾਂ ਸਾਨੂੰ ਮਿਲਿਆ ਨਾ, ਜਨਮ ਤੋਂ ਲੈ ਕੇ ਮੌਤ ਤੱਕ ਜੋ ਸਮਾਂ ਇਨਸਾਨ ਨੂੰ ਮਿਲਿਆ ਹੈ, ਉਹਨੂੰ ਜੀਵਨ ਕਹਿੰਦੇ ਨੇ। ਤੇ ਇਸ ਜੀਵਨ ਦੇ ਅੰਦਰ ਕਈ ਲੋਕ ਐਸੇ ਨੇ ਜਿਹੜੇ ਆਪਣੇ ਹੱਡੀਆਂ ਨੂੰ ਵਿਕਾਰਾਂ ਦੇ ਅੰਦਰ ਸਾੜ ਰਹੇ ਨੇ, ਔਰ ਜਿਹੜੇ ਆਪਣੇ ਕੇਸਾਂ ਨੂੰ, ਕੇਸ ਸਿਰ ਤੇ ਹੁੰਦੇ ਨੇ, ਸਿਰ ਦੇ ਅੰਦਰ ਦਿਮਾਗ ਹੁੰਦਾ ਹੈ, ਮਤ ਹੁੰਦਾ ਹੈ, ਤੇ ਉਹ ਬੰਦੇ ਆਪਣੀ ਮਤ ਤੋਂ ਚੰਗੀ ਤਰ੍ਹਾਂ ਕੰਮ ਨਹੀਂ ਲੈਂਦੇ ਤੇ ਵਿਕਾਰਾਂ ਦੇ ਅੰਦਰ ਹੀ ਸੜਦੇ ਭੁੱਜਦੇ ਰਹਿੰਦੇ ਨੇ। ਜਿਵੇਂ ਅਸੀਂ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਨਾ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਕਿ ਵਿਕਾਰਾਂ ਦੇ ਅੰਦਰ ਜਿਹੜਾ ਸਰੀਰ ਹੈ ਤਨੂਰ ਦੀ ਤਰ੍ਹਾਂ ਤਪ ਰਿਹਾ ਹੈ, ਔਰ ਬਾਲਣ ਦੀ ਹੱਡ ਜਿਹੜੇ ਨੇ ਬਾਲਣ ਦੀ ਤਰ੍ਹਾਂ ਬਲ ਰਹੇ ਨੇ। ਹੁਣ ਦੇਖੋ, ਮੇਰੀਆਂ ਜਾਂ ਤੁਹਾਡੀਆਂ ਹੱਡੀਆਂ ਬਲ ਤੇ ਨਹੀਂ ਨਾ ਰਹੀਆਂ। ਇੱਥੇ ਗੱਲ ਹੈ ਵਿਕਾਰਾਂ ਦੇ ਅੰਦਰ ਸੜਨ ਦੀ। ਇੱਕ ਪੰਜਾਬੀ ਦਾ ਮੁਹਾਵਰਾ ਹੈ ਕਿ ਫਲਾਂ ਬੰਦਾ ਤੇ ਸਿਰ ਸੜਿਆਂ ਵਾਂਗੂ ਹਰ ਟਾਈਮ ਲੱਗਾ ਹੀ ਰਹਿੰਦਾ ਹੈ। ਸਿਰ ਸੜਿਆਂ ਵਾਂਗੂ, ਹੁਣ ਸਿਰ ਸੜਿਆਂ ਵਾਂਗੂ ਦਾ ਮਤਲਬ ਕਿ ਸਾਰਾ ਕੁਝ ਛੱਡ ਛਡਾ ਕੇ ਇੱਕੋ ਪਾਸੇ ਲੋਭ ਲਾਲਚ ਦੇ ਵਿੱਚ ਹੀ ਪੈ ਰਹਿਣਾ, ਇਨਸਾਨੀਅਤ ਨੂੰ ਛੱਡ ਦੇਣਾ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਆਮ ਇਨਸਾਨ ਹੈ, ਬਹੁ ਗਿਣਤੀ ਇਨਸਾਨਾਂ ਦੀ, ਦੀਨ ਨੂੰ ਛੱਡ ਕੇ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੀਨ ਨੂੰ ਛੱਡ ਦਿੱਤਾ ਹੈ, ਸੱਚ ਨੂੰ ਛੱਡ ਦਿੱਤਾ ਹੈ, ਰੱਬੀ ਹੁਕਮ ਦੀ ਪਹਿਚਾਨ ਨਹੀਂ ਹੈ, ਸ਼ੁਭ ਗੁਣਾਂ ਦਾ ਤਿਆਗ ਕਰ ਦਿੱਤਾ ਹੈ। ਲੇਕਿਨ ਵਿਕਾਰਾਂ ਦੇ ਅੰਦਰ ਦਿਨ ਰਾਤ ਸਿਰ ਸੜਿਆਂ ਤਰ੍ਹਾਂ ਲੱਗੇ ਹੋਏ ਨੇ, ਹੱਡੀਆਂ ਬਾਲ ਰਹੇ ਨੇ,
ਭਾਵ ਕਿ ਵਿਕਾਰ ਕਮਾਈ ਜਾ ਰਹੇ ਨੇ, ਤ੍ਰਿਸ਼ਨਾ ਦੇ ਅੰਦਰ ਸੜ ਰਹੇ ਨੇ, ਜਾਂ ਲੋਭ ਲਾਲਚ ਵਿੱਚ ਸੜ ਰਹੇ ਨੇ, ਔਰ ਹੱਡੀਆਂ ਨੂੰ ਬਾਲ ਰਹੇ ਨੇ, ਤਨ ਨੂੰ ਦੁੱਖ ਦੇ ਰਹੇ ਨੇ। ਪਹਿਲੀ ਗੱਲ, ਇਹ ਵਿਕਾਰਾਂ ਵਿੱਚ ਸੜ ਰਹੇ ਨੇ। ਦੂਜੇ ਕੁਝ ਲੋਕ ਐਸੇ ਨੇ ਜੋ ਕਰਮ ਕਾਂਡਾਂ ਦੇ ਵਿੱਚ ਪਏ ਹੋਏ ਨੇ, ਆਪਣੇ ਹੱਡੀਆਂ ਸਿਰਾਂ ਨੂੰ ਸਾੜ ਰਹੇ ਨੇ, ਕਿਸੇ ਨੇ ਧੂਣੀਆਂ ਤਪਾਈਆਂ ਹੋਈਆਂ ਨੇ, ਔਰ ਉਹਨਾਂ ਦੇ ਵਿੱਚ ਬੈਠ ਕੇ ਤਪ ਕਰਕੇ ਆਪਣੇ ਤਨ ਨੂੰ ਦੁੱਖ ਦੇ ਰਹੇ ਨੇ। ਕੋਈ ਪਾਣੀ ਦੇ ਅੰਦਰ ਖੜੇ ਹੋਏ ਨੇ, ਸਿਆਲ ਵਿੱਚ ਵੀ, ਕੋਈ ਪੁੱਠਾ ਲਟਕਿਆ ਹੋਇਆ ਹੈ, ਕੋਈ ਵਰਤਨ ਰਾਤਿਆਂ ਦੇ ਅੰਦਰ ਪੈ ਕੇ ਤੇ ਇਹਨਾਂ ਹੱਡੀਆਂ ਨੂੰ ਔਰ ਸਿਰ ਸੜਿਆਂ ਦੀ ਤਰ੍ਹਾਂ ਇਹਨਾਂ ਵਿਕਾਰਾਂ ਦੇ ਅੰਦਰ ਹੀ, ਇਹ ਕਰਮ ਕਾਂਡਾਂ ਦੇ ਵਿੱਚ ਹੀ ਪਿਆ ਹੋਇਆ ਹੈ। ਲੇਕਿਨ ਦੋਵੇਂ ਕਿਸਮ ਦੇ ਜਿਹੜੇ ਲੋਕ ਨੇ, ਚਾਹੇ ਉਹ ਵਿਕਾਰਾਂ ਵਿੱਚ ਫਸੇ ਨੇ, ਜਾਂ ਦੁੱਖਾਂ ਤੋਂ ਬਚਣ ਵਾਸਤੇ ਕਰਮ ਕਾਂਡੀ ਹੋ ਗਏ ਨੇ, ਜਾਂ ਤਪ ਆਦਿਕ ਕਰਦੇ ਨੇ, ਜਦੋਂ ਇਹਨਾਂ ਸਾਰਿਆਂ ਦੀ ਜ਼ਿੰਦਗੀ ਨੂੰ ਵੇਖਦੇ ਹਾਂ ਤਾਂ ਇਹਨਾਂ ਕੰਮਾਂ ਦੇ ਨਾਲ ਇਨਸਾਨੀਅਤ ਤਾਂ ਪੈਦਾ ਹੁੰਦੀ ਨਹੀਂ। ਇਹ ਕਰਮ ਕਰਨ ਦੇ ਨਾਲ ਮਾਨਸਿਕ ਸ਼ਾਂਤੀ ਨਹੀਂ ਮਿਲਦੀ, ਸੰਸਾਰ ਦਾ ਵਿਕਾਸ ਨਹੀਂ ਹੁੰਦਾ, ਜੀਵਨ ਵਿੱਚ ਖੁਸ਼ੀਆਂ ਨਹੀਂ ਆਉਂਦੀਆਂ। ਚਾਰ ਚੁਫੇਰੇ ਵੇਖ ਰਹੇ ਆ ਨਾ, ਸਿਰ ਸੜਿਆਂ ਦੀ ਤਰ੍ਹਾਂ ਲੱਗੇ ਹੋਏ ਆ, ਹੱਡ ਬਾਲਨੇ ਆ ਪਏ, ਲੇਕਿਨ ਜੀਵਨ ਦੇ ਅੰਦਰ ਖੁਸ਼ੀ ਨਹੀਂ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਇਹ ਜਗ ਜਰਤਾ ਦੇਖ ਕੇ ਇਸ ਸੰਸਾਰ ਨੂੰ ਇਸ ਤਰ੍ਹਾਂ ਵਿਕਾਰਾਂ ਔਰ ਤ੍ਰਿਸ਼ਨਾ ਆਦਿਕ ਦੀ ਅੱਗ ਦੇ ਅੰਦਰ ਸੜਦਿਆਂ ਹੋਇਆਂ ਵੇਖ ਕੇ ਭਇਓ ਕਬੀਰ ਉਦਾਸ। ਜਿਹੜਾ ਕਬੀਰ ਹੈ ਉਹ ਉਦਾਸ ਹੋ ਗਿਆ ਹੈ। ਉਦਾਸ ਦਾ ਮਤਲਬ ਉਪਰਾਮ, ਉਹਨੇ ਇਹ ਕੰਮ ਛੱਡ ਦਿੱਤੇ ਨੇ। ਕਬੀਰ ਜੀ ਕਹਿੰਦੇ ਨੇ, ਮੈਂ ਇਹਨਾਂ ਕੰਮਾਂ ਵੱਲੋਂ ਉਦਾਸ ਹੋ ਗਿਆ, ਉਪਰਾਮ ਹੋ ਗਿਆ, ਨਿਰਲੇਪ ਹੋ ਗਿਆ, ਮੈਂ ਨਹੀਂ ਇਹ ਕੰਮ ਕਰਦਾ। ਮੈਂ ਵਿਕਾਰਾਂ ਦੇ ਅੰਦਰ ਆਪਣੇ ਕੇਸ ਨਹੀਂ ਸਾੜ ਰਿਹਾ, ਮੈਂ ਵਿਕਾਰਾਂ ਦੇ ਅੰਦਰ ਆਪਣੇ ਹੱਡ ਨਹੀਂ ਬਾਲ ਰਿਹਾ, ਮੈਂ ਆਪਣੇ ਇਸ ਤਨ ਨੂੰ ਤਨੂਰ ਨਹੀਂ ਬਣਾਇਆ ਹੋਇਆ। ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਬਾਬਾ ਫਰੀਦ ਜੀ ਸਮਝਾਉਂਦੇ ਨੇ ਨਾ ਇਹ ਚੀਜ਼ ਨੂੰ ਖੋਲ ਕੇ, ਕਿ ਤਨ ਨੂੰ ਤਨੂਰ ਨਾ ਬਣਾ, ਹੱਡੀਆਂ ਨੂੰ ਬਾਲਣ ਨਾ ਬਣਾ, ਤੇਰੇ ਸਿਰ ਨੇ ਔਰ ਪੈਰਾਂ ਨੇ ਕੀ ਤੇਰਾ ਵਿਗਾੜਿਆ ਹੈ। ਤੂੰ ਐਵੇਂ ਹੀ ਇਸ ਜੰਗਲਾਂ ਦੇ ਅੰਦਰ ਨਾ ਵਿਚਰਦਾ ਫਿਰ, ਭਟਕਦਾ ਫਿਰ, ਸਗੋਂ ਆਪਣੇ ਅੰਦਰ ਰੱਬ ਨੂੰ ਵੇਖ, ਆਪਣੇ ਅੰਦਰ ਸ਼ੁਭ ਗੁਣਾਂ ਨੂੰ ਵੇਖ, ਆਪਣੇ ਅੰਦਰੋਂ ਸ਼ਾਂਤੀ ਨੂੰ ਭਾਲ। ਤੇਰੇ ਅੰਦਰ ਪੋਸੀਬਿਲਿਟੀ ਹੈ ਸੁੱਖਾਂ ਦੀ, ਗੁਣਾਂ ਦੀ, ਇਨਸਾਨੀਅਤ ਦੀ। ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰ, ਫਿਰ ਤੇਰਾ ਇਹ ਜੀਵਨ ਜਿਹੜਾ ਸਫਲ ਹੋ ਜਾਏਗਾ। ਤਾਂ ਭਗਤ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਦੀਨ ਨੂੰ ਛੱਡ ਕੇ ਕੇਵਲ ਦੁਨੀ ਦੇ ਪਿੱਛੇ, ਵਿਕਾਰਾਂ ਦੇ ਅੰਦਰ ਲੋਕਾਂ ਨੂੰ ਸੜਦਿਆਂ ਹੋਇਆਂ ਤੱਕ ਕੇ, ਕਬੀਰ ਜੀ ਕਹਿੰਦੇ ਨੇ, ਮੈਂ ਉਪਰਾਮ ਹੋ ਗਿਆ ਹਾਂ, ਮੈਂ ਇਹਨਾਂ ਵਿਕਾਰਾਂ ਦਾ ਤਿਆਗ ਕਰ ਦਿੱਤਾ ਹੈ ਔਰ ਮੈਂ ਸ਼ੁਭ ਗੁਣਾਂ ਦੇ ਨਾਲ ਜੁੜ ਗਿਆ ਹਾਂ। ਤਾਂ ਅਸੀਂ ਵੀ ਜਾਂ ਹੋਰ ਕੋਈ ਵੀ ਇਨਸਾਨ ਜੋ ਜ਼ਿੰਦਗੀ ਦੇ ਅੰਦਰ ਸੁੱਖ ਔਰ ਸ਼ਾਂਤੀ ਚਾਹੁੰਦਾ ਹੈ, ਉਹਨੂੰ ਆਪਣਾ ਜੀਵਨ ਇਹਨਾਂ ਵਿਕਾਰਾਂ ਦੇ ਵਿੱਚ ਨਹੀਂ ਬਾਲਣਾ ਚਾਹੀਦਾ। ਉਹਨੂੰ ਆਸਾ ਤ੍ਰਿਸ਼ਨਾ ਦਾ ਤਿਆਗ ਕਰਨਾ ਚਾਹੀਦਾ ਹੈ। ਉਹਨੂੰ ਸਿਰ ਤੇ ਪਾਪਾਂ ਦੀਆਂ ਪੰਡਾਂ ਨਹੀਂ ਚੁੱਕਣੀਆਂ ਚਾਹੀਦੀਆਂ, ਔਰ ਆਪਣੇ ਹੱਡ ਇਹਨਾਂ ਵਿਕਾਰਾਂ ਵਿੱਚ ਨਾ ਬਾਲ ਕੇ ਸਗੋਂ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀ ਕੇ ਸੁਖ ਸ਼ਾਂਤੀ ਮਾਨਣੀ ਚਾਹੀਦੀ ਹੈ। ਅਗਲਾ ਬਚਨ ਕਰਦੇ ਨੇ ਕਬੀਰ, ਗਰਬ ਨਾ ਕੀਜੀਐ ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਰ ਤੇ ਫੁੰਤਰਨੀ ਗਾੜ। ਜੋ ਦੂਜੀ ਪੰਕਤੀ ਹੈ ਉਸ ਤੇ ਵਿਸ਼ਰਾਮ ਇੱਥੇ ਹੋਣਗੇ। ਹੈਵਰ ਉਪਰ ਛਤਰ ਤਰ ਤੇ ਫੁੰਤਰਨੀ ਗਾੜ, ਇਹਨੂੰ ਛਤਰ ਨਹੀਂ ਪੜਾਂਗੇ, ਤੱਤੇ ਦੇ ਪੈਰ ਥੱਲੇ ਅੱਧਾ ਰਾਰਾ ਹੈ, ਛਤਰ ਤਰ ਕਰਕੇ ਬੋਲਾਂਗੇ, ਛਤਰ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਹੰਕਾਰ ਨਹੀਂ ਕਰਨਾ ਚਾਹੀਦਾ। ਕਬੀਰ, ਗਰਬ ਨਾ ਕੀਜੀਏ, ਹੰਕਾਰ ਨਹੀਂ ਕਰਨਾ ਚਾਹੀਦਾ। ਚਾਮ ਲਪੇਟੇ ਹਾੜ, ਹੱਡੀਆਂ ਦੇ ਉੱਤੇ ਚਾਮ ਲਪੇਟਿਆ ਹੋਇਆ ਨਾ। ਹੁਣ ਦੇਖੋ, ਜੇ ਕੋਈ ਬੰਦਾ ਖਲ ਲੈ ਕੇ ਕਿਸੇ ਮਰੇ ਪਸ਼ੂ ਦੀ, ਤੇ ਉਹਦੇ ਵਿੱਚ ਹੱਡੋ ਰੋੜੀ ਦੇ ਵਿੱਚੋਂ ਹੱਡੀਆਂ ਚੁੱਕ ਲਿਆਵੇ, 10-20 ਕਿਲੋ ਹੱਡੀਆਂ, ਤੇ ਉਹ ਚੰਮ ਦੇ ਅੰਦਰ ਲਪੇਟ ਕੇ ਤੇ ਸਿਰ ਤੇ ਚੁੱਕੀ ਫਿਰੇ ਤੇ ਮਾਣ ਕਰੇ ਕਿ ਮੇਰੇ ਵਰਗਾ ਇਸ ਦੁਨੀਆ 'ਚ ਕੋਈ ਨਹੀਂ, ਕਿਉਂਕਿ ਮੈਂ ਚੰਮ ਦੇ ਵਿੱਚ 15 ਕਿਲੋ 20 ਕਿਲੋ ਹੱਡੀਆਂ ਲਈ ਫਿਰਨਾ। ਤਾਂ ਉਹਨੂੰ ਕਿੰਨਾ ਕੁ ਸਿਆਣਾ ਸਮਝੋਗੇ ਕਿ ਚਮੜੇ ਦੇ ਅੰਦਰ ਹੱਡੋ ਰੋੜੇ ਤੋਂ ਹੱਡੀਆਂ ਚੁੱਕ ਕੇ ਸਿਰ ਤੇ ਧਰ ਕੇ
ਤੇ ਬੰਦਾ ਕਹੇ ਮੈਂ ਦੁਨੀਆ ਦਾ ਅਮੀਰ ਬੰਦਾ ਹਾਂ, ਬੜਾ ਮਹਾਨ ਬੰਦਾ ਹਾਂ, ਮੇਰੇ ਕੋਲ ਬੜੀ ਕੀਮਤੀ ਸ਼ੈ ਹੈ, ਮੈਂ ਸਿਰ ਦੇ ਉੱਤੇ 20 ਕਿਲੋ ਹੱਡੀਆਂ ਚੁੱਕੀ ਫਿਰਨਾ, ਕਿੰਨਾ ਕੁ ਨੂੰ ਸਿਆਣਾ ਕਹੋਗੇ? ਤਾਂ ਕਬੀਰ ਜੀ ਕਹਿੰਦੇ ਨੇ, ਪਿਆਰਿਆ ਤੇਰੀਆਂ ਹੱਡੀਆਂ ਦੇ ਉੱਤੇ ਚਾਮੀ ਤੇ ਲਪੇਟਿਆ ਹੈ ਸਰੀਰ, ਹੋਰ ਕੀ ਹੈ? ਸਾਡੀਆਂ ਹੱਡੀਆਂ ਉੱਤੇ ਚਾਮੀ ਤੇ ਲਿਪਟਿਆ। ਤਾਂ ਕਬੀਰ ਜੀ ਕਹਿੰਦੇ ਨੇ, ਹੱਡੀਆਂ ਦੀ ਮੁੱਠ ਦੇ ਉੱਤੇ ਚੰਮ ਲਪੇਟਿਆ ਹੋਇਆ ਹੈ, ਇਹ ਤੇਰੇ ਸਰੀਰ ਦੀ ਪਾਇਆ ਹੈ, ਤਾਂ ਇਹਦੇ ਤੇ ਹੰਕਾਰ ਕਿਉਂ ਕਰਨਾ? ਯਾਨੀ ਸੁੰਦਰਤਾ ਦਾ ਮਾਣ ਨਾ ਕਰੋ, ਸੁੰਦਰਤਾ ਦਾ ਹੰਕਾਰ ਨਾ ਕਰੋ। ਇਹ ਸਰੀਰ ਨੇ ਇੱਕ ਦਿਨ ਨਾਸ਼ ਹੋ ਜਾਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਸਰੀਰ ਨੂੰ ਸੰਭਾਲੋ ਹੀ ਨਾ, ਜਾਂ ਸੋਹਣਾ ਹੋਣਾ ਕੋਈ ਪਾਪ ਹੈ। ਗੱਲ ਇਹ ਨਹੀਂ ਹੈ। ਗੱਲ ਹੈ ਕਿ ਸਰੀਰ ਦਾ ਹੰਕਾਰ ਨਾ ਕਰੋ ਸਰੀਰ ਦੇ ਹੁੰਦਿਆਂ। ਜਿੱਥੋਂ ਤੱਕ ਸਰੀਰ ਦੀ ਗੱਲ ਹੈ, ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ, ਕਿ ਇਹ ਦੇਹੀ ਦੀ ਪਾਲਣਾ ਪੋਸ਼ਣਾ ਕਰੋ, ਇਹਨੂੰ ਚੰਗੀ ਖੁਰਾਕ ਦਿਓ, ਇਹਨੂੰ ਰੋਗਾਂ ਤੋਂ ਮੁਕਤ ਰੱਖੋ, ਇਹਦੇ ਅੰਦਰ ਤਾਕਤ ਹੋਵੇ, ਤਾਕਤਵਰ ਬਣੋ, ਤੇ ਰੱਬੀ ਗੁਣਾਂ ਵਾਸਤੇ ਇਹ ਸਰੀਰ ਨੂੰ ਵਰਤੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਯਾਨੀ ਤਨ ਔਰ ਮਨ ਕਰਕੇ ਅਰੋਗ ਹੋਵੋ। ਜੇ ਅਰੋਗ ਹੋਵਾਂਗੇ, ਸਰੀਰ ਨੂੰ ਚੰਗੀ ਖੁਰਾਕ ਦੇਵਾਂਗੇ, ਇਹਦੇ ਤੋਂ ਕੰਮ ਲਵਾਂਗੇ, ਸਹੀ ਕਸਰਤ ਆਦਿ ਕਰਾਂਗੇ, ਮਿਹਨਤ ਕਰਾਂਗੇ, ਸਰੀਰ ਤੰਦਰੁਸਤ ਰਹੇਗਾ। ਲੇਕਿਨ ਤੰਦਰੁਸਤ ਔਰ ਸੋਹਣੇ ਸਰੀਰ ਦੇ ਨਾਲ ਕਰਨਾ ਕੀ ਹੈ? ਕੁਝ ਲੋਕ ਪਾਪ ਕਮਾ ਰਹੇ ਨੇ, ਅਪਰਾਧ ਕਰ ਰਹੇ ਨੇ, ਆਪਣੇ ਆਪ ਨੂੰ ਸੋਹਣਾ ਸਮਝ ਕੇ ਦੂਜੇ ਲੋਕਾਂ ਨੂੰ ਨੀਵਾਂ ਵਿਖਾ ਰਹੇ ਨੇ। ਗੁਰੂ ਜੀ ਕਹਿੰਦੇ ਨੇ, ਇਹ ਕੰਮ ਨਾ ਕਰੋ, ਹੰਕਾਰ ਨਾ ਕਰੋ, ਕਿਉਂਕਿ ਅਹੰਕਾਰ ਸਾਰੀ ਬਿਮਾਰੀਆਂ ਦੀ ਜੜ ਹੈ, ਹਉਮੈ ਦੀਰਘ ਰੋਗ ਹੈ। ਜਿੱਥੇ ਹਉਮੈ ਆ ਜਾਏਗੀ, ਉੱਥੇ ਨਾਮ ਰੱਬੀ ਗੁਣ ਨਹੀਂ ਵਸਣਗੇ। ਹਉਮੈ ਹਨੇਰਾ ਹੈ, ਜਿੱਥੇ ਹਨੇਰਾ ਆ ਜਾਏਗਾ ਉੱਥੇ ਚਾਨਣ ਨੇ ਨਹੀਂ ਰਹਿਣਾ। ਤਾਂ ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਹੱਡੀਆਂ ਦੀ ਮੁੱਠ ਦੇ ਉੱਤੇ ਚਮੜੀ ਵਲੇਟੀ ਹੋਈ ਹੈ, ਤਾਂ ਆਪਣੇ ਸਰੀਰਕ ਸੁੰਦਰਤਾ ਦਾ ਮਾਣ ਨਾ ਕਰੋ, ਹੰਕਾਰ ਨਾ ਕਰੋ। ਜੇ ਨੈਣ ਨਕਸ਼ ਸੋਹਣੇ ਨੇ, ਤੁਸੀਂ ਜਵਾਨ ਹੋ, ਤਾਂ ਜੇ ਕੋਈ ਬਜ਼ੁਰਗ ਹੈ ਤਾਂ ਉਹਦੀ ਨਿਰਾਦਰੀ ਨਾ ਕਰੋ। ਜੇ ਕਿਸੇ ਦੇ ਨੈਣ ਨਕਸ਼ ਚੰਗੇ ਨਹੀਂ ਹੈ, ਜਿਹੜੇ ਤੁਹਾਨੂੰ ਚੰਗੇ ਨਹੀਂ ਲੱਗਦੇ, ਤਾਂ ਉਹਦੀ ਨਿਰਾਦਰੀ ਨਾ ਕਰੋ, ਹੰਕਾਰ ਨਾ ਕਰੋ। ਅੱਗੇ ਸਮਝਾ ਰਹੇ ਨੇ, ਦੇਖੋ, ਹੈਵਰ ਉੱਪਰ, ਹੈਵਰ ਦਾ ਮਤਲਬ ਚੁਣਵੇਂ ਵਧੀਆ ਘੋੜੇ, ਹੈ ਵਰ ਸੋਹਣੇ ਘੋੜੇ, ਛਤਰ ਤਰ, ਤਰ ਦਾ ਮਤਲਬ ਥੱਲੇ, ਜਿਨ੍ਹਾਂ ਦੇ ਥੱਲੇ ਬੜੇ ਸੋਹਣੇ ਘੋੜੇ ਸਨ ਔਰ ਜਿਨ੍ਹਾਂ ਦੇ ਸਿਰ ਦੇ ਉੱਤੇ ਬੜੇ ਛਤਰ ਝੂਲਦੇ ਸਨ। ਹੈਵਰ ਉੱਪਰ ਛਤਰ ਤਰ, ਤੇਫੁਨ ਧਰਨੀ ਗਾੜ, ਤੇਫੁਨ ਦਾ ਮਤਲਬ ਫਿਰ ਉਹ ਮਨੁੱਖ ਵੀ, ਧਰਨੀ ਦਾ ਮਤਲਬ ਮਿੱਟੀ ਵਿੱਚ, ਗਾੜ ਦਾ ਮਤਲਬ ਗੱਡ ਦਿੱਤੇ ਜਾਂਦੇ ਨੇ, ਰਲ ਜਾਂਦੇ ਨੇ, ਮਿਲ ਜਾਂਦੇ। ਇਹ ਸਰੀਰ ਦਾ ਅਹੰਕਾਰ ਕਰਦੇ ਉਹ ਬੰਦੇ ਵੀ ਅੰਤ ਨੂੰ ਮਿੱਟੀ ਵਿੱਚ ਜਾ ਰਲੇ, ਜੋ ਵਧੀਆ ਘੋੜਿਆਂ ਉੱਤੇ ਸਵਾਰ ਹੁੰਦੇ ਸਨ ਤੇ ਜੋ ਝੂਲਦੇ ਛਤਰਾਂ ਹੇਠਾਂ ਬੈਠਦੇ ਸਨ, ਜਿਨ੍ਹਾਂ ਦੇ ਸਿਰ ਤੇ ਛਤਰ ਝੂਲਦੇ ਸਨ, ਝੂਲਦੇ ਹੋਏ ਛਤਰਾਂ ਥੱਲੇ ਜੋ ਬਹਿੰਦੇ ਸਨ ਔਰ ਸੋਹਣੇ ਘੋੜਿਆਂ ਦੀ ਸਵਾਰੀ ਕਰਦੇ ਸਨ, ਬੜੇ ਅਮੀਰ ਸਨ, ਸਿਰ ਤੇ ਛਤਰ ਝੂਲਦੇ ਸਨ, ਬੜੇ ਸੁੰਦਰ ਸਨ, ਬੜਾ ਮਾਣ ਸੀ, ਬੜਾ ਹੰਕਾਰ ਸੀ, ਬੜੀ ਪ੍ਰੋਪਰਟੀ ਸੀ। ਅਖੀਰ ਉਹ ਵੀ ਮਿੱਟੀ ਵਿੱਚ ਜਾ ਰਲੇ। ਇੱਥੇ ਸਿਕੰਦਰ ਵਰਗੇ ਹੋ ਗਏ, ਇੱਥੇ ਕਾਰੂ ਵਰਗੇ ਹੋ ਗਏ, ਹਿਟਲਰ ਵਰਗੇ ਹੋ ਗਏ, ਔਰੰਗਜ਼ੇਬ ਵਰਗੇ ਹੋ ਗਏ, ਇੱਥੇ ਕੌਰਵ ਪਾਂਡਵਾਂ ਵਰਗੇ ਹੋ ਗਏ। ਕੋਈ ਬਚਿਆ ਇਸ ਦੁਨੀਆ ਤੇ? ਤਾਂ ਇਹਦਾ ਮਤਲਬ ਇਹ ਨਹੀਂ ਕਿ ਨਿਰਾਸ਼ਾਵਾਦੀ ਬਣਾਇਆ ਜਾ ਰਿਹਾ ਹੈ, ਸਗੋਂ ਆਸ਼ਾਵਾਦੀ ਬਣਾ ਰਹੇ ਨੇ ਕਿ ਹੰਕਾਰ ਕਰਨ ਦੀ ਬਜਾਏ, ਇਹ ਸਰੀਰ ਤੋਂ ਮਾੜੇ ਕੰਮ ਲੈਣ ਦੀ ਬਜਾਏ, ਸਰੀਰ ਦੇ ਹੁੰਦਿਆਂ ਚੰਗੇ ਕਰਮ ਕਰੋ, ਸੋਚ ਨੂੰ ਵਿਸ਼ਾਲ ਬਣਾਓ, ਨਿਮਰਤਾ ਦੇ ਵਿੱਚ ਰਹੋ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰੋ, ਕਿਉਂਕਿ ਇਹ ਸਰੀਰ ਨੇ ਸਦਾ ਨਹੀਂ ਰਹਿਣਾ। ਅੱਜ ਹੈ, ਕੱਲ ਨਹੀਂ ਰਹਿਣਾ। ਅੱਜ ਤੁਸੀਂ ਜਵਾਨ ਹੋ, ਕੱਲ ਨੂੰ ਤੁਸੀਂ ਬੁੱਢੇ ਹੋ ਜਾਣਾ। ਅੱਜ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਸੰਸਾਰ ਨੂੰ ਮੋਹਿਆ ਹੋਇਆ ਨਾ, ਇਹਨਾਂ ਨੇ ਕੱਲ ਨੂੰ ਅੰਦਰ ਵੜ ਜਾਣਾ ਹੈ। ਜਿਹੜੇ ਚਿਹਰੇ ਦਾ ਤੁਸੀਂ ਮਾਣ ਕਰ ਰਹੇ ਹੋ, ਤੇ ਝੁਰੜੀਆਂ ਪੈ ਜਾਣੀਆਂ ਨੇ। ਇਹਨਾਂ ਗੋਡਿਆਂ ਦੇ ਨਾਲ ਤੁਰਿਆ ਨਹੀਂ ਜਾਣਾ, ਮੂੰਹ ਚ ਦੰਦ ਨਹੀਂ ਰਹਿਣੇ, ਐਸੀ ਹਾਲਾਤ ਹੋ ਜਾਣੀ ਹੈ ਨਾ। ਫਿਰ ਮਾਣ ਕਾਹਦਾ? ਸਰੀਰ ਤੋਂ ਸਹੀ ਕੰਮ ਲਓ। ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ,
ऊपर जामै घास। हुण जामै पढ़िया ना, इहनूं जामै पढ़ना है जमना, भोए नूं पढ़ना है भोए, जमीन। गर्भ ਦਾ ਮਤਲਬ ਅਹੰਕਾਰ, ਉੱਚਾ ਦੇਖ ਆਵਾਸ ਮਤਲਬ ਨਿਵਾਸ ਸਥਾਨ, ਉੱਚਾ ਦਾ ਮਤਲਬ ਉੱਚਾ। ਕਬੀਰ ਜੀ ਕਹਿੰਦੇ ਨੇ ਕਿ ਆਪਣੇ ਉੱਚੇ ਮਹਿਲ ਵੇਖ ਕੇ, ਜੇ ਤੁਹਾਡਾ ਆਵਾਸ, ਤੁਹਾਡਾ ਨਿਵਾਸ ਸਥਾਨ, ਤੁਹਾਡਾ ਘਰ ਬੜਾ ਉੱਚਾ ਹੈ, ਬੜਾ ਸੁੰਦਰ ਹੈ, ਬੜਾ ਕੀਮਤੀ ਹੈ, 5 10 20 50 ਮੰਜ਼ਿਲ ਦਾ ਘਰ ਹੈ ਤੁਹਾਡਾ, ਤੁਸੀਂ ਉਹਦੇ ਤੇ ਸੰਗਮਰਮਰ ਲਵਾਇਆ ਹੋਇਆ ਹੈ, ਬੜਾ ਕੀਮਤੀ ਫਰਨੀਚਰ ਹੈ, ਸੋਨੇ ਚਾਂਦੀ ਦੇ ਬਰਤਨ ਨੇ, ਤਾਂ ਕਬੀਰ ਜੀ ਕਹਿੰਦੇ ਨੇ ਇਹਦਾ ਹੰਕਾਰ ਨਾ ਕਰੋ, ਅਹੰਕਾਰ ਨਾ ਕਰੋ, ਕਿਉਂਕਿ ਇਹਨਾਂ ਮਹਿਲਾਂ ਨੇ ਪਹਿਲੀ ਗੱਲ ਸਦਾ ਨਹੀਂ ਰਹਿਣਾ। ਤੇ ਜੇ ਮਹਿਲਾਂ ਦੀ ਬੁਨਿਆਦ ਹੈ ਵੀ ਮੰਨ ਲਓ 200 ਸਾਲ 400 ਸਾਲ ਇਮਾਰਤ ਦੀ ਤੁਹਾਡੀ ਦੀ ਬੁਨਿਆਦ ਰੱਖੀ ਹੈ, ਇੰਨੀ ਗਾਰੰਟੀ ਹੈ, ਤਾਂ ਤੁਹਾਡੀ ਆਪਣੀ ਗਾਰੰਟੀ ਕੋਈ ਨਹੀਂ, ਕੀ ਪਤਾ ਕਦੋਂ ਪ੍ਰਾਣ ਨਿਕਲ ਜਾਣ। ਇਸ ਲਈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਚੰਗੇ ਘਰ ਨਾ ਬਣਾਓ, ਮਹਿਲ ਨਾ ਬਣਾਓ, ਗੱਲ ਇਹ ਨਹੀਂ ਹੈ। ਤੁਹਾਡੇ ਦਸਾਂ ਨਵਾਂ ਦੀ ਇਮਾਨਦਾਰੀ ਦੀ ਕਿਰਤ ਦੇ ਨਾਲ ਤੁਹਾਡੇ ਕੋਲ ਜੈਸੇ ਮਕਾਨ ਬਣਦੇ ਨੇ, ਚੰਗੇ ਬਣਦੇ ਨੇ, 2 ਮੰਜ਼ਿਲਾ 4 ਮੰਜ਼ਿਲਾ ਬਣਾਓ, 10 ਬੈਡਰੂਮ ਦਾ ਬਣਾਓ, 20 ਬੈਡਰੂਮ ਦਾ ਬਣਾਓ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਗੱਲ ਇਹ ਹੈ ਕਿ ਉਸ ਮਹਿਲ ਦਾ ਮਾਣ ਕਰਕੇ ਕਿਸੇ ਝੁੱਗੀ ਵਾਲੇ ਦਾ ਨਿਰਾਦਰ ਨਾ ਕਰੋ, ਕਿਸੇ ਝੁੱਗੀ ਵਾਲੇ ਦਾ, ਕਿਸੇ ਗਰੀਬ ਦਾ ਨਿਰਾਦਰ ਨਾ ਕਰੋ। ਤੁਹਾਡੇ ਘਰ ਦੇ ਵਿੱਚ ਕੋਈ ਆਏ ਤੇ ਉਹਨੂੰ ਇਹ ਅਹਿਸਾਸ ਨਾ ਕਰਾਓ ਕਿ ਤੇਰੇ ਕੋਲ ਕੁਝ ਵੀ ਨਹੀਂ ਤੇ ਮੈਂ ਦੇਖ ਕਿੰਨਾ ਵੱਡਾ ਬਣਾਇਆ, ਉਹਨੂੰ ਇਹੋ ਜਿਹਾ ਅਹਿਸਾਸ ਨਾ ਕਰਾਓ, ਕਿਉਂਕਿ ਵੱਡਾ ਮਨੁੱਖ ਉਹਨੂੰ ਕਹਿੰਦੇ ਨੇ ਜੋ ਕੋਲ ਬੈਠੇ ਨੂੰ ਨੀਵਾਂ ਮਹਿਸੂਸ ਨਾ ਕਰਾਵੇ, ਨੀਵਾਂ ਮਹਿਸੂਸ ਨਾ ਹੋਣ ਦੇਵੇ। ਵੱਡਾ ਬੰਦਾ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਹਦੇ ਕੋਲ ਬੈਠ ਕੇ ਬੰਦਾ ਆਪਣੇ ਆਪ ਨੂੰ ਨੀਵਾਂ ਮਹਿਸੂਸ ਨਾ ਕਰੇ, ਸਗੋਂ ਮਾਣ ਮਹਿਸੂਸ ਕਰੇ। ਤੁਹਾਡੇ ਮਕਾਨਾਂ ਦਾ ਕੋਈ ਮਾਣ ਕਰੇ, ਹੋਰ ਕਰੇ ਕੋਈ ਮਾਣ, ਅਹੰਕਾਰ ਨਾ ਕਰ। ਕਿਉਂ ਕਿ ਆਜ ਕਾਲ ਭੋਏ ਲੇਟਣਾ, ਉੱਪਰ ਜਾਵੇਂ ਘਾਸ, ਮੌਤ ਆਉਣ ਤੇ ਇਹ ਮਹਿਲ ਨੂੰ ਛੱਡ ਕੇ ਅੱਜ ਦਾ ਭਲਕ ਮਿੱਟੀ ਵਿੱਚ ਰਲ ਜਾਣਾ ਹੈ ਤੇ ਸਾਡੇ ਉੱਤੇ ਘਾਹ ਜੰਮ ਪੈਣਾ ਹੈ, ਜਿੱਥੇ ਸਾਡੀ ਰਾਖ ਨੂੰ ਖਿਲਾਰਿਆ ਜਾਏਗਾ। ਹੁਣ ਜਿਹੜੇ ਜ਼ਮੀਨ ਦੇ ਵਿੱਚ ਦਬਾਉਂਦੇ ਨੇ ਮੁਰਦਿਆਂ ਨੂੰ, ਉੱਥੇ ਘਾਹ ਉੱਗ ਹੀ ਪੈਣਾ ਹੈ, ਜਿੱਥੇ ਜਲਾਇਆ ਜਾਂਦਾ ਹੈ ਉੱਥੇ ਵੀ ਘਾਹ ਨੇ ਉੱਗ ਪੈਣਾ। ਯਾਨੀ ਕਹਿਣ ਦਾ ਮਤਲਬ ਕਿ ਸਰੀਰ ਦਾ ਇੱਕ ਦਿਨ ਵਿਨਾਸ਼ ਹੋ ਜਾਣਾ ਹੈ। ਤਾਂ ਜਦੋਂ ਸਰੀਰ ਦਾ ਵਿਨਾਸ਼ ਹੋ ਜਾਣਾ ਹੈ, ਤਾਂ ਜਦੋਂ ਤੱਕ ਇਹ ਜ਼ਿੰਦਗੀ ਮਿਲੀ ਹੈ, ਉਦੋਂ ਤੱਕ ਮਹਿਲਾਂ ਮੰਡਪਾਂ ਮਾੜੀਆਂ ਦਾ ਅਹੰਕਾਰ ਕਰਕੇ ਕਦੇ ਵੀ ਦੂਜੇ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੀਦਾ, ਔਰ 2 ਨੰਬਰ ਦੇ ਧੰਦੇ ਕਰਕੇ ਇਹ ਮਹਿਲ ਮਾੜੀਆਂ ਨਹੀਂ ਬਣਾਉਣੇ ਚਾਹੀਦੇ, ਸਗੋਂ ਦਸਾਂ ਨਵਾਂ ਦੀ ਕਿਰਤ ਕਰਨੀ ਚਾਹੀਦੀ ਹੈ ਔਰ ਪ੍ਰਭੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜਹੋਂ ਸੋ ਨਾਉ ਸਮੁੰਦਰ ਮਹਿ, ਕਿਆ ਜਾਨੋ ਕਿਆ ਹੋਏ। ਰੰਕ ਦਾ ਮਤਲਬ ਗਰੀਬ, ਗਰਬ ਦਾ ਮਤਲਬ ਅਹੰਕਾਰ। ਕਬੀਰ ਜੀ ਕਹਿੰਦੇ ਨੇ ਕਿ ਜੇ ਤੂੰ ਧਨਵਾਨ ਹੈ, ਤੇਰੇ ਕੋਲ ਧਨ ਪਦਾਰਥ ਨੇ, ਬੈਂਕ ਬੈਲੈਂਸ ਵੱਡਾ ਹੈ, ਮਕਾਨ ਤੇਰੇ ਕੋਲ ਕੀਮਤੀ ਹੈ, ਤੇਰੇ ਕੋਲ ਸੋਨਾ ਚਾਂਦੀ ਹੈ ਜਾਂ ਪ੍ਰਾਪਰਟੀ ਹੈ, ਤਾਂ ਉਹ ਤੇਰੀ ਹੈ, ਲੇਕਿਨ ਇਹਦਾ ਮਾਣ ਨਾ ਕਰ, ਤੇ ਮਾਣ ਕਰਕੇ ਕਿਸੇ ਗਰੀਬ ਦਾ ਹਾਸਾ ਨਾ ਉਡਾ, ਕਿਸੇ ਗਰੀਬ ਤੇ ਹੱਸ ਨਾ। ਰੰਕ ਨਾ ਹਸੀਏ ਕੋਈ। ਜੇ ਤੂੰ ਕੀਮਤੀ ਪੈਂਟ ਕੋਟ ਪਾਏ ਨੇ ਤੇ ਜੇ ਕਿਸੇ ਗਰੀਬ ਦੇ ਕੋਲ ਪਾਉਣ ਲਈ ਪਾਟਾ ਹੋਇਆ ਪਜਾਮਾ ਹੈ ਤੇ ਉਹਦੇ ਪਾਟੇ ਪਜਾਮੇ ਤੇ ਹੱਸਣਾ, ਤੇ ਉਹਨੂੰ ਆਪਣੀ ਪੈਂਟ ਸ਼ਰਟ ਦੇ ਕੀਮਤੀ ਕੱਪੜੇ ਵਿਖਾ ਕੇ ਉਹਦੇ ਅੰਦਰ ਹੀਨ ਭਾਵਨਾ ਪੈਦਾ ਨਾ ਕਰ, ਅਹੰਕਾਰ ਨਾ ਕਰ, ਕਿਸੇ ਦਾ ਮਜ਼ਾਕ ਨਾ ਉਡਾ। ਅਮੀਰ ਹੋਣਾ ਬਿਲਕੁਲ ਵੀ ਮਾੜਾ ਨਹੀਂ ਹੈ। ਗੱਲ ਇਹ ਹੈ ਕਿ ਕੋਈ ਬੰਦਾ ਅਮੀਰ ਹੋਇਆ ਕਿਵੇਂ ਹੈ, ਡਿਪੈਂਡ ਉਹ ਚੀਜ਼ ਕਰੇਗੀ ਕਿ ਉਹ ਠੱਗੀਆਂ ਮਾਰੀਆਂ ਨੇ, ਬੇਗਾਨੇ ਹੱਕ ਖਾਦੇ ਨੇ, ਜਾਂ ਕਿ ਦਸਾਂ ਨਵਾਂ ਦੀ ਕਿਰਤ ਕਰਕੇ ਇਮਾਨਦਾਰੀ ਦੇ ਨਾਲ ਅੱਗੇ ਵਧਿਆ ਹੈ। ਜੇ ਇਮਾਨਦਾਰੀ ਦੇ ਨਾਲ ਅੱਗੇ ਬੰਦਾ ਵਧ ਰਿਹਾ ਹੈ ਤਾਂ ਹਰ ਇੱਕ ਦਾ ਹੱਕ ਹੈ, ਹਰ ਇੱਕ ਦਾ ਫਰਜ਼ ਹੈ। ਲੇਕਿਨ ਫਿਰ ਵੀ ਮਾਣ ਕਰਨਾ ਔਰ ਦੂਜਿਆਂ ਨੂੰ ਗਰੀਬੀ ਦਾ ਅਹਿਸਾਸ ਕਰਾਉਣਾ ਔਰ ਕਿਸੇ ਦੇ ਅੰਦਰ ਹੀਨ ਭਾਵਨਾ ਪ੍ਰਗਟ ਕਰਨੀ, ਇਹ ਕਦੇ ਵੀ ਠੀਕ ਨਹੀਂ ਹੈ। ਕਬੀਰ ਜੀ ਕਹਿੰਦੇ ਨੇ ਇਹ ਗਲਤ ਹੈ। ਜੇ ਤੇਰੇ ਕੋਲ 4 ਪੈਸੇ ਨੇ ਔਰ ਕੋਈ ਕੰਗਾਲ ਹੋ ਗਿਆ
ਤਾਂ ਉਹਦਾ ਮਜ਼ਾਕ ਨਾ ਉਡਾ। ਕਾਰਨ, ਅਜਹੋਂ ਸੁਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਜੇ ਕਿਸੇ ਦੀ ਕਿਸ਼ਤੀ ਡੁੱਬ ਰਹੀ ਹੈ ਤਾਂ ਉਹਦੀ ਡੁੱਬਦੀ ਹੋਈ ਕਿਸ਼ਤੀ ਨੂੰ ਵੇਖ ਕੇ ਹੱਸ ਨਾ। ਜੇ ਤੂੰ ਹੈਲਪ ਕਰ ਸਕਣਾ ਠੀਕ ਹੈ, ਬਚਾਉਣ ਦਾ ਯਤਨ ਕਰ, ਪਰ ਜੇ ਬਚਾ ਨਹੀਂ ਸਕਦਾ ਤਾਂ ਫਿਰ ਹੱਸ ਨਾ, ਮਜ਼ਾਕ ਨਾ ਉਡਾ। ਕਿਉਂਕਿ ਹਾਲੇ ਤੇਰੀ ਆਪਣੀ ਕਿਸ਼ਤੀ ਵੀ ਸਮੁੰਦਰ ਵਿੱਚ ਹੈ। ਕੀ ਪਤਾ ਅਗਲੀਆਂ ਛੱਲਾਂ ਤੇਰੀ ਕਿਸ਼ਤੀ ਨੂੰ ਡੋਬ ਦੇਣ। ਅਜਹੋਂ ਸੁਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਕੀ ਪਤਾ ਕੀ ਹੋ ਜਾਏ, ਅਗਲੀ ਲਹਿਰ ਐਸੀ ਆਏ ਕਿ ਤੇਰੀ ਕਿਸ਼ਤੀ ਨੂੰ ਡੋਬ ਦੇਵੇ। ਹੁਣ ਗਰੀਬ ਹੁੰਦਿਆਂ ਕੋਈ ਦੇਰ ਥੋੜਾ ਲੱਗਦੀ ਹੈ। ਦੇਖੋ ਇਸ ਕਰੋਨਾ ਦੇ ਵਿੱਚ ਹੀ ਕਿੰਨੇ ਸਾਰੇ ਲੋਕ ਆਰਥਿਕ ਤੌਰ ਤੇ ਪਛੜ ਗਏ। ਇੱਕ ਪਲ ਹੀ ਲੱਗਦਾ ਨਾ। ਕਈ ਵਾਰ ਐਸਾ ਹੁੰਦਾ ਹੈ ਕਿ ਕੋਈ ਦੁਕਾਨਾਂ ਜਿਹੜੀਆਂ ਨੇ ਬਹੁਤ ਚੰਗੀਆਂ ਚੱਲ ਰਹੀਆਂ ਹੁੰਦੀਆਂ ਨੇ, ਲੇਕਿਨ ਹੁੰਦਾ ਕੀ ਹੈ ਕਿ ਉੱਥੇ ਸਰਕਾਰ ਵੱਲੋਂ ਜਿਹੜੇ ਹੈ ਪੁਲ ਬਣ ਜਾਂਦਾ ਹੈ ਉੱਚਾ, ਟ੍ਰੈਫਿਕ ਉੱਤੋਂ ਦੀ ਲੰਘ ਜਾਂਦੀ ਹੈ ਤੇ ਉਹ ਜਿਹੜੀਆਂ ਦੁਕਾਨਾਂ ਨੇ ਉਹ ਬੇਕਾਰ ਹੋ ਜਾਂਦੀਆਂ ਨੇ। ਉੱਥੇ ਜਿਹੜੇ ਗਾਹਕ ਆਉਂਦੇ ਸਨ ਉਹ ਆਉਂਦੇ ਨਹੀਂ, ਉਹ ਦੁਕਾਨਾਂ ਦੂਜੇ ਪਾਸੇ ਚੱਲ ਜਾਂਦੀਆਂ ਨੇ। ਪਰ ਲੱਗਦਾ ਨਾ ਹੁੰਦਾ ਇਸ ਤਰ੍ਹਾਂ ਵਪਾਰ ਬੜਾ ਚੰਗਾ ਚੱਲ ਰਿਹਾ ਹੈ, ਲੇਕਿਨ ਚਲਦਿਆਂ ਚਲਦਿਆਂ ਕੋਈ ਐਸੀ ਪ੍ਰੋਬਲਮ ਆਉਂਦੀ ਹੈ ਕਿ ਬੰਦਾ ਜਿਹੜਾ ਹੈ ਕੰਗਾਲ ਹੋ ਜਾਂਦਾ ਹੈ। ਤਾਂ ਗਰੀਬੀ ਆਉਂਦਿਆਂ ਕੋਈ ਦੇਰ ਥੋੜਾ ਲੱਗਦੀ। ਇਸ ਲਈ ਕੱਲ ਨੂੰ ਤੇਰੇ ਤੇ ਵੀ ਹਾਲਾਤ ਆ ਸਕਦੀ ਹੈ। ਤਾਂ ਕਿਸੇ ਦੇ ਉੱਤੇ ਆਪਣਾ ਮਾਣ ਨਾ ਕਰ, ਕਿਸੇ ਗਰੀਬ ਦਾ ਮਜ਼ਾਕ ਨਾ ਉਡਾ। ਜੇ ਤੂੰ ਹੈਲਪ ਨਹੀਂ ਕਰ ਸਕਦਾ ਤਾਂ ਘੱਟ ਤੋਂ ਘੱਟ ਉਹਦਾ ਮਜ਼ਾਕ ਨਾ ਉਡਾ, ਹੰਕਾਰ ਨਾ ਕਰ। ਇਹ ਕੰਡੀਸ਼ਨ ਕਿਸੇ ਤੇ ਵੀ ਆ ਸਕਦੀ ਹੈ। ਕਬੀਰ ਗਰਬ ਨਾ ਕੀਜੀਏ, ਦੇਹੀ ਦੇਖ ਸੁਰੰਗ। ਸੁਰੰਗ ਦਾ ਮਤਲਬ ਸੋਹਣੇ ਰੰਗਾਂ ਵਾਲੀ, ਸੁੰਦਰ। ਕਬੀਰ ਜੀ ਕਹਿੰਦੇ ਨੇ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਦੇਖੋ ਸੁੰਦਰਤਾ, ਕਰੂਪਤਾ, ਰੂਪ ਔਰ ਕਰੂਪ ਇਹ ਸਾਡੇ ਆਪਣੇ ਮਿੱਥੇ ਹੋਏ ਨੇ ਕਿ ਅਸੀਂ ਕਿਹਨੂੰ ਸੁੰਦਰ ਕਵਾਂਗੇ ਔਰ ਕਿਹਨੂੰ ਅਸੀਂ ਅਸੁੰਦਰ ਕਹਾਂਗੇ। ਇਹ ਸਾਡੀਆਂ ਆਪਣੀਆਂ ਮਨੌਤਾਂ ਨੇ। ਪਰ ਫਿਰ ਵੀ ਜਿਹੜੀ ਸਾਡੀ ਮਨੌਤ ਹੈ, ਜਿਹਨੂੰ ਅਸੀਂ ਸੁੰਦਰ ਔਰ ਅਸੁੰਦਰ ਬਣਾ ਬੈਠੇ ਹਾਂ ਕਿ ਇਹੋ ਜਿਹਾ ਬੰਦਾ ਸੋਹਣਾ ਹੁੰਦਾ ਹੈ ਤੇ ਇਹੋ ਜਿਹਾ ਬੰਦਾ ਕੋਝਾ ਹੁੰਦਾ ਹੈ। ਜੇ ਤੈਨੂੰ ਸੁੰਦਰ ਸਰੀਰ ਮਿਲਿਆ ਹੈ ਤਾਂ ਇਹਦਾ ਮਾਣ ਨਾ ਕਰ ਔਰ ਕਿਸੇ ਦਾ ਮਜ਼ਾਕ ਨਾ ਉਡਾ। ਕਿਉਂਕਿ ਆਜ ਕਾਲ ਤਜ ਜਾਹੋਗੇ, ਜਿਉ ਕਾਂਚੁਰੀ ਭੁਜੰਗ। ਕਾਂਚੁਰੀ ਦਾ ਮਤਲਬ ਹੁੰਦਾ ਕੁੰਜ, ਭੁਜੰਗ ਦਾ ਮਤਲਬ ਸੱਪ। ਹੁਣ ਜਿਵੇਂ ਸੱਪ ਦੇ ਉੱਤੇ ਕੁੰਜ ਆਈ ਹੁੰਦੀ ਹੈ ਨਾ, ਤੇ ਕੁੰਜ ਇਹ ਮਾਣ ਕਰੇ ਕਿ ਮੇਰੇ ਕਰਕੇ ਸੱਪ ਦੀ ਵੈਲਿਊ ਹੈ, ਲੇਕਿਨ ਸੱਪ ਜਿਹੜਾ ਹੈ ਉਸ ਕੁੰਜ ਨੂੰ ਲਾ ਦਿੰਦਾ ਹੈ ਤੇ ਸੱਪ ਦੇ ਵਿੱਚੋਂ ਨਿਕਲ ਕੇ ਚਲਾ ਜਾਂਦਾ ਹੈ ਤੇ ਕੁੰਜ ਐਵੇਂ ਪਈ ਰਹੀ ਜਾਂਦੀ, ਰੁਲਦੀ ਰਹਿੰਦੀ। ਉਹ ਕੁੰਜ ਦੀ ਕੋਈ ਵੈਲਿਊ ਨਾ ਹੋਈ, ਕੁੰਜ ਦੀ ਕੋਈ ਵੈਲਿਊ ਨਾ ਹੋਈ। ਕਬੀਰ ਜੀ ਕਹਿੰਦੇ ਨੇ ਇਸੇ ਤਰ੍ਹਾਂ ਅੱਜ ਜਾਂ ਕੱਲ ਇਹ ਸਰੀਰ ਨੂੰ ਛੱਡ ਜਾਓਗੇ, ਸਰੀਰ ਨੇ ਮ੍ਰਿਤਕ ਹੋ ਜਾਣਾ ਹੈ ਤੇ ਫਿਰ ਮਾਣ ਕਾਹਦਾ। ਕੁੰਜ ਦੀ ਤਰ੍ਹਾਂ ਪਿਆ ਰਹਿਣਾ। ਜਿਹਨੂੰ ਤੂੰ ਬੜੇ ਪਿਆਰ ਦੇ ਨਾਲ ਪਾਲਿਆ ਹੈ, ਸਰੀਰ ਨੂੰ, ਜਿਹਦੇ ਨਾਲ ਤੇਰਾ ਬੜੀਆਂ ਸਾਰੀਆਂ ਖੁਸ਼ੀਆਂ ਮਾਣੀਆਂ ਨੇ, ਜਿੰਨੇ ਵੀ ਰਿਸ਼ਤੇ ਨਾਤੇ ਨੇ। ਜੇ ਕੋਈ ਆਉਂਦਾ ਤੇਰੇ ਕੋਲ, ਤੂੰ ਉੱਠ ਕੇ ਉਹਨੂੰ ਫਤਿਹ ਬੁਲਾਉਂਦਾ ਹੈ, ਗਲਵੱਕੜੀ ਪਾਉਂਦਾ ਹੈ, ਪਿਆਰ ਦੇ ਨਾਲ ਹੱਸਦਾ ਹੈ, ਸਵੇਰੇ ਨਹਾਉਂਦਾ ਹੈ, ਕੱਪੜੇ ਬਦਲਦਾ, ਕਿੰਨਾ ਕੁਛ ਬੰਦਾ ਕਰਦਾ। ਪਰ ਇੱਕ ਦਿਨ ਐਸਾ ਆਉਣਾ ਜਦੋਂ ਇਹ ਜਾਨ ਨਿਕਲ ਗਈ, ਮੌਤ ਹੋ ਗਈ, ਤਾਂ ਫਿਰ ਅੱਗੇ ਉੱਠ ਕੇ ਨਹਾਉਂਦਾ ਸੀ, ਲੇਕਿਨ ਹੁਣ ਪਿਆ ਹੋਇਆ ਸਰੀਰ, ਕੋਈ ਨਵਾ ਦੇ ਨਾ ਨਵਾਏ, ਕੱਪੜੇ ਬਦਲਦੇ ਨਾ ਬਦਲੇ। ਅੱਗੇ ਆਉਂਦਾ ਸੀ, ਗਲਵੱਕੜੀ ਪਾ ਕੇ ਮਿਲਦਾ ਸੀ ਨਾ, ਲੇਕਿਨ ਹੁਣ ਪਿਆ ਹੋਇਆ, ਇਹਨੂੰ ਕੋਈ ਖਬਰ ਨਹੀਂ, ਕੋਈ ਸਾਰ ਨਹੀਂ। ਤੇ ਜੇ ਇਹਨੂੰ ਨਾ ਸੰਭਾਲਿਆ ਜਾਏ ਤਾਂ ਇਹਦੇ ਵਿੱਚ ਕਿਵੇਂ ਦੁਰਗੰਧ ਉੱਠੇਗੀ, ਬਦਬੂ ਉੱਠੇਗੀ, ਕੀੜੇ ਪੈਣਗੇ ਔਰ ਕਿਵੇਂ ਇਹ ਬਿਮਾਰੀ ਦਾ ਕਾਰਨ ਬਣੇਗਾ ਨਾ। ਵੈਲਿਊ ਤਾਂ ਇਹਦੀ ਆਖਿਰ ਇਹੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਆਖਿਰ ਇਹ ਸਰੀਰ ਨੇ ਖਤਮ ਹੋਣਾ ਹੈ, ਤਾਂ ਜਦੋਂ ਤੱਕ ਤੇਰਾ ਸਰੀਰ ਹੈ ਇਹਦਾ ਅਹੰਕਾਰ ਨਾ ਕਰ। ਸਰੀਰ ਦੇ ਹੁੰਦਿਆਂ, ਜੀਵਨ ਦੇ ਹੁੰਦਿਆਂ ਚੰਗੇ ਕਰਮ ਕਰ, ਪਿਆਰ ਮੁਹੱਬਤ ਦੇ ਨਾਲ ਰਹਿ, ਦੂਜਿਆਂ ਦਾ ਆਦਰ ਸਤਿਕਾਰ ਕਰ, ਦੂਜਿਆਂ ਨੂੰ ਮਾਣ ਦੇ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰ, ਤਾਂ ਤੇਰਾ ਇਹ ਜੀਵਨ ਜਿਹੜਾ ਹੈ ਸੁਖੀ ਔਰ ਸ਼ਾਂਤ ਹੋਏਗਾ। ਅਗਲਾ ਬਚਨ ਕਰਦੇ ਨੇ ਕਬੀਰ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਲੁੱਟਣਾ ਹੈ ਤਾਂ ਲੁੱਟ ਲੈ। ਹੁਣ ਕਈ ਵਾਰ ਹੁੰਦਾ ਨਾ ਵੀ ਕੋਈ ਚੀਜ਼ ਕਹਿੰਦੇ ਨੇ ਫ੍ਰੀ ਲਿਜਾਣੀ ਹੈ ਤੇ ਲੈ ਜਾਓ, ਤੇ ਜੇ ਫ੍ਰੀ ਕੋਈ ਚੀਜ਼ ਵੰਡੀ ਜਾਏ ਤੇ ਕਿਵੇਂ ਲੋਕ ਜਾਂਦੇ ਨੇ, ਕਿੰਨਾ ਦਪ ਹੁੰਦਾ ਨਾ। ਜਿਵੇਂ ਹੁਣ ਆ ਦੇਖੋ, ਕਈ ਵਾਰ ਬਾਕਸਿੰਗ ਡੇ ਤੇ ਜਾਂ ਕਿਸ ਤਰ੍ਹਾਂ ਜਦੋਂ ਸੇਲ ਲੱਗਦੀ ਹੈ
ਤਾਂ ਕਿਵੇਂ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ। ਹਾਲਾਂਕਿ 2-4 5-4 ਪਾਉਂਡ ਦਾ ਹੀ ਫਰਕ ਹੁੰਦਾ, ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ। ਹਰ ਬੰਦਾ ਚਾਹੁੰਦਾ ਨਾ ਕਿ ਮੈਨੂੰ ਸਸਤੀ ਚੀਜ਼ ਮਿਲੇ, ਤੇ ਜੇ ਕੋਈ ਚੀਜ਼ ਫ੍ਰੀ ਦੇ ਵਿੱਚ ਮਿਲਦੀ ਹੋਵੇ ਤੇ ਬੜੀ ਕੀਮਤੀ ਹੋਵੇ, ਉਹਦੇ ਵਾਸਤੇ ਤੇ ਲੋਕ ਟੁੱਟ ਕੇ ਪੈ ਜਾਂਦੇ ਨੇ ਨਾ, ਟੁੱਟ ਕੇ ਪੈ ਜਾਂਦੇ ਨੇ ਜਿਹੜੇ ਲੋਕ ਫ੍ਰੀ ਚਾਹੁੰਦੇ ਨੇ। ਤਾਂ ਹੁਣ ਜੇ ਸਮਾਂ ਲੰਘ ਜਾਏ ਤੇ ਸਮਾਂ ਲੰਘਣ ਤੋਂ ਬਾਅਦ ਫਿਰ ਬੰਦਾ ਚਾਹੇ ਤੇ ਫਿਰ ਉਹ ਅਫਸੋਸ ਕਰਦਾ, ਉਹ ਯਾਰ ਫ੍ਰੀ ਚੀਜ਼ਾਂ, ਇੰਨੀਆਂ ਚੀਜ਼ਾਂ ਫ੍ਰੀ, ਓਹੋ ਇਹ ਤੇ ਬੜਾ ਮਾੜਾ ਹੋਇਆ। ਕਦੇ ਉਸ ਬੰਦੇ ਤੋਂ ਪੁੱਛੋ ਐਸੀ ਹਾਲਾਤ ਕਿ ਜਿਹੜਾ ਭੰਡਾਰੇ ਦੇ ਵਿੱਚ ਛੋਲੇ ਪੂਰੀਆਂ ਖਾਣ ਗਿਆ ਹੋਵੇ, ਕਿਸੇ ਨੇ ਕਿਹਾ ਹੋਵੇ ਕਿ ਛੋਲੇ ਪੂਰੀਆਂ ਦਾ ਭੰਡਾਰਾ ਹੈ ਜਾਂ ਲੰਗਰ ਹੈ, ਤੇ ਛੋਲੇ ਪੂਰੀਆਂ ਦਾ ਭੰਡਾਰਾ ਖਾਣ ਗਿਆ ਹੋਵੇ, ਛੋਲੇ ਪੂਰੀਆਂ ਵੀ ਨਾ ਮਿਲਣ ਤੇ ਬਾਹਰੋਂ ਕੋਈ ਚੱਪਲ ਵੀ ਉਹਦੀ ਚੁੱਕ ਕੇ ਲੈ ਜਾਏ, ਉਹਦੀ ਕੀ ਹਾਲਾਤ ਹੋਈ। ਤਾਂ ਕਬੀਰ ਜੀ ਕਹਿੰਦੇ ਨੇ ਰੱਬ ਦੇ ਨਾਮ ਦੀ ਲੁੱਟ ਪਈ ਹੋਈ ਹੈ, ਫ੍ਰੀ ਮਿਲ ਰਹੇ ਨੇ ਰੱਬੀ ਗੁਣ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਰਾਮ ਨਾਮ ਦਾ ਮਤਲਬ ਰੱਬ ਦੇ ਜਿਹੜੇ ਗੁਣ ਨੇ, ਲੁੱਟ ਮੱਚੀ ਹੋਈ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਮਨੁੱਖਤਾ, ਇਹ ਸਾਰੇ ਗੁਣਾਂ ਦੀ ਲੁੱਟ ਪਈ ਹੋਈ ਹੈ। ਫ੍ਰੀ ਮਿਲ ਰਹੇ ਨੇ, ਲੁੱਟ ਲੈ ਜਿੰਨੇ ਲੁੱਟੇ ਜਾ ਸਕਦੇ ਨੇ, ਸਾਂਭ ਲੈ। ਲੁੱਟਣ ਦਾ ਮਤਲਬ ਸਾਂਭ ਲੈ, ਪਰ ਬੰਦਾ ਨਹੀਂ ਸਾਂਭ ਰਿਹਾ, ਫ੍ਰੀ ਚ ਮਿਲ ਰਹੇ ਨੇ। ਹੁਣ ਦੇਖੋ, ਜੇ ਅਸੀਂ ਮੁਸਕਰਾਣਾ ਹੋਵੇ ਤਾਂ ਮੁਸਕਰਾਉਣ ਲੱਗਿਆ ਕੋਈ ਕੀਮਤ ਥੋੜਾ ਲੱਗਦੀ ਹੈ। ਥੋੜਾ ਹੱਸੋ, ਥੋੜਾ ਮੁਸਕਰਾਓ, ਸਾਰਾ ਦਿਨ ਮੁਸਕਰਾਓ, ਲੇਕਿਨ ਬੰਦਾ ਨਹੀਂ ਨਾ ਮੁਸਕਰਾਉਂਦਾ। ਲੁੱਟ ਲੋ ਮੁਸਕਰਾਹਟ, ਲੁੱਟ ਲੋ ਖੁਸ਼ੀਆਂ, ਖੁਸ਼ੀਆਂ ਨੇ ਚਾਰ ਚੁਫੇਰੇ। ਸੱਚ ਬੋਲੋ ਜਿੰਨਾ ਮਰਜ਼ੀ, ਸਾਂਭ ਲਓ ਸੱਚ ਨੂੰ, ਦਇਆ ਨੂੰ ਸਾਂਭ ਲਓ, ਨਿਰਭੈਤਾ ਨੂੰ ਸਾਂਭ ਲਓ। ਲੁੱਟ ਮੱਚੀ ਹੋਈ ਹੈ, ਫ੍ਰੀ ਮਿਲ ਰਿਹਾ ਹੈ। ਪਰ ਕਬੀਰ ਜੀ ਕਹਿੰਦੇ ਨੇ ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ। ਜਦੋਂ ਸਰੀਰ ਚੋਂ ਜਿੰਦ ਨਿਕਲ ਜਾਂਦੀ, ਫਿਰ ਬੰਦਾ ਅਫਸੋਸ ਕਰਦਾ ਨਾ ਅਖੀਰ। ਬੰਦੇ ਦੇ ਕੋਲ ਬਹੁਤ ਕੀਮਤੀ ਖਜ਼ਾਨਾ ਲੁੱਟਿਆ ਜਾ ਰਿਹਾ ਹੋਵੇ ਤੇ ਉਹ ਉਸ ਸਮੇਂ ਨਾ ਉੱਥੋਂ ਕੁਝ ਚੀਜ਼ ਲਵੇ ਔਰ ਬਾਅਦ ਦੇ ਅੰਦਰ ਪਛਤਾਉਂਦਾ ਹੈ। ਹੁਣ ਪ੍ਰਾਣ ਜਾਹੇਂਗੇ ਛੂਟ ਦਾ ਮਤਲਬ ਜੋ ਤੇਰੀ ਜਾਨ ਨਿਕਲ ਗਈ, ਤੇਰੀ ਮੌਤ ਹੋ ਗਈ। ਹੁਣ ਮਰਨ ਤੋਂ ਬਾਅਦ ਤੇ ਬੰਦਾ ਨਹੀਂ ਨਾ ਪਛਤਾਉਂਦਾ, ਕਿਉਂਕਿ ਮਾਰੀ ਗਿਆ ਤੇ ਪਛਤਾਵਾ ਹੁਣ ਕਾਹਦਾ। ਇੱਥੇ ਪ੍ਰਾਣ ਨਿਕਲਣ ਦਾ ਮਤਲਬ ਹੈ ਆਤਮਿਕ ਮੌਤ ਹੋ ਜਾਣਾ। ਕਿ ਸਤ, ਸੰਤੋਖ, ਦਇਆ, ਧਰਮ ਦੀ ਲੁੱਟ ਮੱਛੀ ਪਈ ਹੈ। ਜਿੰਨੀ ਚਾਹੋ ਚੰਗੀ ਜ਼ਿੰਦਗੀ ਜੀ ਸਕਦੇ ਹੋ, ਜੀਓ, ਇਹਨਾਂ ਗੁਣਾਂ ਨੂੰ ਸਾਂਭੋ। ਪਰ ਜੇ ਟਾਈਮ ਕੱਢ ਲਿਆ, ਗੁਣਾਂ ਵਾਲੀ ਜ਼ਿੰਦਗੀ ਨਾ ਜੀਵੀ, ਔਗਣਾਂ ਦੇ ਵਿੱਚ ਖਚਤ ਰਹੇ, ਅੰਦਰੋਂ ਇਨਸਾਨੀਅਤ ਮਰ ਗਈ, ਆਤਮਿਕ ਮੌਤ ਹੋ ਗਈ, ਦੁੱਖ ਸਹਿੜ ਲੈ, ਤੇ ਫਿਰ ਪਛਤਾਓਗੇ ਨਾ। ਫਿਰ ਤਾਂ ਜ਼ਿੰਦਗੀ 'ਚ ਪਛਤਾਵਾ ਹੀ ਰਹਿ ਜਾਣਾ। ਜੇ ਬੰਦਾ ਉੱਚਾ ਆਚਰਣ ਬਣਾਉਣ ਦੀ ਬਜਾਏ ਆਚਰਣ ਤੋਂ ਗਿਰ ਜਾਏ ਤੇ ਆਚਰਣ ਤੋਂ ਗਿਰਨ ਕਰਕੇ ਫਿਰ ਇਸ ਸਮਾਜ ਵਿੱਚ ਮਸ਼ਹੂਰੀ ਹੋ ਜਾਏ ਕਿ ਬੰਦਾ ਆਚਰਣਹੀਨ ਹੈ, ਬੇਈਮਾਨ ਹੈ, ਤੇ ਫਿਰ ਉਹਦਾ ਕੋਈ ਵਿਸ਼ਵਾਸ ਹੀ ਨਾ ਕਰੇ, ਫਿਰ ਪਛਤਾਵਾ ਹੀ ਰਹਿ ਜਾਂਦਾ। ਕਈ ਵਾਰ ਅਸੀਂ ਦੇਖਦੇ ਹਾਂ ਕਿੰਨੀ ਸੋਹਣੀ ਜ਼ਿੰਦਗੀ ਹੈ ਪਤੀ ਪਤਨੀ ਦੀ, ਲੇਕਿਨ ਉਹਨਾਂ ਦੋਵਾਂ ਦੇ ਵਿੱਚੋਂ ਕੋਈ ਇੱਕ ਗਲਤੀ ਕਰ ਬੈਂਦਾ ਹੈ, ਕੋਈ ਵੱਡੀ ਗਲਤੀ ਕਰ ਬੈਂਦਾ ਹੈ, ਤੇ ਫਿਰ ਆਖਿਰ ਤਲਾਕ ਹੋ ਜਾਂਦੀ ਹੈ, ਤੇ ਫਿਰ ਪੱਲੇ ਪਛਤਾਵਾ ਹੀ ਰਹਿ ਜਾਂਦਾ ਨਾ। ਕਿਉਂਕਿ ਸ਼ੁਭ ਗੁਣ ਲੁੱਟੇ ਜਾ ਸਕਦੇ ਸੀ ਫ੍ਰੀ ਵਿੱਚ, ਪਰ ਨਹੀਂ ਨਾ ਲੁੱਟੇ। ਪ੍ਰੇਮ ਨਾਲ ਜੀਵਿਆ ਜਾ ਸਕਦਾ ਸੀ, ਪਰ ਨਹੀਂ ਜੀਵੇ। ਬੱਚਿਆਂ ਮਾਪਿਆਂ ਦਾ ਇਹ ਹਾਲ ਹੈ, ਭਰਾਵਾਂ ਭੈਣਾਂ ਦਾ ਇਹ ਹਾਲ ਹੈ, ਮਿੱਤਰਤਾ ਦਾ ਹਾਲ ਹੈ। ਕਿਵੇਂ ਰਿਸ਼ਤੇ ਬਿਖਰ ਗਏ ਨੇ ਤੇ ਜ਼ਿੰਦਗੀ 'ਚ ਰਹਿ ਗਿਆ ਪਛਤਾਵਾ। ਮਿੱਤਰਤਾਵਾਂ ਵਿੱਚ ਦਰਾਰਾਂ ਪੈ ਗਈਆਂ, ਜ਼ਿੰਦਗੀ 'ਚ ਰਹਿ ਗਿਆ ਪਛਤਾਵਾ, ਤੇ ਫਿਰ ਉਹ ਬੀਤਿਆ ਸਮਾਂ ਹੱਥ ਨਹੀਂ ਆਉਂਦਾ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਜੇ ਆਤਮਿਕ ਮੌਤ ਹੋ ਗਈ, ਜਦੋਂ ਇਨਸਾਨੀਅਤ ਮਰ ਗਈ, ਤੇ ਫਿਰ ਪਛਤਾਓਗੇ, ਫਿਰ ਪਛਤਾਉਣ ਦਾ ਕੋਈ ਲਾਭ ਨਹੀਂ ਹੋਣਾ, ਤੇ ਉਹ ਸਮੇਂ ਨੇ ਵਾਪਸ ਨਹੀਂ ਆਉਣਾ। ਤੇ ਸ਼ੁਭ ਗੁਣਾਂ ਦੀ ਲੁੱਟ ਹਰ ਟਾਈਮ ਮੱਚੀ ਹੋਈ ਹੈ। ਜਦੋਂ ਮਰਜ਼ੀ ਲੁੱਟ ਲਓ, ਜਿੰਨੇ ਮਰਜ਼ੀ ਲੁੱਟ ਲਓ, ਜਿੰਨੇ ਮਰਜ਼ੀ ਲੁੱਟਣ ਦਾ ਮਤਲਬ ਸਾਂਭ ਲਓ, ਤੁਹਾਡੇ ਨੇ, ਫ੍ਰੀ ਨੇ। ਪੰਡਾ ਮੰਨ ਲਓ ਗੁਣਾਂ ਦੀਆਂ, ਸੱਚ ਦੀਆਂ, ਪ੍ਰੇਮ ਦੀਆਂ, ਦਇਆ ਦੀਆਂ, ਧਰਮ ਦੀਆਂ, ਇਨਸਾਨੀਅਤ ਦੀਆਂ, ਚੰਗੇ ਮਿਲਵਰਤਨ ਦੀਆਂ, ਸ਼ੁਭ ਬੋਲਾਂ ਦੀਆਂ, ਮਿੱਠੇ ਬੋਲਾਂ ਦੀਆਂ, ਪਰਉਪਕਾਰਾਂ ਦੀਆਂ। ਪੰਡਾ ਨੇ ਮਰਜ਼ੀ ਲੁੱਟ ਲਓ, ਫ੍ਰੀ ਨੇ। ਲੇਕਿਨ ਬੰਦਾ ਨਹੀਂ ਲੁੱਟ ਰਿਹਾ, ਤੇ ਫਿਰ ਆਖਿਰ ਕੀ ਹੁੰਦਾ ਹੈ? ਆਖਿਰ ਜ਼ਿੰਦਗੀ ਦੇ ਵਿੱਚ ਰਹਿ ਜਾਂਦਾ ਹੈ ਪਛਤਾਵਾ।
ਜਦੋਂ ਔਗਣਾਂ ਨੂੰ ਅਸੀਂ ਲੁੱਟਦੇ ਹਾਂ, ਝੂਠ ਬੋਲਦੇ ਹਾਂ, ਈਰਖਾ ਕਰਦੇ ਹਾਂ, ਰਿਸ਼ਤੇ ਨਾਤੇ ਟੁੱਟ ਜਾਂਦੇ ਨੇ, ਜ਼ਿੰਦਗੀ ਅੰਦਰ ਫੇਲ ਹੋ ਜਾਂਦੇ ਆ, ਦੁੱਖ ਪੈਦਾ ਹੁੰਦੇ ਨੇ ਤੇ ਫਿਰ ਅਖੀਰ ਪਛਤਾਵਾ ਹੁੰਦਾ ਹੈ। ਤਾਂ ਕਬੀਰ ਜੀ ਸਾਨੂੰ ਐਸੀ ਚੇਤਾਵਨੀ ਦੇ ਰਹੇ ਨੇ ਕਿ ਪਿਆਰਿਓ, ਜ਼ਿੰਦਗੀ ਵਿੱਚ ਪਛਤਾਣਾ ਨਾ ਪਵੇ। ਚੌਗਿਰਦੇ ਵੱਲ ਵੇਖੋ, ਕਿੰਨੇ ਲੋਕ ਅੱਜ ਪਛਤਾ ਰਹੇ ਨੇ ਕਿਉਂਕਿ ਉਹਨਾਂ ਨੇ ਸ਼ੁਭ ਗੁਣਾਂ ਦੀ ਲੁੱਟ ਦੇ ਅੰਦਰ ਹਿੱਸਾ ਨਹੀਂ ਲਿਆ, ਸ਼ੁਭ ਗੁਣਾਂ ਦੇ ਧਾਰਨੀ ਨਹੀਂ ਹੋਏ। ਤਾਂ ਪਾਰੋਸੀ ਕਹਿ ਜੋ ਹੁਆ ਤੂੰ ਆਪਣੇ ਪੀਜਾਨ, ਤੇਰੇ ਘਰ ਵਿੱਚ ਵੀ ਇਹ ਕੁਛ ਵਾਪਰੇਗਾ ਜੇ ਤੂੰ ਸ਼ੁਭ ਗੁਣਾਂ ਨੂੰ ਨਾ ਲੁੱਟੇਗਾ। ਅਗਲਾ ਬਚਨ ਕਰਦੇ ਨੇ ਕਬੀਰ, ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ। ਇਹਨੂੰ ਆਪਣੇ ਨਹੀਂ ਪੜਨਾ, ਆਪਣੇ ਦਲਾਵਾਂ, ਲਾਵੇ ਨਹੀਂ ਪੜਨਾ, ਲਾਵੇ। ਪਾਂਚੋਂ ਲੜਕਾ ਜਾਰ ਕਹਿ, ਲੜਕਾ ਨਹੀਂ ਪੜਨਾ, ਰਾਰੇ ਨਾਲ ਥੋੜੀ ਜੀ ਸਿਹਾਰੀ ਦੀ ਆਵਾਜ਼ ਆਏਗੀ। ਪਾਂਚੋਂ ਲੜਕਾ ਜਾਰ ਕਹਿ, ਰਹਿ ਰਾਮ ਲਿਵ ਲਾਗ। ਕਬੀਰ ਜੀ ਕਹਿੰਦੇ ਨੇ ਕਿ ਕੋਈ ਨਾ ਜਨਮਿਓ ਦਾ ਮਤਲਬ ਕੋਈ ਨਹੀਂ ਜੰਮਿਆ, ਯਾਨੀ ਕੋਈ ਵਿਰਲਾ ਹੁੰਦਾ ਹੈ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ ਔਰ ਆਪਣੇ 5 ਮੁੰਡੇ ਸਾੜ ਕੇ ਤੇ ਰੱਬ ਦੇ ਨਾਲ ਲਿਵ ਲਾ ਲੈ। ਇਹੋ ਜਿਹਾ ਕੋਈ ਵਿਰਲਾ ਹੁੰਦਾ ਹੈ। ਹੁਣ ਇੱਥੇ ਘਰ ਕਿਹੜਾ ਹੈ ਜਿਹੜਾ ਸਾੜਨਾ ਹੈ ਤੇ 5 ਲੜਕੇ ਕਿਹੜੇ ਨੇ? ਕਬੀਰ, ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਜੋ ਆਪਣੇ ਘਰ ਨੂੰ ਅੱਗ ਲਾਏ। ਇਹਦਾ ਮਤਲਬ ਜੋ ਆਪਣਤ ਨੂੰ ਸਾੜੇ, ਮੋਹ ਨੂੰ ਸਾੜੇ, ਮਮਤਾ ਨੂੰ ਸਾੜੇ, ਸੈਲਫਿਸ਼ਨੈਸ ਨੂੰ ਸਾੜੇ, ਮੇਰ ਤੇਰੇ ਦੇ ਵਿਤਕਰਿਆਂ ਨੂੰ ਸਾੜੇ ਕਿ ਇਹ ਮੇਰਾ ਹੈ, ਇਹ ਤੇਰਾ ਹੈ। ਹਰ ਚੀਜ਼ ਦੇ ਉੱਤੇ ਆਪਣਾ ਕਬਜ਼ਾ ਜਮਾਨ ਦੀ ਭਾਵਨਾ ਕਿ ਹਰ ਚੀਜ਼ ਮੇਰੀ ਹੀ ਹੋ ਜਾਏ, ਜੋ ਚੀਜ਼ ਹੈ ਮੈਨੂੰ ਹੀ ਮਿਲੇ। ਇਹੋ ਜਿਹਾ ਕੋਈ ਵਿਰਲਾ ਮਨੁੱਖ ਹੁੰਦਾ ਹੈ ਜਿਹੜਾ ਆਪਣਤ ਨੂੰ ਪਹਿਲਾਂ ਖਤਮ ਕਰੇ, ਜਿਹੜਾ ਸਰੀਰਕ ਮੋਹ ਨੂੰ ਸਾੜੇ। ਇਹੋ ਜਿਹਾ ਦੁਨੀਆ ਦੇ ਵਿੱਚ ਕੋਈ ਵਿਰਲਾ ਮਿਲਦਾ ਹੈ, ਕਿਉਂਕਿ ਆਪਣਤ ਸਾੜਾਂਗੇ, ਮੋਹ ਨੂੰ ਖਤਮ ਕਰਾਂਗੇ, ਸੈਲਫਿਸ਼ਨੈਸ ਮੁੱਕੇਗੀ, ਤਾਂ ਹੀ ਅੱਗੇ ਅਸੀਂ ਕਦਮ ਧਰ ਪਾਵਾਂਗੇ। ਪਾਂਚੋਂ ਲੜਕਾ ਜਾਰ ਕਹਿ, ਪਾਂਚੋਂ ਲੜਕਾ ਦਾ ਮਤਲਬ ਜਿਹੜੇ ਪੰਜੇ ਲੜਕੇ ਨੇ ਮਾਇਆ ਦੇ ਪੁੱਤਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਰਹਿ ਰਾਮ ਲਿਵ ਲਾਗ, ਲਿਵ ਦਾ ਮਤਲਬ ਲਗਨ, ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ, ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ, ਉਹਦੇ ਨਾਲ ਆਪਣੀ ਲਗਨ ਲਾ ਲਵੇ, ਗੁਣਾਂ ਦੇ ਨਾਲ ਲਗਨ ਲਾ ਲਵੇ, ਰੱਬੀ ਰਜਾ ਦੇ ਅੰਦਰ ਤੁਰੇ। ਇਹੋ ਜਿਹੇ ਕੋਈ ਵਿਰਲੇ ਇਨਸਾਨ ਨੇ ਜੋ ਆਪਣੀ ਜ਼ਿੰਦਗੀ ਚੋਂ ਆਪਣਤ ਨੂੰ, ਹਉਮੈ ਨੂੰ ਔਰ ਮੋਹ ਆਦਿਕ ਨੂੰ ਖਤਮ ਕਰਦੇ ਨੇ, ਕਾਮ, ਕ੍ਰੋਧ, ਲੋਭ, ਮੋਹ ਨੂੰ ਸਾੜਦੇ ਨੇ, ਇਹਨਾਂ ਨੂੰ ਮੁਕਾਉਂਦੇ ਨੇ ਔਰ ਰੱਬੀ ਲਿਵ ਆਪਣੇ ਅੰਦਰ ਪੈਦਾ ਕਰਦੇ ਨੇ। ਲਿਵ ਦਾ ਮਤਲਬ ਸਮਾਧੀ ਲਾਣੀ ਨਹੀਂ ਹੈ, ਲਿਵ ਦਾ ਮਤਲਬ ਲਗਨ। ਕਿਉਂਕਿ ਆਮ ਬੰਦੇ ਦੀ ਲਗਨ ਹੈ ਨਾ, ਕਿਸੇ ਨੂੰ ਝੂਠ ਬੋਲਣ ਦੀ ਲਗਨ ਹੈ, ਕਿਸੇ ਨੂੰ ਪਾਪ ਕਮਾਉਣ ਦੀ ਲਗਨ ਹੈ, ਕਿਸੇ ਨੂੰ ਨਸ਼ਿਆਂ ਦੀ ਲਗਨ ਹੈ, ਕਿਸੇ ਨੂੰ ਚੁਗਲੀਆਂ ਦੀ ਲਗਨ ਹੈ, ਕਈਆਂ ਨੂੰ ਸੱਚ ਦੀ ਲਗਨ ਹੈ, ਪ੍ਰੇਮ ਦੀ ਲਗਨ ਹੈ, ਦਇਆ ਦੀ ਲਗਨ ਹੈ। ਲਗਨ ਹੈ ਨਾ ਆਪਣੀ। ਤਾਂ ਕਬੀਰ ਜੀ ਕਹਿੰਦੇ ਨੇ ਇਹਨਾਂ 5 ਵਿਕਾਰਾਂ ਨੂੰ ਸਾੜੇ ਔਰ ਰੱਬੀ ਗੁਣਾਂ ਦੀ ਲਗਨ ਆਪਣੀ ਜ਼ਿੰਦਗੀ ਦੇ ਅੰਦਰ ਪੈਦਾ ਕਰੇ। ਐਸੇ ਕੁਛ ਵਿਰਲੇ ਇਨਸਾਨ ਹੁੰਦੇ ਨੇ, ਇਹੋ ਜਿਹੇ ਵਿਰਲੇ ਵਿਰਲੇ ਬੰਦੇ ਹੁੰਦੇ ਨੇ। ਤਾਂ ਦੇਖੋ, ਐਸੇ ਵਿਰਲਿਆਂ ਦੇ ਵਿੱਚ ਮੈਂ ਵੀ ਆ ਸਕਣਾ, ਤੁਸੀਂ ਵੀ ਆ ਸਕਦੇ ਹੋ। ਕਿਸੇ ਤੇ ਬੈਨ ਨਹੀਂ ਹੈ, ਕਿਸੇ ਤੇ ਬੈਨ ਨਹੀਂ। ਹਰ ਬੰਦਾ ਅਵਗੁਣਾਂ ਨੂੰ ਛੱਡ ਕੇ ਗੁਣਾਂ ਦੀ ਲਗਨ ਲਾ ਸਕਦਾ ਹੈ ਆਪਣੀ ਜ਼ਿੰਦਗੀ ਦੇ ਅੰਦਰ। ਤਾਂ ਇੱਥੋਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਪਿਆਰਿਓ, ਸੈਲਫਿਸ਼ਨੈਸ ਨੂੰ ਖਤਮ ਕਰੋ, ਮੋਹ ਨੂੰ ਖਤਮ ਕਰੋ ਔਰ ਜਿਹੜੇ ਆ 5 ਵਿਕਾਰ ਨੇ ਇਹਨਾਂ ਨੂੰ ਖਤਮ ਕਰਕੇ ਆਪਣੀ ਜ਼ਿੰਦਗੀ ਦੇ ਅੰਦਰ ਰੱਬੀ ਗੁਣਾਂ ਦੀ ਲਗਨ ਪੈਦਾ ਕਰੋ। ਕਿਉਂਕਿ ਜੇ ਹਰ ਇਨਸਾਨ ਕਾਮ, ਕ੍ਰੋਧ, ਲੋਭ, ਮੋਹ ਦੇ ਅੰਦਰ ਖਚਤ ਰਹੇਗਾ ਤਾਂ ਆਪ ਵੀ ਦੁਖੀ ਹੋਏਗਾ, ਦੂਜਿਆਂ ਲਈ ਵੀ ਦੁੱਖ ਪੈਦਾ ਕਰੇਗਾ। ਜਿਸ ਬੰਦੇ ਦੀ ਜ਼ਿੰਦਗੀ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਹੋਣਗੇ, ਉਹ ਆਪ ਵੀ ਸੁਖੀ ਰਹੇਗਾ ਔਰ ਦੂਜਿਆਂ ਵਾਸਤੇ ਵੀ ਸੁਖ ਪੈਦਾ ਕਰੇਗਾ। ਜੇ ਹਰ ਇਨਸਾਨ ਦੀ ਭਾਵਨਾ ਐਸੀ ਬਣ ਜਾਏ ਤਾਂ ਇਸ ਦੁਨੀਆ ਦੇ ਅੰਦਰ ਸੁਖ ਪੈਦਾ ਹੋ ਸਕਦੇ ਨੇ, ਇਹ ਸਮਾਜ ਸਵਰਗ ਹੋ ਸਕਦਾ ਹੈ। ਅਗਲਾ ਬਚਨ ਭਗਤ ਕਬੀਰ ਜੀ ਕਹਿੰਦੇ ਨੇ
ਕੋ ਹੈ ਲੜਕਾ ਵੇਚਈ, ਲੜਕੀ ਵੇਚੇ ਕੋਏ। ਇਹਨੂੰ ਲੜਕਾ ਲੜਕੀ ਨਹੀਂ ਪੜਨਾ, ਰਾਰੇ ਦੇ ਨਾਲ ਸਿਹਾਰੀ ਦੀ ਥੋੜੀ ਜਿਹੀ ਆਵਾਜ਼ ਆਏਗੀ। ਕੋ ਹੈ ਲੜਕਾ ਵੇਚਈ, ਲੜਕੀ ਵੇਚੇ ਕੋਏ, ਸਾਂਝਾ ਕਰੇ ਕਬੀਰ ਸਿਉ, ਹਰ ਸੰਗ ਬਨਜ ਕਰੇ। ਤਾਂ ਕਬੀਰ ਜੀ ਕਹਿੰਦੇ ਨੇ ਕੋਈ ਵਿਰਲਾ ਹੈ ਜੋ ਮਨ ਰੂਪ ਲੜਕੇ ਨੂੰ ਵੇਚ ਦੇਵੇ। ਤੇ ਲੜਕੀ ਦਾ ਮਤਲਬ ਜੋ ਤ੍ਰਿਸ਼ਨਾ ਆਦਿਕ ਲੜਕੀ ਹੈ, ਇਹਨੂੰ ਵੇਚੇ, ਇਹਨੂੰ ਵੇਚੇ ਯਾਨੀ ਜੋ ਵਿਕਾਰਾਂ ਨੂੰ ਛੱਡੇ। ਹੁਣ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਜਿਹੜਾ ਆਪਣਾ ਮਨ ਗੁਰੂ ਦੇ ਕੋਲ ਵੇਚ ਦਿੰਦਾ ਨਾ, ਉਹਦੇ ਕਾਰਜ ਰਾਸ ਹੋ ਜਾਂਦੇ ਨੇ। ਮਨ ਵੇਚਣ ਦਾ ਮਤਲਬ ਆਪਣੇ ਮਨ ਦੀ ਮੱਤ ਤਿਆਗਣੀ। ਮਨ ਦੇ ਅੰਦਰ ਜੋ ਫੁਰਦੇ ਨੇ ਉਹ ਵਿਕਾਰਾਂ ਵਾਲੇ ਫੁਰਦੇ ਨੇ ਨਾ, ਨੈਗੇਟਿਵ ਫੁਰਦੇ ਨੇ। ਪਰ ਜਦੋਂ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਜਾਏ ਤਾਂ ਉੱਥੇ ਮਨ ਦੇ ਅੰਦਰ ਜੋ ਫੁਰਨੇ ਨੇ ਉਹ ਗੁਰਮਤ ਔਰ ਗੁਰਬਾਣੀ ਵਾਲੇ ਫੁਰਨਗੇ। ਉੱਥੇ ਵਿਚਾਰ ਪੋਜ਼ਿਟਿਵ ਹੋਣਗੇ, ਚੜ੍ਹਦੀ ਕਲਾ ਵਾਲੇ ਹੋਣਗੇ, ਪਰਉਪਕਾਰ ਵਾਲੇ ਹੋਣਗੇ। ਇਸ ਲਈ ਕਬੀਰ ਜੀ ਕਹਿੰਦੇ ਨੇ ਕੋਈ ਵਿਰਲਾ ਹੈ ਜਿਹੜਾ ਆਪਣਾ ਮਨ ਗੁਰੂ ਅੱਗੇ ਵੇਚਦਾ ਹੈ, ਔਰ ਕੋਈ ਵਿਰਲਾ ਹੈ ਜਿਹੜਾ ਮਾਇਆ ਰੂਪ ਲੜਕੀ ਨੂੰ ਵੇਚ ਦਿੰਦਾ ਹੈ। ਕਬੀਰ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ। ਉਹ ਕਹਿਣ ਲੱਗੇ, ਸਗਲਿਆਂ ਕੀ ਹੂੰ ਬਹਿਨ ਭਾਨ ਜੀ, ਜਿਨਹਿ ਬਰੀ ਤਿਸ ਚੇਰੀ। ਮਾਇਆ ਕਹਿੰਦੀ ਕਿ ਆਮ ਜੋ ਇਨਸਾਨ ਹੈ ਉਹ ਮੈਨੂੰ ਆਪਣੀ ਭੈਣ ਔਰ ਭਨੇਵੀਂ ਦੀ ਤਰ੍ਹਾਂ ਪਿਆਰ ਕਰਦਾ ਹੈ। ਸਾਰੇ ਲੋਕਾਂ ਦੀ ਮੈਂ ਭੈਣ ਔਰ ਭਨੇਵੀਂ ਦੀ ਤਰ੍ਹਾਂ ਹਾਂ। ਦੇਖੋ ਭੈਣ ਦੇ ਨਾਲ ਲੋਕ ਕਿੰਨਾ ਪਿਆਰ ਕਰਦੇ ਨੇ, ਭਨੇਵੀਆਂ ਨਾਲ ਕਿੰਨਾ ਪਿਆਰ ਕਰਦੇ ਨੇ। ਪਰ ਜਿਸ ਦੇ ਨਾਲ ਉਹ ਭੈਣ ਜਾਂ ਭਨੇਵੀਂ ਵਿਆਹੀ ਗਈ ਹੋਵੇ, ਉਹਦੀ ਤੇ ਉਹ ਪਤਨੀ ਹੁੰਦੀ ਹੈ, ਉਹਦੀ ਪਤਨੀ ਹੁੰਦੀ। ਕਬੀਰ ਜੀ ਕਹਿੰਦੇ ਨੇ ਕਿ ਮਾਇਆ ਕਹਿੰਦੀ ਹੈ ਕਿ ਆਮ ਜੋ ਬੰਦਾ ਹੈ ਉਹ ਮੈਨੂੰ ਭੈਣ ਔਰ ਭਨੇਵੀਂ ਦੀ ਤਰ੍ਹਾਂ ਪਿਆਰ ਕਰਦਾ ਹੈ, ਪਰ ਜਿਨਨੇ ਮੈਨੂੰ ਵਰ ਲਿਆ ਉਹਦੀ ਮੈਂ ਦਾਸੀ ਹੋ ਜਾਂਦੀ ਹਾਂ। ਉਹ ਮੇਰੇ ਅਧੀਨ ਨਹੀਂ ਹੁੰਦਾ, ਮੈਂ ਉਹਦੇ ਅਧੀਨ ਹੁੰਦੀ ਹਾਂ। ਤੇ ਮਾਇਆ ਦਾ ਮਤਲਬ ਅਸੀਂ ਸਮਝਦੇ ਹਾਂ ਇੱਥੇ ਮਾਇਆ ਪੈਸੇ ਦੀ ਗੱਲ ਨਹੀਂ ਹੈ। ਮਾਇਆ ਸਾਡੀ ਮੈਂਟੈਲਿਟੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਜੋ ਸਾਨੂੰ ਦੂਜਿਆਂ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ, ਉਹ ਸੋਚ ਜੋ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ, ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਮਾਇਆ, ਉਹ ਲੜਕੀ ਹੈ ਔਰ ਮਨ ਲੜਕਾ ਹੈ। ਕੋਈ ਹੈ ਜਿਹੜਾ ਇਸ ਮਨ ਨੂੰ ਔਰ ਮਾਇਆ ਨੂੰ ਵੇਚੇ, ਸਾਂਝਾ ਕਰੇ ਕਬੀਰ ਸਿਉ, ਹਰ ਸੰਗ ਬਨਜ ਕਰੇ। ਕਬੀਰ ਜੀ ਕਹਿੰਦੇ ਨੇ, ਕਬੀਰ ਜੀ ਚਾਹੁੰਦਾ ਹੈ ਕਿ ਉਹ ਮੇਰੇ ਨਾਲ ਵਣਜ ਕਰੇ। ਬਨਜ ਕਰੇ ਦਾ ਮਤਲਬ ਰੱਬੀ ਗੁਣਾਂ ਦੀ ਸਾਂਝ ਕਰੇ। ਉਹ ਮੇਰੇ ਨਾਲ ਭਾਈਵਾਲ ਬਣ ਸਕਦਾ ਹੈ। ਜੋ ਆਪਣੇ ਮਨ ਨੂੰ ਗੁਰੂ ਕੋਲ ਵੇਚ ਦੇਵੇ, ਮਾਇਆ ਵਾਲੀ ਬਿਰਤੀ ਨੂੰ ਛੱਡ ਦੇਵੇ, ਮਨ ਦੇ ਅੰਦਰ ਪੋਜ਼ਿਟਿਵਿਟੀ ਹੋਵੇ, ਮਤ ਜਿਹੜੀ ਉਹ ਗਿਆਨ ਵਾਲੀ ਹੋਵੇ, ਉਹ ਮੇਰੇ ਨਾਲ ਵਪਾਰ ਕਰੇ, ਸਤਸੰਗ ਕਰੇ, ਯਾਨੀ ਐਸਾ ਵਿਵਹਾਰ ਜ਼ਿੰਦਗੀ ਦੇ ਅੰਦਰ ਕਰਨ ਦਾ ਸੰਦੇਸ਼ ਦੇ ਰਹੇ ਨੇ। ਜਿਹੜੇ ਮਨ ਦੇ ਨੈਗੇਟਿਵ ਫੁਰਨੇ ਨੇ ਉਹਨਾਂ ਨੂੰ ਬੰਦਾ ਛੱਡੇ, ਔਰ ਜੋ ਮਾਇਆ ਵਾਲੀ ਸੋਚ ਹੈ ਉਸ ਸੋਚ ਨੂੰ ਛੱਡੇ। ਫਿਰ ਰੱਬੀ ਵਿਹਾਰ ਹੁੰਦਾ ਹੈ, ਫਿਰ ਐਸਾ ਵਿਹਾਰ ਕਰੇ। ਹੁਣ ਦੇਖੋ ਇੱਥੇ ਵਿਹਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੋ ਸਾਡਾ ਵਿਹਾਰ ਹੈ ਆਪਸ ਦੇ ਅੰਦਰ ਮਿਲਵਰਤਨ ਹੈ, ਭੈਣਾਂ ਭਰਾਵਾਂ ਦਾ, ਰਿਸ਼ਤੇਦਾਰਾਂ ਦਾ, ਸੱਜਣਾ ਮਿੱਤਰਾਂ ਦਾ, ਯਾਰਾਂ ਦੋਸਤਾਂ ਦਾ, ਜਾਂ ਵਪਾਰੀਆਂ ਦਾ ਔਰ ਦੁਕਾਨਦਾਰਾਂ ਦਾ, ਜੋ ਵੀ ਬੰਦਾ ਹੈ, ਜੇ ਉਹਦਾ ਲੈਣ ਦੇਣ ਐਸਾ ਹੋਵੇ ਕਿ ਮਨ ਦੇ ਅੰਦਰ ਨੈਗੇਟਿਵਿਟੀ ਨਾ ਹੋਵੇ, ਪੋਜ਼ਿਟਿਵ ਵਿਚਾਰ ਹੋਣ ਤੇ ਸੋਚ ਸੱਚੀ ਔਰ ਵਿਸ਼ਾਲ ਹੋਵੇ, ਤਾਂ ਇਹ ਸੰਸਾਰ ਕਿੰਨਾ ਚੰਗਾ ਬਣ ਜਾਏਗਾ। ਫਿਰ ਸਾਡਾ ਮਿਲਵਰਤਨ ਹੀ ਭਗਤੀ ਬਣ ਜਾਏਗੀ। ਸਾਡੇ ਮਿਲਵਰਤਨ ਦੇ ਅੰਦਰੋਂ ਹੀ ਰੱਬ ਪੈਦਾ ਹੋਏਗਾ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜਿयो ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇहि ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ, ਪਾਮ ਮਲੋਵਾ ਮਲਮਲ ਧੂਆਂ, ਇਹ ਮਨ ਤੈਂਕੂ ਦੇਸਾਂ। ਸੁਣ ਮੀਤਾ ਹੋਂ ਤੇਰੀ ਸ਼ਰਨਾਈ, ਆਇਆ ਪ੍ਰਭ ਮਿਲੋਂ ਦੇਹ ਉਪਦੇਸ਼ਾ। ਤੇ ਫਿਰ ਅਗਲਾ ਸਿੱਖ ਉਪਦੇਸ਼ ਕੀ ਕਰਦਾ ਹੈ, ਮਾਨ ਨਾ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ
ਜਿਉ ਪਿੰਡ ਸਭ ਤਨ ਅਰਪੀਜੈ, ਇਉ ਦਰਸ਼ਨ ਹਰ ਜਿਉ ਪਾਈਏ। ਮਿਲਵਰਤਨ ਹੀ ਹੈ ਨਾ, ਮਿਲਵਰਤਨ ਭਗਤੀ ਬਣ ਜਾਏਗੀ, ਮਿਲਵਰਤਨ ਚੋਂ ਰੱਬ ਪੈਦਾ ਹੋ ਜਾਏਗਾ, ਮਿਲਵਰਤਨ ਦੇ ਅੰਦਰੋਂ ਸੁਖ ਔਰ ਸ਼ਾਂਤੀ ਪੈਦਾ ਹੋਏਗੀ। ਇਸ ਲਈ ਵਪਾਰ ਕਰਨਾ ਹੈ ਐਸਾ, ਮਨ ਦੇ ਵਿਕਾਰ ਖਤਮ ਕਰਕੇ ਔਰ ਸੋਚ ਨੂੰ ਵਿਸ਼ਾਲ ਕਰਕੇ ਜਿਹੜਾ ਵਪਾਰ ਕੀਤਾ ਜਾਏਗਾ, ਲੈਣ ਦੇਣ ਕੀਤਾ ਜਾਏਗਾ, ਬਿਹੇਵੀਅਰ ਕੀਤਾ ਜਾਏਗਾ, ਮਿਲਵਰਤਨ ਹੋਏਗਾ, ਉਹਦੇ ਅੰਦਰੋਂ ਰੱਬ ਪੈਦਾ ਹੋਏਗਾ। ਤਾਂ ਕਬੀਰ ਜੀ ਕਹਿੰਦੇ ਨੇ, ਇਸ ਵਪਾਰ ਵਿੱਚ ਮੇਰੇ ਨਾਲ ਸਾਂਝ ਬਣਾਏ ਕੋਈ ਬੰਦਾ ਜੇ ਚਾਹੁੰਦਾ ਹੈ। ਇੱਥੇ ਆ ਮੁੰਡੇ ਕੁੜੀਆਂ ਨਾ ਵੇਚੇ ਜਾਣ, ਇੱਥੇ ਦਾਜ ਦਹੇਜਾਂ ਦੀ ਮੰਗ ਨਾ ਕੀਤੀ ਜਾਏ, ਸਗੋਂ ਗੁਣਾਂ ਦੀ ਸਾਂਝ ਕੀਤੀ ਜਾਏ। ਸਾਂਝ ਕਰੀ ਜੈ ਗੁਨਾਹ ਕੇਰੀ, ਛੋੜ ਅਵਗੁਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ। ਅਵਗੁਣ ਛੋੜ ਗੁਣਾ ਕੋ ਤਾਵੋ। ਤਾਂ ਜੇ ਅਸੀਂ ਐਸੀ ਜ਼ਿੰਦਗੀ ਅਪਣਾਉਂਦੇ ਹਾਂ ਤਾਂ ਦੇਖੋ ਜੀਵਨ ਕਿੰਨਾ ਸੁਹਾਵਣਾ ਹੋ ਜਾਏਗਾ, ਕਿੰਨਾ ਸੌਖਾ ਹੋ ਜਾਏਗਾ। ਦੀਨ ਨੂੰ ਅਸੀਂ ਦੁਨੀਆ ਵਾਸਤੇ ਨਹੀਂ ਵੇਚਾਂਗੇ, ਸਗੋਂ ਦੀਨ ਦੇ ਰਾਹ ਤੇ ਆਪਣੇ ਫਰਜ਼ਾਂ ਦੇ ਰਾਹਾਂ ਤੇ ਤੁਰਾਂਗੇ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਾਂਗੇ, ਤਾਂ ਸਾਡਾ ਘਰ ਪਰਿਵਾਰ, ਸਾਡਾ ਜੀਵਨ, ਸਾਡਾ ਇਹ ਸਮਾਜ ਸਵਰਗ ਹੋ ਜਾਏਗਾ। ਪਰ ਇਹ ਗੱਲ ਪੱਕੀ ਇਹ ਹੋਏਗਾ ਉਸ ਦਾ ਜੋ ਭਾਈ ਅਮਲ ਕਰੇਗਾ। ਤੇ ਜੇ ਕੋਈ ਅਮਲ ਨਹੀਂ ਕਰਦਾ, ਉਹ ਚਾਹੇ ਮੈਂ ਹਾਂ, ਬੇਸ਼ੱਕ ਮੈਂ ਕਥਾ ਕਰ ਰਿਹਾ ਹਾਂ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਮੈਂ ਅਮਲੀ ਜ਼ਿੰਦਗੀ ਨਹੀਂ ਜੀ ਰਿਹਾ ਤਾਂ ਮੇਰੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਨਹੀਂ ਆਏਗੀ। ਜੇ ਮੇਰੀ ਪਰਿਵਾਰਕ ਜ਼ਿੰਦਗੀ ਵਿੱਚ ਇਹ ਚੀਜ਼ਾਂ ਲਾਗੂ ਨਹੀਂ ਤਾਂ ਪਰਿਵਾਰ ਅੰਦਰ ਸੁਖ ਸ਼ਾਂਤੀ ਨਹੀਂ ਆਏਗੀ। ਉਹਦੇ ਅੰਦਰ ਆਏਗੀ ਜੋ ਇਹਨਾਂ ਚੀਜ਼ਾਂ ਨੂੰ ਅਮਲੀ ਰੂਪ ਦੇਵੇਗਾ, ਇੰਪਲੀਮੈਂਟ ਕਰੇਗਾ। ਤਾਂ ਜੇ ਅਸੀਂ ਇਧਰ ਧਿਆਨ ਦੇਈਏ, ਦੁਨੀਆ ਦਾ ਹਰ ਮਨੁੱਖ, ਤਾਂ ਇੱਕ ਹਕੀਕਤ ਹੈ ਕਿ ਸਾਡਾ ਜੀਵਨ ਸਵਰਗ ਹੋ ਸਕਦਾ ਹੈ, ਇਹ ਸਮਾਜ ਸਵਰਗ ਹੋ ਸਕਦਾ ਹੈ, ਬੇਗਮਪੁਰਾ ਹੋ ਸਕਦਾ ਹੈ, ਇਹ ਸੰਸਾਰ ਔਰ ਸਾਡਾ ਜੀਵਨ ਹਰ ਕਾ ਬਾਗਰਾ ਹੋ ਸਕਦਾ ਹੈ, ਔਰ ਇਹ ਸੰਸਾਰ ਜਗਤ ਸੱਚੇ ਦੀ ਕੋਠੜੀ ਸਾਨੂੰ ਪ੍ਰਤੀਤ ਹੋ ਸਕਦੀ ਹੈ। ਇਹ ਦਿਸਦਾ ਹੋਇਆ ਜਗਤ ਸਾਨੂੰ ਰੱਬ ਦਾ ਰੂਪ ਹੋ ਕੇ ਨਜ਼ਰੀ ਪੈ ਸਕਦਾ ਹੈ, ਜੇ ਅਸੀਂ ਇਸ ਪਾਸੇ ਯਤਨ ਕਰੀਏ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਅਸੀਂ ਵਿਚਾਰ ਆਪ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਮੈਂ ਇੱਥੇ ਸਮਾਪਤੀ ਕਰਦਾ। ਤਾਂ ਅੱਜ ਅਸੀਂ 43 ਸ਼ਲੋਕਾਂ ਦੀ ਵਿਚਾਰ 43 ਤੱਕ ਕੀਤੀ ਹੈ। ਕੱਲ ਤੋਂ ਅਸੀਂ 44 ਨੰਬਰ ਸ਼ਲੋਕ ਦੀ ਵਿਚਾਰ ਜਿਹੜੀ ਹੈ ਆਰੰਭ ਕਰਾਂਗੇ। ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਉਹ ਸਵਾਲ ਪੁੱਛ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਵਿਚਾਰ ਦੇਣਾ ਹੈ ਤਾਂ ਉਹ ਆਪਣੇ ਵਿਚਾਰ ਦੇ ਸਕਦਾ ਹੈ। ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਪਿਆਰ ਬਖਸ਼ਦੇ ਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ। ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ, ਜਿਨ੍ਹਾਂ ਨੇ ਆਪਣੇ ਆਪਣੇ ਕੋਈ ਸਵਾਲ ਪੁੱਛਣੇ ਆ ਜਾਂ ਕੋਈ ਸੁਝਾਅ ਦੇਣੇ ਆ ਅੱਜ ਦੀ ਕਥਾ ਬਾਰੇ ਜਾਂ ਅਦਰਵਾਈਜ਼, ਤੇ ਉਹ ਤੁਸੀਂ ਕਰ ਸਕਦੇ ਅਨਮਿਊਟ ਹੋ ਕੇ। ਤੇ ਸਾਡੇ ਨਾਲ ਭੈਣ ਸਤਵੰਤ ਕੌਰ ਜੀ ਅਨਮਿਊਟਡ ਆ, ਤੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਆਪਣੀ ਗੱਲ ਕਰਨ, ਤੇ ਉਹਦੇ ਬਾਅਦ ਦੇ ਵਿੱਚ ਹੋਰ ਕਿਸੇ ਨੇ ਵੀ ਕਰਨਾ ਤਾਂ ਹੁਣੇ ਅਨਮਿਊਟ ਹੋ ਜਾਓ। ਹਾਂਜੀ ਗਿਆਨੀ ਜੀ, ਇਹ ਜਿਹੜਾ ਸ਼ਲੋਕ 42 ਤੇ 43 ਹੈ, ਤੁਸੀਂ ਬਹੁਤ ਡੀਟੇਲ ਵਿੱਚ ਦੱਸਿਆ, ਪਰ ਵਿਚਕਾਰੋਂ ਥੋੜਾ ਜਿਹਾ ਨਾ ਇੰਟਰਪਸ਼ਨ ਹੋ ਗਈ ਸੀ ਮੇਰੇ ਵੱਲੋਂ, ਤੇ ਤੁਸੀਂ ਇਹ ਥੋੜਾ ਸੰਖੇਪ ਵਿੱਚ ਦੁਬਾਰਾ ਦੋਨਾਂ ਦੀ ਜਿਸਟ ਦੱਸ ਦਿਓਗੇ? ਕਿਹੜਾ ਸ਼ਲੋਕ ਜੀ? ਇਹ ਜਿਹੜੇ ਅਖੀਰਲੇ ਦੋ 42 ਤੇ 43। पांचों लड़का मार के रहे राम लिवलाए, ते अगला भी है लड़का बेची लड़की बेचे कोई। दोनों ਜਿਹੜੇ ਪੰਜ ਕਮਾਦਿਕ ਨੇ ਉਹਨਾਂ ਦੇ ਬਾਰੇ ਹੀ ਹੈ ਕਿ ਉਹਨਾਂ ਨੂੰ ਤਿਆਗ ਕੇ ਉਹਨਾਂ ਨੇ ਗੁਰੂ ਦੇ ਗੁਣਾਂ ਨੂੰ ਰਿਪਲੇਸ ਕਰਨਾ, ਗੁਰੂ ਦੇ ਗੁਣਾਂ ਨਾਲ ਰਿਪਲੇਸ ਕਰਨਾ। ਥੋੜਾ ਜਿਹਾ ਦੁਬਾਰਾ ਸੰਖੇਪ ਵਿੱਚ ਦੱਸ ਦੋ ਦੋਨੋਂ। ਹਾਂਜੀ, ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੇ ਆਗ, ਐਸਾ ਕੋਈ ਨਾ ਜਨਮਿਓ ਦਾ ਮਤਲਬ ਵੀ ਇਹੋ ਜਿਹਾ ਕੋਈ ਨਹੀਂ ਜੰਮਿਆ ਦਾ ਭਾਵ ਹੈ ਕਿ ਇਹੋ ਜਿਹੇ ਵਿਰਲੇ ਬੰਦੇ ਹੁੰਦੇ ਨੇ, ਹਾਂਜੀ, ਜੋ ਆਪਣੇ ਘਰ ਅੱਗ ਲਾਉਂਦੇ ਨੇ, ਮਤਲਬ ਆਪਣੀ ਆਪਣਤ ਨੂੰ ਸਾੜਦੇ ਨੇ, ਮੋਹ ਨੂੰ ਸਾੜਦੇ ਨੇ। ਹਾਂਜੀ। ਔਰ ਆਪਣਤ ਨੂੰ ਸਾੜ ਕੇ
ਜਿਹੜੇ 5 ਲੜਕੇ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੰਕਾਰ, ਹਾਂਜੀ ਇਹਨਾਂ ਨੂੰ ਖਤਮ ਕਰਕੇ ਤੇ ਰੱਬ ਦੇ ਗੁਣਾਂ ਦੇ ਨਾਲ ਆਪਣੀ ਲਗਨ ਲਾਉਂਦੇ ਨੇ। ਲਿਵ ਦਾ ਮਤਲਬ ਸਮਾਧੀ ਨਹੀਂ, ਲਿਵ ਦਾ ਮਤਲਬ ਲਗਨ, ਕਿ ਲੱਗਣ, ਉਹ ਰੱਬੀ ਹਾਂਜੀ ਗੁਣਾਂ ਵਾਲੇ ਪਾਸੇ ਭੱਜ ਦੌੜ ਕਰਦੇ ਨੇ। ਹਾਂ। ਉਹਨਾਂ 5 ਚੋਰਾਂ ਦੀ ਥਾਂ ਤੇ ਗੁਰੂ ਦੇ ਗੁਣਾਂ ਨਾਲ ਉਹਨਾਂ ਨੂੰ ਰਿਪਲੇਸ ਕਰਦੇ ਨੇ। ਹਾਂਜੀ, ਸਤ, ਸੰਤੋਖ, ਦਇਆ, ਦਇਆ, ਧਰਮ ਤੇ ਧਰਮ, ਧੀਰਜ, ਸਹਿਜ, ਹਾਂਜੀ ਇਹਨਾਂ ਗੁਣਾਂ ਵਾਲੇ ਪਾਸੇ ਉਹ ਧਿਆਨ ਲਾਉਂਦੇ ਨੇ। ਹਾਂਜੀ ਤੇ ਅੱਗੇ ਹੈ ਕੋ ਹੈ ਲੜਕਾ ਵੇਚਈ ਲੜਕੀ ਵੇਚੈ ਕੋਈ। ਕਬੀਰ ਜੀ ਕਹਿੰਦੇ ਨੇ ਵੀ ਕੋਈ ਮੁੰਡਾ ਕੁੜੀ ਵੇਚਣਾ ਚਾਹੁੰਦਾ ਹੈ, ਆਮ ਲੋਕੀ ਇੱਥੇ ਵੇਚਦੇ ਨੇ ਨਾ, ਮੁੰਡੇ ਕੁੜੀਆਂ ਵਿਕਦੇ ਰਹੇ। ਤਾਂ ਇੱਥੇ ਹਾਂਜੀ ਗੱਲ ਹੈ ਵੀ ਆਪਣੇ ਕੋਈ ਮਨ ਨੂੰ ਵੇਚੇ। ਔਰ ਲੜਕੀ ਦਾ ਮਤਲਬ ਜਿਹੜੀ ਤ੍ਰਿਸ਼ਨਾ ਹੈ, ਮਾਇਆ ਹੈ ਨਾ, ਮਾਇਆ ਵਾਲੀ ਸੋਚ ਜਿਹੜੀ ਤ੍ਰਿਸ਼ਨਾ, ਸਾਡੀ, ਮਾਇਆ ਦਾ ਆਸ਼ਾ, ਮਤਲਬ ਪੈਸਾ ਨਹੀਂ, ਸੋਚ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕੋਈ ਇਹਨਾਂ ਨੂੰ ਵੇਚੇ ਔਰ ਇਹਨਾਂ ਦੇ ਵੱਟੇ ਦੇ ਅੰਦਰ ਗੁਰੂ ਦੀ ਮੱਤ ਦਾ ਧਾਰ ਨਹੀਂ ਹੋਵੇ। ਸਾਂਝਾ ਕਰੇ ਕਬੀਰ ਸਿੰਘ ਹਰ ਸੰਗ ਬੰਜ ਕਰੇ, ਕਿ ਮੇਰੇ ਨਾਲ ਉਹ ਭਾਈਵਾਲੀ ਪਾ ਲਵੇ, ਸਤਸੰਗ ਕਰੇ ਤੇ ਰੱਬ ਦਾ ਵਪਾਰ ਕਰੇ, ਮੇਰੇ ਨਾਲ ਰੱਬੀ ਗੁਣਾਂ ਦਾ ਵਪਾਰ ਕਰੇ। ਮੇਰੀ ਉਹਦੇ ਨਾਲ ਭਾਈਵਾਲੀ ਹੈ ਜਿਹੜਾ ਰੱਬੀ ਗੁਣਾਂ ਦੀ ਭਾਈਵਾਲੀ ਕਰਦਾ ਹੈ। ਯਾਨੀ ਜਿਹੜਾ ਸਾਡਾ ਪਰਸਪਰ ਮਿਲਵਰਤਨ ਹੈ, ਮੇਰਾ ਤੁਹਾਡਾ ਸਮਾਜ ਦਾ, ਉਹਦਾ ਬੇਸ ਜਿਹੜਾ ਹੈ ਗੁਣ ਹੋਣ। ਹਾਂਜੀ ਉੱਥੇ ਮੇਰੇ ਮਨ ਦੀ ਮੱਤ ਨਾ ਹੋਵੇ, ਉੱਥੇ ਪਿੱਛੇ ਮੇਰੀ ਸੋਚ ਜਿਹੜੀ ਹੈ ਸੀਮਤ ਨਾ ਹੋਵੇ, ਸਗੋਂ ਗਿਆਨ ਵਾਲੀ ਮੱਤ ਗੁਰੂ ਵਾਲੀ ਹੋਵੇ ਔਰ ਸੋਚ ਵਿਸ਼ਾਲ ਹੋਵੇ, ਔਰ ਮੈਂ ਰੱਬੀ ਗੁਣਾਂ ਨੂੰ ਬੇਸ ਬਣਾ ਕੇ ਅਸੀਂ ਇੱਕ ਦੂਜੇ ਦੇ ਨਾਲ ਵਿਹਾਰ ਕਰੀਏ। ਹਾਂਜੀ ਭੈਣ, ਧੰਨਵਾਦ ਜੀ, ਠੀਕ ਹੈ ਜੀ, ਬਹੁਤ ਸੋਹਣਾ, ਥੈਂਕ ਯੂ ਜੀ, ਧੰਨਵਾਦ ਜੀ ਸਤਵੰਤ ਕੌਰ ਜੀ। ਤੇ ਸਾਡੇ ਨਾਲ ਇੱਕ ਸਕਿੰਟ ਜੀ, ਹਾਂਜੀ ਸਾਡੇ ਨਾਲ ਆਪਣੇ ਨੀਨਾ ਜੀ ਭੈਣ ਹੈਗੇ ਆ ਜੀ, ਜਸਵੀਰ ਕੌਰ ਆ ਜੀ। ਤੇ ਪਹਿਲਾਂ ਨੀਨਾ ਜੀ ਤੁਸੀਂ ਆਪਣੀ ਗੱਲ ਕਰੋ। ਥੈਂਕ ਯੂ ਭਾਈ ਸਾਹਿਬ ਜੀ। ਕਬੀਰ ਗਰਭ ਨਾ ਕੀਜੀਏ, ਰੰਕ ਨਾ ਹਸੀਏ ਕੋਏ, ਇਹਦਾ ਕੀ ਮਤਲਬ ਇੱਥੇ ਹੈਗਾ? ਰੰਕ ਦਾ ਭੈਣ ਅਰਥ ਹੈਗਾ, ਰੰਕ ਦਾ ਮਤਲਬ ਹੈਗਾ ਗਰੀਬ। ਅੱਛਾ, ਤੇ ਗਰੀਬ। ਗਰਭ ਦਾ ਮਤਲਬ ਹੈ ਹੰਕਾਰ। ਗਰਭ ਦਾ ਮਤਲਬ ਹੰਕਾਰ, ਕਿ ਆਪਣੀ ਅਮੀਰੀ ਦੇ ਉੱਤੇ ਪੈਸੇ ਦਾ ਹੰਕਾਰ ਨਾ ਕਰੋ ਤੇ ਗਰੀਬ ਦਾ ਮਜ਼ਾਕ ਨਾ ਉਡਾਓ, ਕਿਉਂਕਿ ਹਾਲੇ ਤੁਹਾਡੇ ਆਪਣੇ ਜੀਵਨ ਦੀ ਬੇੜੀ ਵੀ ਸੰਸਾਰ ਸਮੁੰਦਰ ਵਿੱਚ ਹੈ। ਕੀ ਪਤਾ ਅਗਲੀ ਲਹਿਰ ਤੁਹਾਡੀ ਬੇੜੀ ਨੂੰ ਡੋਬ ਦੇਵੇ, ਯਾਨੀ ਤੁਸੀਂ ਕੱਲ ਨੂੰ ਗਰੀਬ ਹੋ ਜਾਓ। ਅੱਛਾ ਤਾਂ ਜੀ। ਕਹਿਣ ਦਾ ਮਤਲਬ ਇਹਨਾਂ ਹੈ ਕਿ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਓ ਤੇ ਪੈਸੇ ਦਾ ਮਾਣ ਨਾ ਕਰੋ, ਹੰਕਾਰ ਨਾ ਕਰੋ। ਅੱਛਾ ਜੀ, ਹਾਂਜੀ ਭੈਣ ਜੀ, ਠੀਕ ਹੈ ਨੀਨਾ ਜੀ, ਹੋਰ ਪੁੱਛਣਾ ਕੁਛ? ਹਾਂਜੀ ਹਾਂਜੀ, ਇੱਕ ਹੋਰ ਸੀਗਾ ਪਰ ਮੈਂ ਭੁੱਲ ਗਈ। ਕੋਈ ਗੱਲ ਨਹੀਂ, ਕੋਈ ਨਹੀਂ ਜੀ, ਫੇਰ ਪੁੱਛ ਲਿਓ, ਚੇਤਾ ਕਰ ਲਿਓ। ਹਾਂਜੀ ਜਸਵੀਰ ਕੌਰ ਜੀ ਤੁਸੀਂ, ਤੇ ਉਹਦੇ ਬਾਅਦ ਸਤਨਾਮ ਕੌਰ ਜੀ। ਹਾਂਜੀ ਜਸਵੀਰ ਕੌਰ ਜੀ। ਜਸਵੀਰ ਭੈਣ ਕੌਰ ਜੀ, ਤੁਸੀਂ ਤੁਹਾਡੀ ਆਵਾਜ਼ ਨਹੀਂ ਆ ਰਹੀ। ਅਨਮਿਊਟਡ ਹੈ ਜੀ, ਪਰ ਤੁਸੀਂ ਆਵਾਜ਼, ਹਾਂ ਤੁਹਾਡੀ ਆਵਾਜ਼ ਨਹੀਂ ਆ ਰਹੀ, ਨਹੀਂ ਆਵਾਜ਼ ਆ ਰਹੀ। ਤੁਸੀਂ ਜਸਵੀਰ ਕੌਰ ਭੈਣ ਏਦਾਂ ਕਰੋ, ਤੁਸੀਂ ਕਲਾਸ ਚੋਂ ਨਾ ਇੱਕ ਵਾਰੀ ਚਲੇ ਜਾਓ ਬਾਹਰ, ਫਿਰ ਦੁਬਾਰਾ ਇੰਟਰ ਕਰੋਗੇ ਤੇ ਫਿਰ ਆਵਾਜ਼ ਆ ਜਾਏਗੀ। ਹਾਂਜੀ ਮੈਨੂੰ ਲੱਗਦਾ ਸ਼ਾਇਦ ਡਿਸਕਨੈਕਟ ਹੋ ਗਿਆ ਜੀ ਕੁਛ, ਤੇ ਤੁਸੀਂ ਜਿੱਦਾਂ ਗਿਆਨੀ ਜੀ ਨੇ ਕਿਹਾ ਮੁੜ ਕੇ ਰੀਕਨੈਕਟ ਕਰ ਲਓ। ਜਦ ਤੱਕ ਅਸੀਂ ਆਪਣੇ ਸਤਨਾਮ ਕੌਰ ਜੀ ਉਹ ਪੁੱਛਣਾ ਚਾਹੁੰਦੇ ਕੁਛ, ਤੇ ਸਤਨਾਮ ਕੌਰ ਜੀ ਉਹਦੇ ਬਾਅਦ ਦੇ ਵਿੱਚ ਸੁਰਿੰਦਰ ਕੌਰ। ਹਾਂਜੀ ਸਤਨਾਮ ਕੌਰ। ਹਾਂਜੀ ਗਿਆਨੀ ਜੀ, ਮੇਰਾ ਇੱਕ ਸਵਾਲ ਹੈ ਕਿ ਅਸੀਂ ਗੁਰਬਾਣੀ ਦੀ ਕਸੌਟੀ ਸਾਡੇ ਲਈ ਦੁਧਾਰੀ ਤਲਵਾਰ ਕਿਸ ਤਰ੍ਹਾਂ ਬਣ ਗਈ? ਜਿਸ ਤਰ੍ਹਾਂ ਫੋਰ ਐਗਜ਼ਾਮਪਲ ਗੁਰਬਾਣੀ ਦੀ ਕਸੌਟੀ ਸਾਡੇ ਲਈ ਦੁਧਾਰੀ ਤਲਵਾਰ ਕਿਸ ਤਰ੍ਹਾਂ ਬਣ ਗਈ? ਜਿਵੇਂ ਜਨਮ ਮਰਨ, ਅਸੀਂ ਆਪਸ ਵਿੱਚ 2 ਗਰੁੱਪ ਬਣ ਗਏ। ਕੋਈ ਅਸੀਂ ਕਹਿੰਦੇ ਜਨਮ ਮਰਨ ਮਤਲਬ ਭਟਕਣਾ ਹੈ, ਦੂਸਰੀ ਪਾਰਟੀ ਕਹਿੰਦੀ ਨਹੀਂ ਜਨਮ ਮਰਨ ਮਤਲਬ ਐਕਚੁਅਲੀ ਜਨਮ ਮਰਨ ਹੈ। ਜਿਵੇਂ ਐਗਜ਼ਾਮਪਲ ਦਿੰਦੇ ਨੇ ਕਿ ਕਈ ਜਨਮ ਭਈ ਕੀਟ ਪਤੰਗਾ। ਇਹ ਸਾਡੇ ਇਤਨਾ ਵਿਤਕਰਾ ਕਿਉਂ ਪਈ ਜਾ ਰਿਹਾ ਹੈ? ਅਸਲ ਵਿੱਚ ਪੈਣ ਉਹਦਾ ਕਾਰਨ ਹੈਗਾ ਵੀ ਸਾਡੀਆਂ ਜਿਹੜੀਆਂ ਨਾ ਕੁਝ ਮਨੌਤਾਂ ਨੇ, ਤੇ ਉਹਦੇ ਵਿੱਚ ਪ੍ਰੋਬਲਮ ਇਹ ਵੀ ਜਿਵੇਂ ਹੁਣ ਮੈਂ ਜੇ ਆਪਣੀ ਗੱਲ ਕਰਾਂ ਤੇ ਸਾਡੇ ਮਾਂ-ਬਾਪ, ਸਾਡੇ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ, ਸਾਡੀਆਂ ਲਿਖੀਆਂ ਹੋਈਆਂ ਬਹੁਤੀਆਂ ਕਿਤਾਬਾਂ, ਮੀਡੀਆ, ਟੈਲੀਵਿਜ਼ਨ, ਰੇਡੀਓ, ਔਰ ਸਾਡੇ ਬਹੁਤ ਸਾਰੇ ਪ੍ਰਚਾਰਕ, ਸੰਤ ਬਾਬੇ, ਉਹਨਾਂ ਤੋਂ ਅਸੀਂ ਚੀਜ਼ਾਂ ਸੁਣੀਆਂ ਲੱਖਾਂ ਲੋਕਾਂ ਤੋਂ, ਲੱਖਾਂ ਵਾਰ। ਉਹ ਸਾਡੇ ਆਪਣੇ ਅੰਦਰ ਸਾਡੇ ਬਹਿ ਗਈਆਂ, ਤੇ ਅਸੀਂ ਗੁਰਬਾਣੀ ਨੂੰ ਬੇਸ ਬਣਾ ਕੇ ਤੇ ਆਪਣੇ ਦਿਮਾਗ ਦੀ ਵਰਤੋਂ ਨਹੀਂ ਕੀਤੀ।
ਹਾਂਜੀ ਔਰ ਸਾਡੇ ਅੰਦਰ ਕਮਜ਼ੋਰੀ ਇਹ ਰਹੀ ਕਿ ਸਾਡੇ ਅੰਦਰ ਨਾ ਥੋੜਾ ਡਰ ਰਿਹਾ ਵੀ ਸ਼ਾਇਦ ਇੰਨੇ ਲੋਕ ਜੋ ਕਹਿ ਰਹੇ ਨੇ ਉਹ ਸੱਚ ਹੀ ਕਹਿ ਰਹੇ ਹੋਣ। ਤੇ ਦੂਜਾ ਇਹ ਸੀ ਕਿ ਜੇ ਕਿਸੇ ਨੇ ਸੱਚ ਬੋਲਿਆ ਤਾਂ ਬਾਕੀ ਦੇ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਉਹਦੀ ਵਿਰੋਧਤਾ ਵੀ ਕੀਤੀ, ਤੇ ਇਸ ਕਰਕੇ ਸਾਡੇ ਅੰਦਰ ਇਹ ਪ੍ਰੋਬਲਮਸ ਜਿਹੜੀਆਂ ਨੇ ਆ ਗਈਆਂ ਨੇ। ਤਾਂ ਸਾਨੂੰ ਇਹਦੇ ਵਾਸਤੇ ਨਾ ਮੇਰੀ ਕਹੀ ਹੋਈ ਗੱਲ ਦੇ ਉੱਤੇ ਵੀ ਬਿਲਕੁਲ ਵਿਸ਼ਵਾਸ ਨਾ ਕਰੋ, ਲੇਕਿਨ ਉਹਨੂੰ ਯੂਨੀਵਰਸਲ ਟਰੁੱਥ ਦੇ ਉੱਤੇ ਪਰਖੋ ਕਿ ਕੀ ਉਹ ਯੂਨੀਵਰਸਲ ਟਰੁੱਥ ਦੇ ਉੱਤੇ ਸੱਚ ਗੱਲ ਉਤਰਦੀ ਹੈ, ਫਿਰ ਉਹਨੂੰ ਸੱਚ ਮੰਨੋ। ਇਸ ਲਈ ਗੁਰਬਾਣੀ ਨੂੰ ਜੋ ਵਿਆਖਿਆਨ ਕਰਨ ਦਾ ਢੰਗ ਹੈ ਨਾ, ਉਹਦੇ ਤੇ ਡਿਪੈਂਡ ਕਰੇਗਾ ਕਿ ਜਿਹੜਾ ਵਿਆਖਿਆਨ ਕਰਨ ਵਾਲਾ ਬੰਦਾ ਹੈ ਉਹਦੀ ਸੋਚ ਕਿਸ ਟਾਈਪ ਦੀ ਹੈ ਔਰ ਉਹਦੀ ਪਹੁੰਚ ਕਿੰਨੀ ਹੈ। ਹਾਂਜੀ ਤੇ ਜਿਹੜੀਆਂ ਸਾਡੀਆਂ ਪੁਰਾਣੀਆਂ ਮਨੌਤਾਂ ਨੇ ਉਹਨਾਂ ਚੋਂ ਅਸੀਂ ਬਾਹਰ ਨਹੀਂ ਆਉਣਾ ਚਾਹੁੰਦੇ, ਇਹ ਪ੍ਰੋਬਲਮ ਹੈ। ਸਾਡੇ ਮੈਨੂੰ ਸਾਡੇ feel ਭਰਾ ਸਾਡੇ ਪ੍ਰੋਬਲਮ ਇਹ ਵੇ ਕਿ ਅਸੀਂ ਭੈਣ ਭਰਾ ਬਹੁਤ ਝਗੜਦੇ ਰਹੇ ਹਾਂ ਇਸੇ ਗੱਲ ਤੇ। ਉਹ ਬਿਲਕੁਲ ਦੂਸਰੇ ਪਾਸੇ ਖੜਾ, ਮੈਂ ਦੂਸਰੇ ਪਾਸੇ ਖੜੀ ਹਾਂ, ਤੇ ਸਾਡੇ ਬੜੇ ਝਗੜੇ ਹੁੰਦੇ ਹਨ। ਤਾਂ ਕਈ ਵਾਰ ਤਾਂ ਬਹੁਤ ਬਹੁਤ ਦਿਲ ਖਰਾਬ ਹੁੰਦਾ ਕਿ ਅਸੀਂ ਇਤਨੇ ਇਹ ਵਿਤਕਰਾ ਕਿਉਂ ਪੈ ਰਿਹਾ ਸਾਡੇ 'ਚ। ਫਿਰ ਐਗਜ਼ਾਮਪਲ ਝਗੜਨ ਦਿੰਦੇ ਦੀ ਹੈਗੇ ਲੋੜ ਨਹੀਂ ਹੈ ਉਹਦੇ ਵਿੱਚ। ਉਹਦੇ ਵਿੱਚ ਨਾ ਇਸ ਤਰ੍ਹਾਂ ਹੁੰਦਾ ਹੈ ਕਿ ਦੇਖੋ, ਸਪੋਜ਼ ਮੈਂ ਨਿੱਕੀ ਜੀ ਮਿਸਾਲ ਦਿੰਦਾ ਕਿ ਹੁਣ ਮੈਂ ਆ ਨਾ ਨੀਲਾ ਕਮੀਜ਼ ਪਜਾਮਾ ਪਾ ਕੇ ਬੈਠਾ ਹਾਂ ਤੇ ਸਾਹਮਣੇ ਵੀ ਤਰਲੋਚਨ ਸਿੰਘ ਜੀ ਨੇ ਨਾਲ ਸਫੇਦ ਕਮੀਜ਼ ਪਜਾਮਾ ਪਾਇਆ ਹੈ। ਤਾਂ ਹੁਣ ਨਾ ਅਸੀਂ ਇੱਕ ਦੂਜੇ ਉੱਤੇ ਥੋਪ ਰਹੇ ਹਾਂ ਕਿ ਤੁਸੀਂ ਨੀਲਾ ਪਾਓ, ਮੈਂ ਇਹ ਥੋਪ ਰਿਹਾ ਕਿ ਨੀਲਾ ਹੀ ਠੀਕ ਹੈ, ਨੀਲਾ ਹੀ ਪਾਓ। ਉਹ ਮੇਰੇ ਤੇ ਥੋਪ ਰਹੇ ਨੇ ਕਿ ਚਿੱਟਾ ਹੀ ਪਾਓ। ਤਾਂ ਸਾਨੂੰ ਚਾਹੀਦਾ ਹੈ ਕਿ ਮੈਂ ਨੀਲੇ ਕਮੀਜ਼ ਪਜਾਮੇ ਦੇ ਲਾਭ ਦੱਸਾਂ ਵੀ ਇਹ ਲਾਭ ਨੇ, ਉਹ ਚਿੱਟੇ ਦੇ ਲਾਭ ਦੱਸਣ। ਜੇ ਸਾਨੂੰ ਸੈੱਟ ਬੈ ਤੇ ਸਾਨੂੰ ਬਦਲ ਲੈਣੇ ਚਾਹੀਦੇ ਨੇ, ਥੋਪੀਏ ਨਾ। ਅਸੀਂ ਲੜਨ ਦੀ ਲੋੜ ਨਹੀਂ ਹੈ, ਵਿਚਾਰ ਦੱਸੋ। ਔਰ ਇਹਦੇ ਬਾਰੇ ਆਪਾਂ ਕਿਸੇ ਦਿਨ ਖੁੱਲਾ ਟਾਈਮ ਰੱਖ ਕੇ ਨਾ ਵਿਚਾਰ ਲਵਾਂਗੇ ਕਿ ਸਾਡੇ ਵਿਚਾਰ ਐਵੇਂ ਬਣ ਕਿਵੇਂ ਜਾਂਦੇ ਨੇ। ਇੱਕ ਦੇ ਅੰਦਰ ਦੇਖੋ ਕਿੰਨੇ ਅਸੀਂ ਭੈਣ ਭਰਾਵਾਂ, ਕਿੰਨੇ ਸਾਰੇ ਦੁਨੀਆ ਵਿੱਚ ਲੋਕ ਨੇ, ਤਾਂ ਕੋਈ ਫੇਲ ਹੋ ਜਾਂਦਾ ਹੈ, ਕੋਈ ਪਾਸ ਹੋ ਜਾਂਦਾ ਹੈ, ਕੋਈ ਚੰਗਾ ਬਣ ਜਾਂਦਾ ਹੈ, ਕੋਈ ਮਾੜਾ ਬਣ ਜਾਂਦਾ ਹੈ, ਕਿਸੇ ਵਿੱਚ ਨੈਗੇਟਿਵਿਟੀ ਆ ਗਈ, ਕਿਸੇ ਵਿੱਚ ਪੋਜ਼ਿਟਿਵਿਟੀ ਆ ਗਈ। ਇਹ ਕਿਉਂ ਹੋ ਗਿਆ, ਇਹਦਾ ਰੀਜ਼ਨ ਕੀ ਹੈ, ਉਹਦੇ ਬਾਰੇ ਥੋੜੀ ਜਿਹੀ ਖੁੱਲੀ ਵਿਚਾਰ ਕਰਨ ਦੀ ਲੋੜ ਹੈ। ਕਰੀਬ ਜ਼ਿਆਦਾ ਨਹੀਂ ਤਾਂ 15-20 ਮਿੰਟ ਦਾ ਟਾਈਮ ਤਾਂ ਘੱਟ ਤੋਂ ਘੱਟ ਚਾਹੀਦਾ ਹੈ। ਇੱਕ ਵਾਰ ਕਰੋ ਵਿਚਾਰ ਜੀ, ਕਿਉਂਕਿ ਇਹ ਬਹੁਤ ਕਨਫਿਊਜ਼ਨ ਹੈ। ਉਹ ਕਹਿੰਦੇ ਨੇ ਗੁਰਬਾਣੀ ਠੀਕ ਹੈ, ਹਾਂ, ਤੁਸੀਂ ਗਲਤ ਕਹਿ ਰਹੇ ਹੋ, ਤੁਸੀਂ ਗਲਤ ਕਹਿ ਰਹੇ ਹੋ, ਜੋ ਲਿਖਿਆ ਉਹ ਠੀਕ ਹੈ। ਜਿਸ ਤਰ੍ਹਾਂ ਕਿ ਐਗਜ਼ਾਮਪਲ ਦਿੰਦੇ ਨੇ ਹਾਂਜੀ, ਚਲਤੀ ਉਹ ਤੇ ਨਾ ਮਛਲੀ। ਗੁਰਬਾਣੀ ਦੇ ਦੇਖੋ ਜਿਹੜੀਆਂ ਸਾਡੇ ਵਿਚਾਰ ਹੋ ਰਹੇ ਨੇ ਨਾ, ਉਹ ਗੁਰਬਾਣੀ ਤੇ ਰਹੇ ਨੇ। ਮੈਂ ਵੀ ਗੁਰਬਾਣੀ ਦੀ ਪੰਕਤੀ ਦੇ ਪ੍ਰਮਾਣ ਦੇ ਰਿਹਾ, ਤੁਸੀਂ ਵੀ ਗੁਰਬਾਣੀ ਦੇ ਪੰਕਤੀ ਦੇ ਹੀ ਪ੍ਰਮਾਣ ਦੇ ਰਹੇ ਹੋ। ਔਰ ਅਸੀਂ ਦੋਵੇਂ ਭੈਣ ਭਰਾ ਇੱਕ ਦੂਜੇ ਦੇ ਵਿਰੋਧੀ ਹਾਂ। ਹੁਣ ਸਵਾਲ ਇਹ ਪੈਦਾ ਹੋਏਗਾ ਵੀ ਜੋ ਤੁਸੀਂ ਕਹਿ ਰਹੇ ਹੋ ਉਹ ਅਰਥ ਠੀਕ ਨੇ ਜਾਂ ਮੇਰੇ ਵਾਲੇ ਕੀਤੇ ਹੋਏ ਅਰਥ ਠੀਕ ਨੇ, ਇਹਦਾ ਨਿਰਣਾ ਕੌਣ ਕਰੇ? ਇਹਦਾ ਨਿਰਣਾ ਕਰਨ ਵਾਸਤੇ ਸਾਨੂੰ ਯੂਨੀਵਰਸਲ ਟਰੁੱਥ ਨੂੰ ਬੇਸ ਬਣਾਉਣਾ ਪਵੇਗਾ। ਦੇਖੋ 2 ਮਿੰਟ ਮੈਂ ਲੈਣਾ ਤੁਹਾਡੇ ਸਾਰਿਆਂ ਦੇ। ਪਹਿਲਾਂ ਇਹ ਹੁੰਦਾ ਸੀ ਕਿ ਜਦੋਂ ਅਸੀਂ ਕੋਈ ਗੱਲ ਸੁਣ ਕੇ ਆਉਂਦੇ ਸਾਂ ਤੇ ਅਸੀਂ ਉਹਨੂੰ ਸੱਚ ਮੰਨ ਲੈਂਦੇ ਸਾਂ ਕਿ ਸਾਡੇ ਬਾਪੂ ਨੇ ਗੱਲ ਕਹੀ ਹੈ, ਸਾਡੇ ਦਾਦੇ ਨੇ ਗੱਲ ਕਹੀ ਹੈ, ਮੈਂ ਸੁਣੀ ਹੈ, ਤਾਂ ਉਹ ਝੂਠ ਥੋੜੀ ਬੋਲਦਾ। ਫਿਰ ਨਾ ਹੌਲੇ ਹੌਲੇ ਜਦੋਂ ਵਿਕਾਸ ਹੋਇਆ ਤੇ ਇਹ ਗੱਲ ਹੋਈ ਕਿ ਸੁਣੀ ਸੁਣਾਈ ਗੱਲ ਨਹੀਂ ਸੱਚੀ ਹੁੰਦੀ, ਕੋਈ ਝੂਠ ਵੀ ਬੋਲ ਸਕਦਾ ਹੈ ਤੇ ਕਹਾਣੀ ਹੈ ਸੁਣੀ ਸੁਣਾਈ। ਫਿਰ ਸੱਚ ਨੂੰ ਪਰਖਣ ਦਾ ਅਗਲਾ ਜਿਹੜਾ ਪੈਮਾਨਾ ਆਇਆ ਕਿ ਜੋ ਚੀਜ਼ ਅੱਖਾਂ ਦੇ ਨਾਲ ਵੇਖੀ ਨਾ ਉਹ ਸੱਚ ਹੁੰਦੀ ਹੈ। ਸੁਣੀ ਸੁਣਾਈ ਨੂੰ ਲੋਕਾਂ ਨੇ ਮੰਨਣਾ ਬੰਦ ਕਰਤਾ। ਫਿਰ ਅੱਖਾਂ ਦੇ ਨਾਲ ਵੇਖੀ ਹੋਈ ਕਿ ਮੈਂ ਅੱਖੀਂ ਵੇਖ ਕੇ ਆਇਆ, ਖੁਦ ਵੇਖ ਕੇ ਆਇਆ ਵਾਂ ਕਿ ਉਹ ਫਲਾਣੇ ਬਾਜੀਗਰ ਨੇ ਬੰਦੇ ਦਾ ਸਿਰ ਵੱਢ ਕੇ 2 ਕਰ ਦਿੱਤੇ ਸੀ। ਮੈਂ ਬਿਲਕੁਲ ਅੱਖਾਂ ਸਾਹਮਣੇ ਵੇਖਿਆ। ਤੁਸੀਂ ਆ YouTube ਦੇ ਉੱਤੇ ਨਿੱਕੀਆਂ ਨਿੱਕੀਆਂ ਕਲਿੱਪਾਂ ਵੇਖੀਆਂ ਹੋਣਗੀਆਂ ਕਿ ਉਹ ਇੱਕ ਬੰਦੇ ਨੂੰ ਲਟਾ ਲੈਂਦੇ ਨੇ ਤੇ ਖਿੱਚਦੇ ਨੇ ਤੇ ਉਹਦੀ ਧੜ ਇਧਰ ਨੂੰ ਤੁਰੀ ਜਾਂਦਾ, ਲੱਤਾਂ ਦੂਜੇ ਪਾਸੇ ਨੂੰ ਤੁਰੀਆਂ ਜਾਂਦੀਆਂ ਨੇ। ਅੱਖਾਂ ਦੇ ਨਾਲ ਵੇਖਿਆ ਕਿ ਬੰਦੇ ਦੇ 2 ਟੁਕੜੇ ਕਰਕੇ ਉਹਨੇ ਫਿਰ ਜੋੜ ਦਿੱਤਾ। ਇਹ ਸੱਚ ਮੰਨਿਆ ਜਾਣ ਲੱਗਿਆ। ਲੇਕਿਨ ਅੱਜ ਇਹ ਵੀ ਸੱਚ ਨਹੀਂ, ਕਿਉਂਕਿ ਤੁਹਾਡੀਆਂ ਅੱਖਾਂ ਨੂੰ, ਤੁਹਾਡੇ ਦਿਮਾਗ ਨੂੰ ਧੋਖਾ ਦਿੱਤਾ ਜਾ ਸਕਦਾ ਹੈ। ਔਰ ਧੋਖਾ ਅਸੀਂ ਖਾਂਦੇ ਹਾਂ। ਜਿਵੇਂ ਰੇਗਿਸਤਾਨ ਵਿੱਚ ਸਾਨੂੰ ਬੜੀ ਦੂਰ ਨਾ ਪਾਣੀ ਦਿਸਦਾ ਪਰ ਹੁੰਦਾ ਨਹੀਂ, ਅੱਖਾਂ ਵੇਖ ਰਹੀਆਂ ਨੇ ਪਰ ਉਹ ਪਾਣੀ ਹੈ ਨਹੀਂ। ਤਾਂ ਅੱਜ ਜਿਹੜਾ ਸੱਚ ਨੂੰ ਪਰਖਣ ਦਾ ਪੈਮਾਨਾ ਹੈ ਨਾ, ਉਹ ਇਹ ਹੈ ਕਿ ਜਿਹੜੀ ਗੱਲ ਕਹੀ ਜਾ ਰਹੀ ਹੈ ਉਹਨੂੰ ਪ੍ਰੈਕਟੀਕਲ ਕਰੋ। ਜੇ ਪ੍ਰੈਕਟੀਕਲ ਕੀਤਿਆਂ ਵੀ ਉਹਦਾ ਨਤੀਜਾ ਉਹ ਹੀ ਨਿਕਲਦਾ, ਉਹ ਗੱਲ ਸੱਚੀ ਹੈ। ਜਿਹੜੀ ਪ੍ਰੈਕਟੀਕਲ ਵਿੱਚ ਨਹੀਂ ਸੱਚੀ, ਉਹ ਫਿਰ ਸੁਣੀ ਸੁਣਾਈ ਗੱਲ ਗਲਤ ਹੋ ਸਕਦੀ ਹੈ। ਇਸ ਲਈ ਅੱਜ ਜਿਹੜਾ ਨਾ ਸੱਚ ਨੂੰ ਪਰਖਣ ਦਾ ਜਿਹੜਾ ਪੈਮਾਨਾ ਹੈ ਉਹ ਇਹ ਹੈ ਕਿ ਜੋ ਅਸੀਂ ਕਹਿ ਰਹੇ ਹਾਂ, ਜੋ ਅਸੀਂ ਵੇਖ ਰਹੇ ਹਾਂ, ਅਸੀਂ ਉਹਨੂੰ ਪ੍ਰੈਕਟੀਕਲ ਕਰੀਏ। ਜੇ ਪ੍ਰੈਕਟੀਕਲ ਕੀਤਿਆਂ ਰਿਜ਼ਲਟ ਉਹ ਹੀ ਨਿਕਲਦਾ ਜੋ ਮੈਂ ਕਹਿ ਰਿਹਾ ਵਾਂ, ਤਾਂ ਫਿਰ ਉਹ ਸੱਚ ਹੈ। ਜੇ ਰਿਜ਼ਲਟ ਨਹੀਂ ਨਿਕਲਦਾ ਤੇ ਫਿਰ ਗਲਤ ਹੈ। ਫਾਰ ਐਗਜ਼ਾਮਪਲ ਮੈਂ ਕਹਿੰਦਾ ਵਾਂ ਵੀ ਸੇਲ ਖੜੀ ਮਿੱਟੀ ਤੇ
ਸਲਫਿਊਰਿਕ ਐਸਿਡ ਪਾਉਣ ਦੇ ਨਾਲ, ਸਲਫਿਊਰਿਕ ਐਸਿਡ ਪਾਉਣ ਨਾਲ ਕਾਰਬਨ ਡਾਈਆਕਸਾਈਡ ਗੈਸ ਬਣ ਜਾਂਦੀ ਹੈ। ਇਹ ਮੈਂ ਕਹਿ ਰਿਹਾ ਹਾਂ। ਹੁਣ ਇਹਨੂੰ ਪ੍ਰੈਕਟੀਕਲ ਕਰੋ ਕਿ ਇੱਕ ਟੈਸਟ ਟਿਊਬ ਲਓ, ਜਾਰ ਲਓ, ਉਹਦੇ ਵਿੱਚ ਸੇਲਖੜੀ ਮਿੱਟੀ ਪਾਓ ਔਰ ਉਹਦੇ ਵਿੱਚ ਤੁਸੀਂ ਸਲਫਿਊਰਿਕ ਐਸਿਡ ਪਾਓ ਤੇ ਅੱਗੇ ਇੱਕ ਨਾ ਚੂਨੇ ਦਾ ਪਾਣੀ ਰੱਖ ਦਿਓ ਤੇ ਉਹਦੇ ਵਿੱਚੋਂ ਇੱਕ ਪਾਈਪ ਲੈ ਕੇ ਉਧਰ ਲੈ ਜਾਓ ਤੇ ਜਦੋਂ ਕਾਰਬਨ ਡਾਈਆਕਸਾਈਡ ਗੈਸ ਨਿਕਲੇਗੀ ਚੂਨੇ ਦੇ ਪਾਣੀ ਵਿੱਚ ਪੈਂਦੀ ਹੈ ਤੇ ਦੂਧੀਆ ਰੰਗ ਦਾ ਹੋ ਜਾਂਦਾ ਹੈ। ਹੁਣ ਜਦੋਂ ਤੁਸੀਂ ਪ੍ਰੈਕਟੀਕਲ ਕਰੋਗੇ ਤੇ ਬਿਲਕੁਲ ਐਵੇਂ ਹੀ ਹੋਏਗਾ, ਤਾਂ ਫਿਰ ਇਹ ਗੱਲ ਮੰਨੀ ਜਾਏਗੀ ਸੱਚੀ। ਪਰ ਜੇ ਪ੍ਰੈਕਟੀਕਲ ਕਰੋ ਤੇ ਐਵੇਂ ਨਾ ਹੋਏ, ਉਹਦਾ ਰਿਜ਼ਲਟ ਕੋਈ ਹੋਰ ਨਿਕਲੇ, ਤਾਂ ਫਿਰ ਗਲਤ ਹੋਏਗਾ। ਇਸ ਲਈ ਤੁਸੀਂ ਜਾਂ ਮੈਂ ਜਾਂ ਹੋਰ ਕੋਈ ਵੀਰ ਜਿਹੜਾ ਪਰਖ ਰਿਹਾ ਹੈ, ਯੂਨੀਵਰਸਲ ਟਰੁੱਥ ਦੇ ਉੱਤੇ ਉਸ ਚੀਜ਼ ਨੂੰ ਪ੍ਰੈਕਟੀਕਲੀ ਰੂਪ ਵਿੱਚ ਪਰਖੋ। ਜੇ ਉਹ ਸੱਚ ਉਤਰਦਾ ਹੈ ਤਾਂ ਉਸ ਅਰਥ ਨੂੰ ਤੁਸੀਂ ਸੱਚ ਮੰਨ ਲਓ, ਦੂਜੇ ਨੂੰ ਫਿਰ ਨਕਾਰਨਾ ਪਵੇਗਾ। ਬਾਣੀ ਸੱਚੀ ਹੈ, ਬਿਲਕੁਲ ਬਾਣੀ ਯੂਨੀਵਰਸਲ ਟਰੁੱਥ ਹੈ। ਸਾਡੇ ਅਰਥ ਕੀਤੇ ਹੋਏ ਜਿਹੜੇ ਨੇ ਨਾ, ਉਹ ਗਲਤ ਹੋ ਸਕਦੇ ਨੇ। ਜੋ ਮੈਂ ਅਰਥ ਕਰ ਰਿਹਾ ਉਹ ਗਲਤ ਹੋ ਸਕਦੇ ਨੇ, ਪੋਸੀਬਿਲਿਟੀ ਹੈ, ਪਰ ਬਾਣੀ ਸੱਚੀ ਹੈ। ਮੈਂ ਐਵੇਂ ਸੋਚਦਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? मेरे तो विचार ठीक है जी, पर मेरे ब्रदर वाले झगड़े होते हैं। उन्होंने वीडियो पाई सी एक, इस नेशनल ज्योग्राफी से दिखाया सी कि एक मछली पेड़ पे जाके ना बच्चे दे रही है, तो जल की मछली तरबर गई, एग्जाम्पल दे रहे हैं। बिल्कुल बिल्कुल दे रही है, बिल्कुल दे रही है। फिर दूसरा एग्जाम्पल दिखाया। हाँ भैन, मैं देखी वो वीडियो, वो बिल्कुल ठीक है, दे रही है, लेकिन वो कानून सारियां मच्छियां उत्ते लागू नहीं हुंदा। वही समय क्या सारियां तो नहीं रजा है ना लागू। भाना। हाँ भैन, उस वीर ਨੂੰ ਨਾ ਇਹ ਸਮਝਾਉਣ ਦੀ ਲੋੜ ਹੁੰਦੀ ਹੈ ਕਿ ਰਜਾ ਔਰ ਭਾਣੇ ਦਾ ਮਤਲਬ ਹੀ ਇਹ ਹੈ ਕਿ ਉਹ ਚੀਜ਼ ਜਿਹੜੀ ਹੈ ਨਾ ਉਸ ਮੱਛੀ ਤੇ ਲਾਗੂ ਹੋ ਰਹੀ ਹੈ, ਸਾਰੀਆਂ ਮੱਛੀਆਂ ਤੇ ਲਾਗੂ ਨਹੀਂ ਹੋ ਰਹੀ। ਤੇ ਜਿਹੜਾ ਗੁਰਬਾਣੀ ਵਿੱਚ ਕਿਹਾ ਗਿਆ ਹੈ ਨਾ, ਜਲ ਕੀ ਮਛਲੀ ਤਰਵਰ ਬਿਆਈ, ਉਹਦਾ ਉਹਨਾਂ ਮੱਛੀਆਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹਦਾ ਜਿਹੜਾ ਅਰਥ ਤੁਸੀਂ ਪੜੋਗੇ ਤੇ ਉਹ ਇਹ ਹੋਏਗਾ ਕਿ ਜਲ ਦਾ ਮਤਲਬ ਜਿਹੜਾ ਰੱਬੀ ਹੁਕਮ ਦੇ ਨਾਲ ਰਹਿਣ ਵਾਲੀ ਮੱਛੀ ਜੀਵ ਸੀ, ਉਹ ਜੇਕਰ ਆਪਣੇ ਤਰਵਰ ਦੇ ਉੱਤੇ ਜਾ ਕੇ ਸੂਣਾ ਚਾਹੇ ਜਾਂ ਰਹਿਣਾ ਚਾਹੇ ਤਾਂ ਉਹਦੇ ਵਾਸਤੇ ਨੁਕਸਾਨਦਾਇਕ ਹੈ। ਯਾਨੀ ਸਤਸੰਗ ਦੇ ਵਿੱਚ ਮਿਲ ਕੇ ਅਸਾਂ ਸੱਚ ਦੇ ਨਾਲ ਮਿਲ ਕੇ ਰਹਿਣਾ ਸੀ, ਉਹਦੇ ਭਾਵ ਉਹ ਨੇ। ਇਸ ਲਈ ਜਿਹੜੀ ਰਜਾ ਹੈ ਨਾ, ਰਜਾ ਭਾਣਾ ਸਿਸਟਮ, ਇਹਨੂੰ ਸਮਝਣਾ ਪਵੇਗਾ। ਜੇ ਇੱਕ ਕੀੜਾ ਜਿਹੜਾ ਹੈ ਪੱਥਰ ਵਿੱਚ ਰਹਿ ਰਿਹਾ ਹੈ ਤਾਂ ਉਹਦੇ ਵਾਸਤੇ ਨਿਯਮ ਹੈ, ਬੰਦਾ ਪੱਥਰ ਵਿੱਚ ਨਹੀਂ ਰਹਿ ਪਾਏਗਾ। ਇਹ ਚੀਜ਼ਾਂ ਨਾ ਸਮਝਣ ਵਾਲੀਆਂ ਨੇ, ਯੂਨੀਵਰਸਲ ਟਰੁੱਥ ਤੇ ਪੂਰੀਆਂ ਉਤਰਦੀਆਂ ਨੇ। ਪਰ ਉਹ ਜਿਹੜੇ ਵੀਰ ਨੇ ਉਹ ਥੋੜੀ ਜਿਹੀ ਕਿਸੇ ਸੀਮਾ ਦੇ ਵਿੱਚ ਹੀ ਫਸ ਗਏ ਨੇ। ਉਹ ਕਹਿੰਦੇ ਗੁਰਬਾਣੀ ਸੱਚ ਹੈ, ਜੋ ਲਿਖਿਆ ਉਹ ਸੱਚ ਹੈ, ਅੱਖਰ ਅੱਖਰ ਸੱਚ ਹੈ, ਤੁਸੀਂ ਬਾਹਰ ਜਾ ਰਹੇ ਹੋ। ਠੀਕ ਹੈ, ਗਿਆਨੀ ਸੇ ਬਹੁਤ ਅੱਛਾ ਸਮਝਾਇਆ, ਮੈਂ ਉਹਨੂੰ ਇੱਕ ਦਿਨ ਲੈ ਕੇ ਆਵਾਂਗੀ। ਤੁਸੀਂ ਕਲਾਸ ਦੇ ਵਿੱਚ ਲੈ ਆਓ ਜੀ ਉਹਨਾਂ ਨੂੰ, ਉਹਨਾਂ ਦੀ ਵੀ ਤਸੱਲੀ ਮਤਲਬ ਗੱਲਾਂ ਬਾਤਾਂ ਨਾਲ ਕਹੋ। ਉਹਨਾਂ ਪਿੱਛੇ ਲੱਠ ਲਾ ਕੇ ਪਾ ਜਾਏਗਾ, ਸਭ ਨੂੰ ਚੁੱਪ ਕਰਾ ਦੇਗਾ। ਲੱਠ ਨਹੀਂ ਜੇ ਤੇ ਚੱਲਣੀ। ਉਹਨੂੰ ਇੱਕ ਦਿਨ ਲੈ ਕੇ ਆਵਾਂਗੇ, ਕਿਦਨ ਆ ਕੇ ਤੁਸੀਂ ਟਾਈਮ ਰੱਖਿਓ ਥੋੜਾ, ਉਹਨੂੰ ਇੱਕ ਦਿਨ ਕਵਾਂਗੇ ਆਪਣਾ ਆਏ ਤੇ ਕੁਐਸਚਨ। ਗੁਰਬਾਣੀ ਬਿਲਕੁਲ ਸੱਚੀ ਹੁੰਦੇ, ਜਿਵੇਂ ਹੁਣ ਅਸੀਂ ਪੜ੍ਹਨੇ ਆ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੇ। ਇਹਦਾ ਮਤਲਬ ਹੈ ਕਿ ਹਾਥੀ ਰਬਾਬ ਵਜਾ ਰਿਹਾ ਹੈ। ਹਾਂਜੀ, ਫੀਲ ਰਬਾਬੀ ਬਲਦ ਜਿਹੜਾ ਬੈਲ ਉਹ ਪਖਾਵਜ ਵਜਾ ਰਿਹਾ ਹੈ। ਜੇ ਇਹਦੇ ਅੱਖਰੀ ਅਰਥ ਕਰਾਂਗੇ ਤਾਂ ਫਿਰ ਤਾਂ ਕਿਤੇ ਵੀ ਨਹੀਂ ਹੈ ਨਾ। ਬਹੁਤ ਸਾਰੇ ਸ਼ਬਦ ਹੈਗੇ ਨੇ ਇਸ ਤਰ੍ਹਾਂ ਦੇ। ਉਹੀ ਤਾਂ ਕਹਿੰਦੀ ਹੈ ਨਾ, ਪ੍ਰੋਬਲਮ ਇਹ ਹੈ ਕਿ ਇਹਨਾਂ ਦੇ ਵੀਰ ਜੀ ਵਾਕਰ ਬਹੁਤ ਲੋਕ ਨੇ ਜਿਹੜੇ ਨਾ ਲਿਟਰਲ ਅਰਥ ਕਰਕੇ ਫਿਰ ਉਹ ਕਹਿੰਦੇ ਨੇ ਹਾਂ ਦੇਖੋ ਬਾਣੀ ਚ ਏਦਾਂ ਲਿਖਿਆ ਹੋਇਆ। ਹੁਣ ਜਿਵੇਂ ਉਹ ਨਾਮਦੇਵ ਦੀ ਨਾ, ਨਹੀਂ ਤਾਂ ਗਊ ਮੋਈ ਗਊ ਦਿਓ ਜਿਵਾਏ ਤੇ ਨਾਲੇ ਕੀ ਦੁੱਧ ਪੀਓ ਮੇਰੇ ਗੋਬਿੰਦ ਰਾਏ। ਤੇ ਉਹ ਕਹਿੰਦੇ ਹਾਂ ਨਾਮਦੇਵ ਦੇ ਪੱਥਰ ਨੇ ਦੁੱਧ ਪੀਤਾ ਸੀ। ਹੁਣ ਉਹਨਾਂ ਨੇ ਅਖਰੀ ਅੱਥਰ ਲੈ ਲਏ ਨਾ, ਉਹ ਕਹਿੰਦੇ ਬਾਣੀ ਚ ਲਿਖਿਆ ਹੋਇਆ। ਜੇ ਤੁਸੀਂ ਉਹਨਾਂ ਨੂੰ ਸਮਝਾਓ ਕਿ ਭਾਵ ਅਰਥ ਵਿੱਚ ਜਾਓ, ਸਾਰਾ ਸ਼ਬਦ ਪੜੋ, ਰਾਵ ਦੀ ਤੁਕ ਪੜੋ ਤੇ ਤੁਹਾਨੂੰ ਅਸਲੀਅਤ ਸਮਝ ਆਈ, ਉਹ ਉਹਨਾਂ ਨੇ ਨਹੀਂ ਕਰਨਾ। ਉਹ ਉਹਨਾਂ ਦੇ ਵੀਰ ਜੀ ਦਾ ਇੱਕ ਗਰੁੱਪ ਹੈਗਾ ਜਿਹੜੇ ਏਦਾਂ ਦੀਆਂ ਗੱਲਾਂ ਕਰਦੇ ਨੇ। ਹਾਂ ਭੈਣ ਸਤਵੰਤ ਕੌਰ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅਸਲ ਦੇ ਵਿੱਚ ਨਾ ਗੱਲ ਇਹ ਹੁੰਦੀ ਹੈ ਕਿ ਕੋਈ ਵੀ ਧਰਮ ਗ੍ਰੰਥ ਹੈਗਾ ਨਾ, ਕੋਈ ਵੀ ਧਰਮ ਗ੍ਰੰਥ, ਚਾਹੇ ਉਹ ਵੇਦ ਨੇ ਜਾਂ ਮਤਲਬ ਕੁਰਾਨ ਹੈ ਜਾਂ ਬਾਈਬਲ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਕਿਸੇ ਵੀ ਧਰਮ ਗ੍ਰੰਥ ਨੂੰ ਸਮਝਣ ਵਾਸਤੇ ਉਸ ਧਰਮ ਦਾ ਧਰਮ ਸ਼ਾਸਤਰ ਪੜ੍ਹਨਾ ਹੁੰਦਾ ਹੈ। ਧਰਮ ਸ਼ਾਸਤਰ ਮਤਲਬ ਧਰਮ ਫਿਲਾਸਫੀ, ਵਿਚਾਰਧਾਰਾ। ਤੇ ਉਹ ਜਿਹੜੀ ਧਰਮ ਦੀ ਵਿਚਾਰਧਾਰਾ ਨਾ, ਉਹਦੇ ਮੁਤਾਬਕ ਹੀ ਉਸ ਧਰਮ ਗ੍ਰੰਥ ਦੇ ਜਿਹੜੇ ਨੇ ਅਰਥ ਕੀਤੇ ਜਾ ਸਕਦੇ ਨੇ।
ਹੁਣ ਗੁਰਬਾਣੀ ਦੀ ਜਿਹੜੀ ਵਿਚਾਰਧਾਰਾ ਹੈ ਨਾ, ਗੁਰੂ ਨਾਨਕ ਦੇਵ ਜੀ ਦੀ ਇੱਕ ਵੱਖਰੀ ਵਿਚਾਰਧਾਰਾ ਹੈ। ਉਹਦੇ ਲਈ ਸਾਨੂੰ ਇਹ ਚੀਜ਼ ਸਮਝਣੀ ਪਵੇਗੀ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਪਰ ਅਪਾਰਾ। ਤੇ ਜਿਹੜੇ 6 ਦਰਸ਼ਨ ਨੇ, 6 ਘਰ ਜਿਹੜੇ ਨੇ, ਹਾਂਜੀ ਆਮ ਜਿਹੜੀ ਦੁਨੀਆ ਹੈ ਉਹਦੇ ਵਿੱਚ ਵਿਚਰ ਰਹੀ ਹੈ, ਪਰ ਗੁਰੂ ਦਾ ਜਿਹੜਾ ਦਰਸ਼ਨ ਫਿਲਾਸਫੀ ਉਹ ਅਪਰ ਅਪਾਰ ਹੈ, ਯਾਨੀ ਇਹਨਾਂ ਤੋਂ ਬਾਹਰ ਹੈ। ਪਹਿਲੀ ਬਾਹਰ ਹੈ। ਗੱਲ। ਹਾਂਜੀ ਦੂਜੀ ਗੱਲ ਇਹ ਹੈ ਕਿ ਪੰਡਿਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਿਛੂ ਨਾ ਲਿਆ। ਕਿ ਪੰਡਿਤ ਔਰ ਮੁੱਲਾ ਜੋ ਕਹਿ ਰਹੇ ਨੇ ਉਹਦੇ ਨਾਲੋਂ ਵੀ ਗੁਰਬਾਣੀ ਦੀ ਵਿਚਾਰਧਾਰਾ ਵੱਖਰੀ ਹੈ। ਇਹਦਾ ਮਤਲਬ 6 ਸ਼ਾਸਤਰ ਉਹ ਤੇ 2 ਪੰਡਿਤ ਔਰ ਮੁੱਲਾ, ਇਹਨਾਂ 8 ਨੂੰ ਛੱਡ ਕੇ 9ਵੀਂ ਚੀਜ਼ ਗੁਰੂ ਦੀ ਹੈ। ਕੰਪੈਰੀਜ਼ਨ ਸਟੱਡੀ ਕਰਨੀ ਪਵੇਗੀ ਸਾਨੂੰ, ਹਾਂਜੀ ਫਿਰ ਮਤਲਬ ਸਮਝ ਆ ਸਕਦੀ ਹੈ। ਹਾਂਜੀ ਉਹੀ ਤੇ ਗੱਲ ਹੈ ਨਾ, ਸਾਡੀ ਇੰਨੀਆਂ problem ਤੁਕਾਂ ਨੇ ਆਮ ਗੁਰਬਾਣੀ ਬੰਦੇ ਚ। ਨੂੰ ਕੀਤੇ ਤਾਂ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਸ਼ਬਦ ਚੁੱਕ ਲਿਆ, ਧਰਮਰਾਏ ਜਬ ਲੇਖਾ ਮੰਗੇ ਕਿਆ ਮੂੰਹ ਲੈ ਕੇ ਜਾਏਗਾ, ਤਾਂ ਕਿਮਤ ਤੇ ਲੈ ਅਸੀਂ ਕੇ ਮੰਨ ਜਾਏਗਾ। ਲਿਆ ਕਿ ਧਰਮਰਾਜ ਹੈ। ਹਾਂ ਹੁਣ ਬਿਲਕੁਲ। ਧਰਮਰਾਜ ਲੇਖਾ ਮੰਗ ਰਿਹਾ ਹੈ, ਨੋ ਪ੍ਰੋਬਲਮ। ਹਾਂਜੀ ਲੇਖਾ ਮੰਗਣ ਵਾਲਾ ਤੇ ਫਿਰ ਇੱਕ ਹੀ ਹੋਏਗਾ। ਗੁਰੂ ਜੀ ਦੂਜੇ ਥਾਂ ਤੇ ਕਹਿੰਦੇ ਨੇ ਵੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਬੈਠਾ ਕੱਢ ਵੀ, ਉਹ ਕਹਿੰਦੇ ਲੈਜਰ ਖੋਲ ਕੇ ਬੈਠਾ ਹੋਇਆ। ਉੱਥੇ ਰੱਬ ਵਹੀ ਕੱਢ ਕੇ ਬੈਠਾ, ਇੱਥੇ ਧਰਮਰਾਜ ਤਾਂ ਇਹਦਾ ਮਤਲਬ ਧਰਮਰਾਜ ਰੱਬ ਦੇ ਬਰਾਬਰ ਹੋ ਗਿਆ। ਗੱਲ ਇਹ ਨਹੀਂ ਹੈਗੀ, ਗੱਲ ਇਹ ਹੈਗੀ ਵੀ ਹਿੰਦੂ ਵੀਰ ਮੰਨਦੇ ਨੇ ਧਰਮਰਾਜ ਨੂੰ। ਜਦੋਂ ਉਹਨਾਂ ਦੀ ਗੱਲ ਕੀਤੀ ਤਾਂ ਧਰਮਰਾਜ ਦਾ ਨਾਮ ਲਿਆ, ਤੇ ਮੁਸਲਮਾਨ ਵੀਰ ਮੰਨਦੇ ਨੇ ਰੱਬ ਦੀ ਵਹੀ ਨੂੰ। ਜਦੋਂ ਮੁਸਲਮਾਨ ਵੀਰਾਂ ਨਾਲ ਗੱਲ ਕੀਤੀ ਤੇ ਉਹਨਾਂ ਦਾ ਨਾਮ ਲੈ ਲਿਆ। ਹਾਂਜੀ ਇਸ ਲਈ ਨਾ ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਗੁਰਬਾਣੀ ਵਿੱਚ ਨਾ ਸਾਰੇ ਐਗਜ਼ਾਮਪਲ ਆਏ ਨਾ ਹਿੰਦੂਆਂ ਦੇ, ਇਸ ਕਰਕੇ ਬੜੇ ਕਨਫਿਊਜ਼ ਹਨ। ਜਿਸ ਤਰ੍ਹਾਂ ਆਂਦੇ ਕਿ ਨਾਰਾਇਣ ਦਾ ਇਲਜ਼ਾਮ ਲੈ, ਨਾਰਾਇਣ ਨੂੰ ਇੱਕ ਵਾਰ ਸਿਮਰਿਆ ਤੇ ਉਹ ਪਾਰ ਹੋ ਗਿਆ। ਉਹ ਸਾਡੀ ਬੜੀ ਬਹਿਸ ਹੁੰਦੀ ਹੈ ਕਿ ਰੱਬ ਨੇ, ਉਸਨੇ ਇੱਕ ਵਾਰ ਨਾਰਾਇਣ ਕਿਹਾ ਤੇ ਉਹ ਪਾਰ ਹੋ ਗਿਆ। ਮੈਂ ਕਹਿੰਦੀ ਹਾਂ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਰੱਬ ਨੂੰ ਨਹੀਂ ਬੁਲਾ ਰਿਹਾ ਸੀ, ਉਹ ਨਾਰਾਇਣ ਨੂੰ ਬੁਲਾ ਰਿਹਾ ਸੀ, ਆਪਣੇ ਪੁੱਤਰ ਨੂੰ। ਅਸਲ ਦੇ ਵਿੱਚ ਨਾ ਸਤਨਾਮ ਕੌਰ ਭੈਣ ਜੀ, ਕੁਝ ਐਗਜ਼ਾਮਪਲ ਹੁੰਦੇ ਨੇ। ਜਿਵੇਂ ਕਰੀਬ ਅਸੀਂ ਸਾਰੇ ਇੰਡੀਆ ਤੋਂ ਆਏ ਆ, ਤੇ ਤੁਸੀਂ ਬਿੱਲੀਆਂ ਵਾਲੀ ਕਹਾਣੀ ਸਾਰਿਆਂ ਨੇ ਪੜ੍ਹੀ ਹੋਣੀ ਹੈ। ਤੇ ਬਿੱਲੀਆਂ ਨੇ ਰੋਟੀ ਚੋਰੀ ਕੀਤੀ ਤੇ ਉਹ ਵੰਡਣ ਲੱਗੀਆਂ, ਲੜ ਪਈਆਂ, ਤੇ ਉਹਨਾਂ ਨੇ ਇੱਕ ਬਾਂਦਰ ਨੂੰ ਸੱਦ ਲਿਆ ਵੰਡਣ ਲਈ। ਤੇ ਬਾਂਦਰ ਨੇ ਅੱਧੀ ਰੋਟੀ ਇੱਕ ਪਾਸੇ ਰੱਖੀ ਤੇ ਅੱਧੀ ਇੱਕ ਪਾਸੇ ਜ਼ਿਆਦੀ ਰੱਖਤੀ। ਉਹ ਪਾਸਾ ਹੋ ਗਿਆ ਭਾਰਾ, ਉਹਨੇ ਗਰਾਈ ਤੋੜ ਕੇ ਖਾ ਲਈ। ਹੁਣ ਦੂਜਾ ਪਾਸਾ ਭਾਰਾ ਹੋ ਗਿਆ, ਬਾਂਦਰ ਉਹ ਚੋਂ ਗਰਾਈ ਤੋੜ ਕੇ ਖਾ ਗਿਆ। ਦੂਜਾ ਪਾਸਾ ਹੌਲੀ ਹੌਲੀ ਐਨੀ ਕੁ ਰੋਟੀ ਬਚੀ, ਤੇ ਬਿੱਲੀਆਂ ਨੇ ਵੇਖਿਆ ਵੀ ਇਹ ਤੇ ਸਾਰੀ ਖਾ ਚੱਲਿਆ। ਤੇ ਉਹਨਾਂ ਨੇ ਬਾਂਦਰ ਨੂੰ ਕਿਹਾ ਵੀ ਅਸੀਂ ਨਹੀਂ ਰੋਟੀ ਤੇਰੇ ਤੋਂ ਵੰਡਵਾਣੀ, ਅਸੀਂ ਆਪੇ ਵੰਡ ਲੈਂਦੇ, ਸਾਡੀ ਰੋਟੀ ਦੇ। ਤੇ ਜਿਹੜੀ ਬਚੀ ਸੀ ਸਾਰੀ ਮੂੰਹ ਚ ਪਾ ਗਿਆ, ਕਹਿਣ ਲੱਗਾ ਇਹ ਤੇ ਵੰਡਣ ਦਾ ਕਿਰਾਇਆ ਹੈ ਮੇਰਾ, ਵੰਡਣ ਦੀ ਮਿਹਨਤ ਵੀ ਤੇ ਮੈਂ ਲੈਣੀ ਹੈ ਨਾ। ਤਾਂ ਉਹ ਕਹਾਣੀ ਸੀ, ਨਾ ਤੇ ਬਿੱਲੀਆਂ ਨੇ ਰੋਟੀ ਚੋਰੀ ਕੀਤੀ, ਨਾ ਬਾਂਦਰ ਨੇ ਤੱਕੜੀ ਲਿਆਂਦੀ। ਉਹ ਕਹਾਣੀ ਸਿਰਫ ਇਸ ਕਰਕੇ ਦੱਸਣ ਲਈ ਸੀ ਕਿ ਜਦੋਂ 2 ਬੰਦੇ ਲੜਦੇ ਨੇ ਤੇ ਉਹਦਾ ਲਾਭ ਤੀਜਾ ਬੰਦਾ ਲੈ ਜਾਂਦਾ। ਸਾਨੂੰ ਇਹ ਸਮਝਾਇਆ ਗਿਆ ਨਾ। ਪਰ ਅਸੀਂ ਇਹਨੂੰ ਛੱਡ ਕੇ ਅਸੀਂ ਬਾਂਦਰ ਲੱਭਦੇ ਫਿਰਨੇ ਆ ਵੀ ਬਾਂਦਰ ਦੀ ਤੱਕੜੀ ਕਿੱਥੇ ਵੇ, ਤੇ ਉਹਦੀ ਦੁਕਾਨ ਕਿੱਥੇ ਸੀ, ਤੇ ਬਿੱਲੀਆਂ ਨੇ ਰੋਟੀ ਕਿੱਥੋਂ। ਉਹ ਐਗਜ਼ਾਮਪਲ ਨੂੰ ਸੱਚ ਮੰਨ ਲਿਆ, ਐਗਜ਼ਾਮਪਲ ਦੇ ਪਿੱਛੇ ਜਿਹੜੀ ਭਾਵਨਾ ਸੀ ਉਹਨੂੰ ਲੈਣਾ ਸੀ। ਐਵੇਂ ਗੁਰਬਾਣੀ ਵਿੱਚ ਵੀ ਗੁਰੂ ਜੀ ਨੇ ਸਾਨੂੰ ਬਹੁਤ ਸਾਰੀਆਂ ਐਗਜ਼ਾਮਪਲ ਲੈ ਕੇ ਸਮਝਾਇਆ ਔਰ ਸੱਚ ਦੇ ਨਾਲ ਜੋੜਿਆ। ਥੈਂਕ ਯੂ ਜੀ। ਅਸੀਂ ਸਮਝਦੇ ਹਾਂ ਪਰ ਸਾਡੇ ਝਗੜੇ ਬੜੇ ਹੁੰਦੇ ਨੇ, ਅਸੀਂ ਬੜਾ ਦੂਰ ਦੂਰ ਬੈਠਦੇ ਹਾਂ ਇਕੱਠੇ ਹੋਈਏ ਤਾਂ ਇੱਕ ਵਾਰ ਗੱਲ ਸ਼ੁਰੂ ਹੋ ਗਈ ਫਿਰ ਤਾਂ ਬਹੁਤ ਮੁਸ਼ਕਲ ਹੈ। ਠੀਕ ਹੈ, ਇੱਕ ਦਿਨ ਭਾਈ ਸਾਹਿਬ ਇੱਕ ਦਿਨ ਕੋਸ਼ਿਸ਼ ਕਰਾਂਗੇ ਉਹਨੂੰ ਲੈ ਕੇ ਆਵਾਂ। ਕੋਈ ਗੱਲ ਨਹੀਂ ਜੀ, ਕੋਈ ਨਹੀਂ ਜੀ, ਠੀਕ ਹੈ ਜੀ। ਦੇਖੋ ਗਿਆਨੀ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਸਾਰਾ ਕੁਝ ਐਕਸਪਲੇਨ ਕਰ ਦਿੱਤਾ ਆ। ਮੰਨਣਾ ਜਾਂ ਨਾ ਮੰਨਣਾ ਉਹ ਸਾਡੀ ਮਰਜ਼ੀ ਆ। ਮੇਰਾ ਖਿਆਲ ਜਿੱਦਾਂ ਉਹ ਕਹਿੰਦੇ ਆ ਨਾ ਵੀ ਆਰਗੂਮੈਂਟ ਕਰਨ ਦਾ ਤਾਂ ਕੋਈ ਫਾਇਦਾ ਨਹੀਂ। ਜੇ ਤੁਹਾਡੀ ਗੱਲ ਸਮਝ ਆ ਗਈ ਹੈ ਨਾ, ਤਾਂ ਫਿਰ ਜੇ ਕੋਈ ਨਹੀਂ ਸਮਝਦਾ ਤਾਂ ਤੁਸੀਂ ਤਾਂ ਸਮਝ ਸਕਦੇ ਨਾ। ਆਪਣੇ ਇੰਡੀਵਿਜੂਅਲ ਦੀ ਜਿਹੜੀ ਹੈਗੀ ਨਾ ਉਹ ਜ਼ਿਆਦਾ ਇੰਪੋਰਟੈਂਟ ਆ, ਨਾ ਕਿ ਦੂਏ ਨੂੰ ਮਨਾਉਣ ਵਾਸਤੇ। ਨਹੀਂ ਖਾਲੀ ਮੇਰਾ ਭਰਾ ਹੀ ਨਹੀਂ, ਤੁਹਾਨੂੰ ਕੋਈ ਰੌਲਾ ਨਹੀਂ। ਹਾਂਜੀ ਨਹੀਂ, ਮੇਰਾ ਕੁਐਸਚਨ ਹੈ ਖਾਲੀ ਮੇਰਾ ਭਰਾ ਨਹੀਂ, ਬਹੁਤ ਲੋਕ ਹੈਗੇ ਨੇ ਤੇ ਅਸੀਂ ਕਹਿੰਦੇ ਗੁਰਬਾਣੀ ਦੀ ਕਸੌਟੀ, ਅਸੀਂ ਸਾਡੇ ਲਈ ਗੁਰਬਾਣੀ ਦੀ ਕਸੌਟੀ ਦੁਧਾਰੀ ਤਲਵਾਰ ਕਿਉਂ ਬਣ ਗਈ, ਇਹ ਮੈਂ ਕਹਿ ਰਹੀ ਹਾਂ। ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਜਿੱਦਾਂ ਗਿਆਨੀ ਜੀ ਨੇ ਕਿਹਾ 2 ਧਾਰੀ ਤਲਵਾਰ ਹੈ ਨਹੀਂ, ਪਰ ਬਣਾ ਦਿੱਤੀ ਗਈ ਆ। ਉਹਦੇ ਵਿੱਚੋਂ ਅਸੀਂ ਨਿਕਲਣ ਵਾਸਤੇ ਇੰਡੀਵਿਜੂਅਲੀ ਅਸੀਂ ਆਪਣੀ ਮਿਹਨਤ ਕਰਨੀ ਹੈ। ਜੇ ਸਾਨੂੰ ਸਮਝ ਲੱਗ ਗਈ ਨਾ, ਸਾਡੇ 2 ਧਾਰੀ ਨਹੀਂ ਰਹਿ ਗਏ, ਸਾਡੇ ਲਈ ਤਾਂ ਇੱਕੋ ਪਾਸਾ ਰਹਿ ਗਿਆ। ਸਾਡੇ ਲਈ ਤਾਂ ਇੱਕ ਪਾਸਾ ਰਹਿ ਗਿਆ ਨਾ, ਪਰ ਮਤਲਬ ਸਾਡੀ ਕੌਮ ਵਿੱਚ ਵਿਤਕਰਾ ਹੋ ਗਿਆ ਨਾ, ਅਸੀਂ ਆਪਸ ਵਿੱਚ ਜੀ। ਭੈਣ ਜੀ ਮੈਂ ਇਹ ਗੱਲ ਕਰਦਾ ਕਿ ਕੌਮ ਦੇ ਵਿੱਚ ਵਿਤਕਰਾ ਜ਼ਰੂਰ ਹੋਇਆ। ਇਹ ਤਾਂ ਰਿਹਾ ਵੀ ਆ, ਗੁਰੂਆਂ ਦੇ ਟਾਈਮ ਤੇ ਵੀ ਰਿਹਾ, ਹੁਣ ਵੀ ਆ, ਤਾਂ ਅੱਗੇ ਨੂੰ ਵੀ ਇਦਾਂ ਹੀ ਰਹਿਣਾ।
ਜਿਹਨੇ ਸਮਝ ਲਿਆ ਉਹਨੇ ਮੰਨ ਲਿਆ, ਮੰਨ ਕੇ ਆਪਣਾ ਮਤਲਬ ਸਿੱਧਾ ਰਾਹ ਤੁਰ ਕੇ ਆਪਾਂ ਸਹੀ ਡਾਇਰੈਕਸ਼ਨ ਨੂੰ ਚੱਲ ਗਏ। ਤੇ ਜਿਹੜਾ ਨਹੀਂ ਮੰਨਦਾ ਤਾਂ ਉਹਨਾਂ ਦੀ ਆਪਣੀ ਪ੍ਰੋਬਲਮ, ਚਾਹੇ ਤੁਹਾਡਾ ਭੈਣ ਭਰਾ ਕੋਈ ਵੀ ਹੋਵੇ, ਇਟ ਡਜ਼ਨਟ ਮੈਟਰ। ਤੁਸੀਂ ਉਹਨਾਂ ਦਾ ਆਰਗੂਮੈਂਟ ਕਰਨ ਦੀ ਬਜਾਏ, ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਆ, ਚਲੋ ਤੁਸੀਂ ਕਰ ਸਕਦੇ ਹੋ, ਏਦਾਂ ਦੀ ਕੋਈ ਗੱਲ ਨਹੀਂ, ਪਰ ਤੁਸੀਂ ਨਹੀਂ ਡੋਲਣਾ। ਜਿੱਥੇ ਤੁਹਾਡਾ ਸ਼ੋਰ ਆ ਨਾ ਉੱਥੇ ਨਾ ਡੋਲੋ, ਪਰ ਉਹਦੇ ਨਾਲ ਨਾਲ ਤੁਸੀਂ ਆਪਣਾ ਪੱਕਾ ਹੋ ਗਿਆ ਤਾਂ ਫਿਰ ਤੁਹਾਨੂੰ ਇਹ ਹੈ ਵੀ ਦੇਖੋ ਨਹੀਂ ਸਮਝ ਆਈ ਕੋਈ ਗੱਲ ਨਹੀਂ, ਆਰਗੂਮੈਂਟ ਕੋਈ ਨਹੀਂ। ਹਾਂਜੀ, ਇੱਕ ਹਾਂਜੀ, ਐਵੇਂ ਨਾ ਹੋਏ ਕਿ ਤੁਹਾਡੇ ਇਸ ਆਰਗੂਮੈਂਟ ਕਰਕੇ ਕੋਈ ਰਿਸ਼ਤਾ ਟੁੱਟੇ ਜਾਂ ਮਿੱਤਰਤਾ ਵਿੱਚ ਫਰਕ ਪਵੇ। ਐਵੇਂ ਰਿਸ਼ਤਾ ਨਹੀਂ ਟੁੱਟਦਾ। करके सन मारने के चक्कर हो रहा, दूर दूर बैठो, सन मारने गए दोनों इकट्ठे नहीं। ਆਪ ਦ੍ਰਿੜ ਰਹੋ, ਲੇਕਿਨ ਉਹਦੇ ਵਿੱਚ ਨਾ ਆਪਸੀ ਜਿਹੜਾ ਸਾਡਾ ਮਿਲਵਰਤਨ ਹੈ ਉਹ ਨਾ ਟੁੱਟੇ। ਵਿਚਾਰ ਅਲੱਗ ਹੁੰਦਿਆਂ ਹੋਇਆਂ ਵੀ ਅਸੀਂ ਇੱਕ ਦੂਜੇ ਦੇ ਭੈਣ ਭਰਾਵਾਂ, ਔਰ ਹਰ ਬੰਦੇ ਨੂੰ ਆਪਣੇ ਵਿਚਾਰ ਅਲੱਗ ਰੱਖਣ ਦੀ ਆਜ਼ਾਦੀ ਹੈ। ਇਹ ਚੀਜ਼ ਖਾਸ ਧਿਆਨ ਵਿੱਚ ਰੱਖਣੀ। ਸਤਨਾਮ ਕੌਰ ਜੀ, ਇਦਾਂ ਆ ਵੀ ਜਿੱਦਣ ਤੁਹਾਨੂੰ ਪਤਾ ਨਾ ਵੀ ਅੱਜ ਮੁੱਦਾ ਬਹੁਤ ਗਰਮ ਹੋਣਾ, ਉਦੋਂ ਤੁਸੀਂ ਸਾਹਮਣੇ ਸਾਹਮਣੇ ਨਾ ਬੈਠੇ, ਤੁਸੀਂ ਜ਼ੂਮ ਤੇ ਗੱਲ ਕਰ ਲਿਓ, ਫਿਰ ਵਧੀਆ ਰਹੂਗਾ। ਉਹਨੇ ਮੈਂ ਸਪੈਸ਼ਲੀ कैसे पूछ के मन दसी, मैं कहा ठीक है जी। कई जन्म भाई चीज पता नहीं, लिंक भेज दिਓ ਅੱਜ ਦੀ, ਫਿਰ ਮੈਂ ਨਹੀਂ ਮਟੇਂਦਾ ਇਸ ਚੀਜ਼ ਨੂੰ। ਨੀਨਾ ਜੀ, ਤੁਸੀਂ ਵੀ ਸਾਰਾ ਕੀਤਾ ਸੀਗਾ। ਹਾਂਜੀ, ਮੇਰੀ ਰਿਕੁਐਸਟ ਹੈਗੀ ਹੈ, ਮੈਨੂੰ ਕਲਾਸ ਵਿੱਚ ਕੱਢ ਨਾ ਦੇਣਾ, ਤੇ ਮੇਰੀ ਰਿਕੁਐਸਟ ਹੈਗੀ ਕਿ ਕਲਾਸ ਤੋਂ ਪਹਿਲਾਂ ਜਿਹੜੀ ਡਿਸਕਸ਼ਨ ਹੁੰਦੀ ਹੈ ਨਾ, ਉਹ ਆਮ ਹੋਣੀ ਚਾਹੀਦੀ ਹੈ, ਤੇ ਕਲਾਸ ਤੋਂ ਬਾਅਦ ਜਿਹੜੀ ਹੁੰਦੀ ਹੈ ਇਟ ਸ਼ੁਡ ਬੀ ਰਿਲੇਟਿੰਗ ਟੂ ਦ ਲੈਸਨ ਆਫ ਦ ਡੇ। ਜੋ ਭਾਈ ਜੀ ਨੇ ਸਾਨੂੰ ਸਮਝਾਇਆ ਉਹ ਲੈਸਨ ਡਿਸਕਸ਼ਨ, ਜਿਹੜੀ ਆਮ ਡਿਸਕਸ਼ਨ ਹੈ ਜਿੰਨੀ ਮਰਜ਼ੀ ਪਹਿਲਾਂ ਕਰ ਲਓ, ਤੇ ਉਹ ਤੋਂ ਬਾਅਦ ਸਾਨੂੰ ਚਾਂਸ ਦਿਓ ਕਿ ਜੋ ਅਸੀਂ ਪੜ੍ਹਿਆ ਉਹ ਜੇ ਨਹੀਂ ਸਮਝ ਆਇਆ ਤੇ ਭਾਈ ਸਾਹਿਬ ਨੂੰ ਅਸੀਂ ਪੁੱਛ ਸਕੀਏ। ਪਲੀਜ਼, ਠੀਕ ਹੈ, ਤੁਹਾਡਾ ਧੰਨਵਾਦ ਜੀ। ਹਾਂ ਠੀਕ ਹੈ, ਕੋਈ ਗੱਲ ਨਹੀਂ ਜੀ, ਗੱਲ ਕੋਈ ਨਹੀਂ ਜੀ, ਪਰ ਦੇਖੋ ਠੀਕ ਹੈ, ਤੁਹਾਡਾ ਸੁਝਾਅ ਠੀਕ ਹੈ ਜੀ, ਪਰ ਜੇ ਇਦਾਂ ਹੋ ਵੀ ਗਈ ਤਾਂ ਮੇਰਾ ਖਿਆਲ ਇਹ ਸ਼ੰਕੇ ਮਿਟਾਉਣ ਵਾਲੀ ਗੱਲ ਹੈ। ਜਦੋਂ ਵੀ ਮਿਟ ਸਕਦੇ ਆ, ਇਹ ਮੈਟਰ ਨਹੀਂ ਕਰਦਾ ਪਹਿਲਾਂ ਜਾਂ ਬਾਅਦ ਦੇ ਵਿੱਚ। ਚਲੋ ਠੀਕ ਹੈ, ਅਸੀਂ ਤੁਹਾਡਾ ਲੈ ਲੈਂਦੇ ਸੁਝਾਅ। ਤੇ ਬਾਣੀ ਦੇ ਸ਼ੰਕੇ ਕਦੋਂ ਅਸੀਂ ਮਿਟਾਵਾਂਗੇ? ਜਿਹੜੀ ਪੜ੍ਹੀ ਹੈ ਉਹ ਤੇ ਕੁਐਸਚਨ ਮੈਂ ਇਹ ਵੀ ਤਾਂ ਭੈਣ ਜੀ ਬਾਣੀ ਦੇ ਸ਼ੰਕੇ ਹੀ ਆ ਨਾ, ਕੋਈ ਮੰਨਦਾ ਕੋਈ ਮੰਨਦਾ ਨਾ। ਉਹਨੂੰ ਕਲੀਅਰ ਕਰਨ ਵਾਸਤੇ ਜੇ ਸਾਡੀ ਭੈਣ ਸਤਨਾਮ ਕੌਰ ਨੂੰ ਜਿੱਦਾਂ ਫਰਜ਼ ਕੀਤਾ ਸ਼ੋਰਟੀ ਹੋ ਜਾਵੇ, ਠੀਕ ਹੈ ਨਾ, ਉਹ ਆਪ ਕਨਫਿਊਜ਼ ਨਾ ਹੋਊਗੀ। ਫਿਰ ਜੇ ਭਰਾ ਦੇ ਨਾਲ ਗੱਲ ਕਰਨਗੇ ਤਾਂ ਫਿਰ ਉਹਨਾਂ ਨੂੰ ਇਹ ਪਤਾ ਹੈ ਕਿ ਜੇ ਨਹੀਂ ਮੰਨਦਾ ਤਾਂ ਉਹਦੀ ਮਰਜ਼ੀ ਹੈ, ਇੱਥੇ ਕਿਹੜਾ ਆਰਗੂਮੈਂਟ ਕੋਈ। ਹਾਂਜੀ, ਅੱਛਾ, ਹੁਣ ਮੈਂ ਪੁੱਛ ਸਕਦੀ ਹਾਂ ਸੌਰੀ ਫॉर दैट ਇਸ ਕਰਕੇ ਮੈਂ ਬਾਅਦ ਨੂੰ ਪੁੱਛਿਆ ਸੀ ਕਿ ਸਹਿਜ ਹੋਰ ਕੇ ਤਾਂ ਕੋਈ ਕੁਐਸਚਨ ਨਹੀਂ। ਕੋਈ ਨਹੀਂ ਕੁਐਸਚਨ ਹੈਗੇ ਆ ਭੈਣ, ਜੇ ਕਈਆਂ ਨੇ ਪੁੱਛਣੇ ਵਾਲੇ 2-3 ਹੈਗੇ ਸਾਡੇ ਨਾਲ, ਤੇ ਉਹਨਾਂ ਨੂੰ ਮੈਂ ਪੁੱਛ ਸਕਦੀ ਹਾਂ ਭਾਈ ਸਾਹਿਬ ਨੂੰ, ਭਾਈ ਸਾਹਿਬ ਨੂੰ। ਹਾਂਜੀ ਭਾਈ ਸਾਹਿਬ ਜੀ, ਕਬੀਰ ਗਰਭ ਨਾ ਕੀਜਿਏ ਦੇਹੀ ਦੇਖ ਸੁਰੰਗ। ਹਾਂਜੀ, ਸੁਰੰਗ ਦਾ ਮਤਲਬ ਹੈ ਸੁੰਦਰ, ਵੀ ਆਪਣੀ ਸੁੰਦਰ ਦੇਹੀ ਨੂੰ ਦੇਖ ਕੇ ਇਹਦਾ ਹੰਕਾਰ ਨਾ ਕਰੋ। ਅੱਛਾ ਜੀ, ਅੱਜ ਕੱਲ ਤਾਂ ਜਾਓਗੇ ਜਿਉਂ ਅੰਗ ਕਾਂਚਰੂਈ ਦਾ ਮਤਲਬ ਹੈਗਾ ਕੁੰਜ, ਭੁਯੰਗ ਦਾ ਮਤਲਬ ਸੱਪ, ਕਿ ਜਿਵੇਂ ਸੱਪ ਦੇ ਉੱਤੇ ਕੁੰਜ ਆਈ ਹੁੰਦੀ ਹੈ ਤੇ ਉਹ ਕੁੰਜ ਨੂੰ ਛੱਡ ਕੇ ਵਿੱਚੋਂ ਨਿਕਲ ਜਾਂਦਾ ਹੈ ਤੇ ਕੁੰਜ ਬੇਕਾਰ ਪਈ ਰਹਿ ਜਾਂਦੀ ਹੈ। ਐਸੇ ਤਰ੍ਹਾਂ ਤੁਹਾਡੀ ਇਸ ਦੇਹੀ ਦਾ ਹਾਲ ਹੋਣਾ ਹੈ। ਤਾਂ ਜੇ ਤੁਸੀਂ ਬੜੇ ਸੋਹਣੇ ਰੱਖੇ ਹੋ ਤਾਂ ਇਸ ਦੇਹੀ ਦਾ ਹੰਕਾਰ ਨਾ ਕਰੋ, ਦੂਜਿਆਂ ਦੀ ਨਿਰਾਦਰੀ ਨਾ ਕਰੋ, ਇਹਦਾ ਮਤਲਬ ਹੈ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਧੰਨਵਾਦ ਜੀ ਤੁਹਾਡਾ। ਮੈਨੂੰ ਲੱਗਦਾ ਜਸਵੀਰ ਕੌਰ ਜੀ ਤੁਹਾਡਾ ਵੀ ਆਨਸਰ ਹੋਏ ਗਿਆ ਕਿ ਨਹੀਂ? ਜੀ ਹੋ ਗਿਆ, ਇਹੀ ਸੀਗਾ ਨਾ? ਹਾਂਜੀ, ਥੈਂਕ ਯੂ। ਕੋਈ ਨਹੀਂ ਜੀ। ਸਵਿੰਦਰ ਕੌਰ ਜੀ। ਹਾਂਜੀ ਗਿਆਨੀ ਜੀ। ਹਾਂਜੀ ਭੈਣ। ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਹਰੂਏ ਦਾ ਹਰੂਏ ਇੱਕ ਤਾਂ ਇਹਦਾ ਨਾ ਉਚਾਰਨ ਬੜੇ ਧਿਆਨ ਨਾਲ ਕਰਨਾ ਹੈ। ਇਹ ਨਾ ਵੇ ਭੁੱਲ ਜਾਂਦਾ, ਖਾਸ ਕਰਕੇ ਹਰੂਏ ਐਵੇਂ ਨਹੀਂ ਬੋਲਣਾ, ਸਾਰਿਆਂ ਨੇ ਧਿਆਨ ਰੱਖਣਾ। ਹਰੂਏ ਦਾ ਮਤਲਬ ਹੁੰਦਾ ਭੈਣ ਹੌਲੇ, ਵੀ ਜਿਹੜੇ ਹੌਲੇ ਸੀ ਨਾ, ਜਿਨ੍ਹਾਂ ਕੋਲ ਭਾਰ ਨਹੀਂ ਸੀ ਉਹ ਤਰ ਜਾਂਦੇ ਨੇ, ਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਭਾਰ ਚੁੱਕਿਆ ਸੀ ਉਹ ਡੁੱਬ ਗਏ। ਜਿਵੇਂ ਪਾਣੀ ਦੇ ਵਿੱਚ ਵੜੀਏ ਤੇ ਇੱਕ ਬੰਦਾ ਤੇ ਖਾਲੀ ਪਾਣੀ ਵਿੱਚ ਤਰ ਰਿਹਾ ਹੈ, ਹਾਂਜੀ, ਇੱਕ ਬੰਦਾ ਆਪਣੇ ਗਲ ਦੇ ਵਿੱਚ ਮਣ ਦਾ ਪੱਥਰ ਪਾ ਲਵੇ, 1.5 ਮਣ ਦਾ, ਉਹ ਭਾਰਾ ਹੋਣ ਕਰਕੇ ਡੁੱਬ ਜਾਏਗਾ। ਅੱਛਾ, ਇਹ ਜ਼ਿੰਦਗੀ ਜੀਂਦਿਆਂ ਜਿਨ੍ਹਾਂ ਦੇ ਸਿਰ ਤੇ ਪਾਪਾਂ ਦੇ ਭਾਰ ਨਹੀਂ ਸਨ, ਉਹ ਇਸ ਸੰਸਾਰ ਤੋਂ ਆਰਾਮ ਦੇ ਨਾਲ ਸੁਖੀ ਹੋ ਕੇ ਲੰਘ ਗਏ, ਤੇ ਜਿਨ੍ਹਾਂ ਦੇ ਸਿਰ ਤੇ ਪਾਪਾਂ ਦੇ ਪੱਥਰ ਚੁੱਕੇ ਉਹ ਇਸ ਦੁਨੀਆ ਵਿੱਚ ਡੁੱਬ ਗਏ, ਉਹ ਦੀਨ ਨੂੰ ਗਵਾ ਬੈਠੇ ਦੁਨੀਆ ਵਿੱਚ। ਥੈਂਕ ਯੂ ਜੀ, ਥੈਂਕ ਯੂ।
ਧੰਨਵਾਦ ਜੀ ਸੁਰਿੰਦਰ ਕੌਰ ਜੀ, ਤੇ ਸਾਰਿਆਂ ਦਾ ਹੀ ਧੰਨਵਾਦ ਜੀ। ਆਪਾਂ ਇੱਥੇ ਸਮਾਪਤੀ ਕਰਦੇ ਹਾਂ ਹੁਣ, ਕਿਉਂਕਿ ਕਾਫੀ ਟਾਈਮ ਹੋ ਗਿਆ ਜੀ। ਤੇ ਕੱਲ ਨੂੰ ਆਪਾਂ ਫੇਰ ਵਾਪਸ ਆਵਾਂਗੇ ਜੀ ਇਸੇ ਚੈਨਲ ਤੇ 1 ਵਜੇ। ਉਸ ਟਾਈਮ ਛੁੱਟੀਆਂ ਲਈਏ ਜੀ। ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਐਕਸਟਰਾ ਟਾਈਮ ਤੁਹਾਡਾ ਲੱਗ ਗਿਆ ਅੱਜ। ਤੇ 2 ਮਿਸ਼ਰੀ ਦੀਆਂ ਡਲੀਆਂ ਹੁਣੇ ਰੱਖ ਲਓ, ਕਿਉਂਕਿ ਆਫਟਰਨੂਨ ਈਵਨਿੰਗ ਕਥਾ ਵੀ ਕਰਨੀ ਤੁਸੀਂ। ਤੇ ਹਾਂਜੀ ਮੈਂ ਕਿਹਾ 2 ਡਲੀਆਂ ਮਿਸ਼ਰੀ ਦੀਆਂ ਹੁਣੇ ਰੱਖ ਲਓ ਆਪਣੇ, ਸ਼ਾਮ ਨੂੰ ਤੁਸੀਂ ਫੇਰ ਕਥਾ ਕਰਨੀ ਆ। ਨਹੀਂ ਜੀ, ਹੁਣ ਮੈਂ ਸ਼ਾਮ ਨੂੰ ਨਹੀਂ ਕਰਨੀ, ਬਸ ਇਹੀ ਸੀ ਕਥਾ। ਅੱਜ ਚਲੋ ਕੱਲ ਠੀਕ। ਕਥਾ ਨਹੀਂ, ਸਿਰਫ ਕਲਾਸ ਹੀ ਹੈ। ਠੀਕ ਹੈ, ਧੰਨਵਾਦ ਜੀ। ਠੀਕ ਹੈ ਜੀ, ਆਪਾਂ ਕੱਲ ਨੂੰ ਮੁੜ ਕੇ ਆਣੇ ਜੀ 1 ਵਜੇ। ਉੱਤੇ ਛੁੱਟੀਆਂ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ।